ਭਜਨ ਮਮ ਖਾਲਸਾ ਖਾਲਸਾ ਪੂਜ ਪਿਚੋਗ। ਦਾਸ ਗੋਬਿੰਦ ਸਿੰਘ ਫਤਿਹ ਖਾਲਸਾ ਦਰਸ ਪਰਸ ਮਿਟੇ ਸੋਗ। ਆਤਮ ਰਸ ਚਿ ਜਾਨਹੀ ਸੋ ਹੈ ਖਾਲਸ ਦੇਵ। ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਜਕ ਨਾਹਿਨ ਪੇਵ। ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਦੋਹਰਾ ਸੁਨ ਸਭ ਤੇ ਸਤਿਗੁਰ ਕਹਿਓ ਇਹ ਦਰੋਗ ਕੀ ਬਾਤ। ਬੰਚਕ ਤਾ ਤੁਮ ਕਰਤ ਹੋ ਰਾਜ ਤੇਜ ਹੋਏ ਘਾਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਦੀ ਸਾਚੀ ਨਵਾਜੀ ਹੋਈ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸੰਧਿਆ ਦੇ ਦੀਵਾਨ ਸਜੇ ਹਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਕੀ ਸੰਗਤ ਨੇ ਸੋਧਾ ਰਹਿਰਾਸ ਸਾਹਿਬ ਜੀ ਦੇ ਪਾਠ ਆਰਤੀ ਆਰਤੇ ਦੇ ਕੀਰਤਨ ਸਰਵਣ ਕੀਤੇ ਹਨ। ਹਰ ਰੋਜ਼ ਗੁਰੂ ਦਰਬਾਰ ਦੇ ਵਿੱਚ ਜੋ ਇਹ ਪੋਹ ਦਾ ਮਹੀਨਾ ਚੱਲ ਰਿਹਾ ਹੈ, ਸ਼ਹਾਦਤਾਂ ਦਾ ਇਹ ਸਮਾਂ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਮਹੀਨੇ ਹੀ 6-7 ਪੋਹ ਦੀ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ ਔਰ 8 ਪੋਹ ਨੂੰ ਚਮਕੌਰ ਦਾ ਮਹਾਨ ਵਿਸ਼ਾਲ ਯੁੱਧ ਹੋਇਆ ਸੀ। ਔਰ ਇਹ ਲਾਸ਼ਾਨੀ ਯੁੱਧ ਵਿੱਚ ਬੇਮਿਸਾਲ ਮੁਕਾਬਲਾ ਸੀ। ਇੱਕ ਪਾਸੇ 10 ਲੱਖ ਵੈਰੀ ਸਨ ਅਤੇ ਇੱਕ ਪਾਸੇ ਭੁੱਖੇ ਭਾਣੇ 40 ਸਿੰਘ ਸਨ। ਪਿਆਰੀ ਸੰਗਤ ਜੀ, ਇਸ ਮੁਕਾਬਲੇ ਇਸ ਯੁੱਧ ਦਾ ਜੋ ਭੂਮਿਕਾ ਇਹਦੀ ਬੱਝੀ ਹੈ ਉਹ ਕਵੀ ਜੀ ਨੇ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਵਿੱਚ ਬਿਆਨ ਕੀਤੀ ਹੈ। ਲਗਭਗ 7 ਮਹੀਨੇ ਹੋ ਗਏ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਘੇਰਾ ਪਿਆ। ਪਹਾੜੀ ਰਾਜਿਆਂ ਨੇ ਆਪਣੇ ਵੱਲੋਂ ਬੜੀਆਂ ਚਾਲਾਂ ਚੱਲੀਆਂ, ਯੁੱਧ ਵਿੱਚ ਤਾਂ ਪੂਰੇ ਨਹੀਂ ਸੀ ਉਤਰ ਸਕਦੇ। ਕਪਟ ਨੀਤੀ ਨਾਲ, ਕੂਟਨੀਤੀ ਨਾਲ, ਜੋ ਸ਼ਾਮ ਦਾਮ ਦੰਡ ਭੇਦ ਰਾਜਨੀਤੀ ਦੇ ਅੰਗ ਹਨ, ਉਹ ਵਰਤ ਕੇ ਗੁਰੂ ਸਾਹਿਬ ਜੀ ਤੋਂ ਕਿਲ੍ਹਾ ਛਡਾਉਣ ਦਾ ਯਤਨ ਕਰਦੇ ਰਹੇ। ਸਾਧ ਸੰਗਤ ਜਿਨ੍ਹਾਂ ਨੇ ਗੁਰੂ ਸਾਹਿਬ ਅੱਗੇ ਕਈ ਪ੍ਰਕਾਰ ਦੀਆਂ ਗੀਤਾ ਦੀਆਂ, ਗਊ ਦੀਆਂ, ਠਾਕਰ ਦੀਆਂ, ਕੁਰਾਨ ਦੀਆਂ ਕਸਮਾਂ ਵੀ ਪਾਈਆਂ ਅਤੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਿਸੇ ਕਸਮ ਨੂੰ ਪ੍ਰਵਾਨ ਨਹੀਂ ਕੀਤਾ। ਜਦੋਂ ਇਹਨਾਂ ਦੀਆਂ ਕਸਮਾਂ ਠੁਕਰਾ ਦਿੱਤੀਆਂ ਅਤੇ ਸਤਿਗੁਰਾਂ ਨੇ ਸਿੰਘਾਂ ਨੂੰ, ਕਿਉਂਕਿ ਪਰ ਵਿਸ਼ਵਾਸ ਨਹੀਂ ਸੀ ਆ ਰਿਹਾ ਮਹਾਰਾਜ ਦੇ ਬਚਨਾਂ 'ਤੇ, ਭੁੱਖ ਨਾਲ ਬਹੁਤ ਜ਼ਿਆਦਾ ਬੇਹਾਲ ਹੋਏ ਪਏ ਸਨ, ਸਿੰਘਾਂ ਨੂੰ ਵਿਸ਼ਵਾਸ ਦਿਵਾਉਣ ਵਾਸਤੇ ਕਿ ਤੁਰਕਾਂ ਦੀਆਂ ਕਸਮਾਂ 'ਤੇ ਸਿੰਘੋ ਇਤਬਾਰ ਨਾ ਕਰੋ। ਮਹਾਰਾਜ ਨੇ ਟੁੱਟਾ ਭੱਜਾ ਸਮਾਨ, ਟੁੱਟੀਆਂ ਜੁੱਤੀਆਂ, ਟੁੱਟੀਆਂ ਕਾਠੀਆਂ, ਘੋੜਿਆਂ ਦੀ ਲਿੱਦ, ਮਰੇ ਡੰਗਰਾਂ ਦੇ ਹੱਡ, ਪੱਥਰ ਕੰਕਰ, ਮਿੱਟੀ ਘੱਟਾ ਬੰਨ੍ਹ ਕੇ ਪੋਟਲੀਆਂ ਦੇ ਗੱਡਿਆਂ 'ਤੇ ਲੱਦ ਕੇ ਤੋਰ ਦਿੱਤਾ। ਪਹਾੜੀ ਰਾਜਿਆਂ ਅਤੇ ਤੁਰਕਾਂ ਨੇ ਉਹ ਵੀ ਲੁੱਟ ਲਿਆ ਵੀ ਗੁਰੂ ਦਾ ਖਜ਼ਾਨਾ ਜਾ ਰਿਹਾ ਹੈ। ਸਤਿਗੁਰੂ ਕਹਿੰਦੇ, ਦੇਖੋ ਸਿੰਘੋ, ਤੁਸੀਂ ਇਹਨਾਂ ਦੀਆਂ ਕਸਮਾਂ 'ਤੇ ਭਰੋਸਾ ਕਰਦੇ ਸੀ, ਆਹ ਵੇਖ ਲਓ ਇਹਨਾਂ ਦੀਆਂ ਕਸਮਾਂ ਦਾ ਹਾਲ ਹੈ। ਕੁਝ ਦਿਨ ਹੋਰ ਲੰਘ ਗਏ ਅਤੇ ਗੁਰੂ ਸਾਹਿਬ ਦਾ ਨਿਸ਼ਚਾ ਪੱਕਾ, ਪਰ ਸਿੰਘ ਵਿਚਾਰੇ ਭੁੱਖ ਦੇ ਅੱਗੇ ਬੇਬਸ ਹੋ ਗਏ। ਮਾਤਾ ਜੀ ਅਤੇ ਪਰਿਵਾਰ ਵੀ ਸਾਰੇ, ਸੰਗਤਾਂ ਜਿਹੜੇ ਹੋਰ ਰਹਿੰਦੇ ਸਨ ਅਨੰਦਪੁਰ ਦੇ ਵਾਸੀ, ਉਹ ਸਭ ਪਰੇਸ਼ਾਨ ਹੋ ਗਏ। ਸ੍ਰੀ ਅਨੰਦਪੁਰ ਸਾਹਿਬ ਛੱਡਣ ਦੀਆਂ ਤਿਆਰੀਆਂ ਕਰਨ ਲੱਗੇ। ਸਾਧ ਸੰਗਤ ਜੀ ਉਸ ਸਮੇਂ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀਆਂ ਵੀ ਕਰਦੇ ਰਹੇ। ਮਹਾਰਾਜ ਕਹਿੰਦੇ, ਸਿੰਘੋ, ਇੱਥੇ ਰਹੋਗੇ ਤੇ ਆਨੰਦ ਕਰੋਗੇ, ਰਾਜ ਪਾਓਗੇ, ਸੁੱਖ ਭੋਗੋਗੇ। ਜੇ ਇੱਥੋਂ ਨਿਕਲੋਗੇ ਤੇ ਬੜਾ ਭਾਰੀ ਨੁਕਸਾਨ ਕਰਵਾ ਬੈਠੋਗੇ।
ਸਮਝਾਉਂਦੇ ਰਹੇ ਮਹਾਰਾਜ, ਪਰ ਸਿੰਘਾਂ ਦਾ ਹੌਸਲਾ ਫਿਰ ਢਹਿ ਜਾਂਦਾ ਸੀ। ਮੌਤੋਂ ਭੁੱਖ ਬੁਰੀ, ਮੌਤ ਨਾਲੋਂ ਭੁੱਖ ਬੁਰੀ ਚੀਜ਼ ਹੈ। ਰਾਤੀ ਸੁੱਤੇ ਖਾ ਸਵੇਰੇ ਫਿਰ ਖੜੀ। ਇਹਦਾ ਰੋਜ਼ ਦਿਨ 'ਚ 3 ਵਾਰੀ ਆਉਂਦੀ ਹੈ। ਮੌਤ ਜ਼ਿੰਦਗੀ 'ਚ ਇੱਕੋ ਵਾਰੀ ਆਉਣੀ ਹੈ। ਮੌਤ ਨਾਲੋਂ ਭੁੱਖ ਡਾਢੀ ਬਹੁਤ ਬੁਰੀ ਚੀਜ਼ ਹੈ। ਸੋ ਐਸਾ ਸਮਾਂ ਚੱਲਦਾ ਰਿਹਾ। ਉੱਧਰੋਂ ਔਰੰਗਜ਼ੇਬ ਨੇ ਚਿੱਠੀ ਲਿਖ ਕੇ ਆਪਣੇ ਹੱਥ ਨਾਲ ਕੁਰਾਨ ਦੇ ਪਹਿਲੇ ਵਰਕੇ 'ਤੇ ਗੁਰੂ ਸਾਹਿਬ ਕੋਲ ਭੇਜੀ ਕਿ ਮਹਾਰਾਜ, ਮੈਨੂੰ ਤੁਹਾਡਾ ਬਹੁਤ ਸਤਿਕਾਰ ਹੈ, ਤੁਸੀਂ ਅਨੰਦਪੁਰ ਦਾ ਕਿਲ੍ਹਾ ਖਾਲੀ ਕਰਕੇ ਮੇਰੇ ਕੋਲ ਆ ਜਾਓ। ਜਿਹੜੀ ਤੁਹਾਡੀ ਕੋਈ ਮੰਗ ਹੈ, ਤੁਹਾਡੀ ਕੋਈ ਇੱਛਾ ਹੈ, ਤੁਹਾਨੂੰ ਕੋਈ ਮਸਲਾ ਤੁਹਾਡੇ ਸਾਹਮਣੇ ਹੈ, ਤੁਸੀਂ ਮੇਰੇ ਨਾਲ ਉਹਦੇ ਬਾਰੇ 'ਤੇ ਵਿਚਾਰ ਕਰੋ, ਮੈਂ ਸਾਰੇ ਮਸਲੇ ਹੱਲ ਕਰਾਂਗਾ। ਜਿਹੜਾ ਵਕੀਲ ਆਇਆ ਉਹਨੇ ਵੀ ਗੁਰੂ ਸਾਹਿਬ ਦੇ ਦਰਬਾਰ ਵਿੱਚ ਬੜੀ ਤਾਰੀਫ ਗੁਰੂ ਸਾਹਿਬ ਦੀ ਕੀਤੀ। ਇਹ ਵੀ ਕਿਹਾ ਕਿ ਮਹਾਰਾਜ, ਬਾਦਸ਼ਾਹ ਸਲਾਮਤ ਤੁਹਾਨੂੰ ਮਿਲਣਾ ਚਾਹੁੰਦੇ ਆ। ਬਾਦਸ਼ਾਹ ਸਲਾਮਤ ਤੁਹਾਡੀ ਮਹਿਮਾ ਸੁਣਦੇ ਰਹਿੰਦੇ ਆ, ਤੁਹਾਡੀ ਅਜ਼ਮਤ ਬਾਰੇ, ਤੁਹਾਡੀ ਸ਼ਕਤੀ ਬਾਰੇ, ਤੁਹਾਡੀ ਵਿੱਦਿਆ ਬਾਰੇ, ਤੁਹਾਡੇ ਹੁਨਰ ਬਾਰੇ, ਤੁਹਾਡੀ ਦਲੇਰੀ ਤੋਂ, ਤੁਹਾਡੇ ਗੁਣਾਂ ਤੋਂ ਬਾਦਸ਼ਾਹ ਔਰੰਗਜ਼ੇਬ ਬਹੁਤ ਪ੍ਰਭਾਵਿਤ ਹੈ। ਮਹਾਰਾਜ 10ਵੇਂ ਪਾਤਸ਼ਾਹ ਸਾਰੀਆਂ ਗੱਲਾਂ ਸੁਣੀ ਗਏ ਅਤੇ ਕਹਿਣ ਲੱਗੇ, ਭਾਈ ਹੋਰ ਜਿੰਨੀਆਂ ਮਰਜ਼ੀ ਗੱਲਾਂ ਕਰੋ, ਪਰ ਅਨੰਦਪੁਰ ਛੱਡਣ ਵਾਲੀ ਗੱਲ ਸਾਡੇ ਨਾਲ ਨਾ ਕਰਿਆ ਜੀ। ਅਸੀਂ ਅਨੰਦਪੁਰ ਸਾਹਿਬ ਨਹੀਂ ਛੱਡਣਾ। ਉਹ ਵਕੀਲ ਵਾਪਸ ਕਰ ਦਿੱਤੇ। ਮਹਾਰਾਜ ਨੇ ਉਹਨਾਂ ਦੀ ਚੰਗੀ ਤਰ੍ਹਾਂ ਗੱਲਾਂ ਨਾਲ ਤਸੱਲੀ ਕਰਾਈ ਵੀ ਤੁਸੀਂ ਤਾਂ ਕਹਿੰਦੇ ਸੀ ਵੀ ਤੁਹਾਡਾ ਰਾਹ ਨਹੀਂ ਰੋਕਾਂਗੇ, ਆ ਵੇਖੋ ਤੁਸੀਂ ਸਾਡਾ ਖਜ਼ਾਨਾ ਲੁੱਟ ਲਿਆ। ਭਾਵੇਂ ਖਜ਼ਾਨਾ ਨਹੀਂ ਸੀ ਭੇਜਿਆ ਅਸੀਂ, ਉਹ ਤਾਂ ਸਾਡੀ ਨੀਤੀ ਸੀ ਨਾ, ਪਰ ਅਸੀਂ ਤੁਹਾਨੂੰ ਝੂਠਿਆਂ ਪਾ ਦਿੱਤਾ ਹੈ। ਹੁਣ ਉਸ ਤੋਂ ਅੱਗੇ ਇਹ ਬੰਦੇ, ਇਹ ਵਕੀਲ ਬਾਦਸ਼ਾਹ ਵੱਲੋਂ ਆਏ ਹੋਏ ਸਿਪਾਹ ਸਲਾਰ ਗੁਰੂ ਸਾਹਿਬ ਨੂੰ ਕਹਿ ਰਹੇ ਨੇ, ਮਹਾਰਾਜ ਜਿਨ੍ਹਾਂ ਬੰਦਿਆਂ ਨੇ ਉਹ ਗਲਤੀ ਕੀਤੀ, ਅਸੀਂ ਉਹਨਾਂ ਨੂੰ ਨੌਕਰੀਆਂ ਤੋਂ ਵੀ ਕੱਢ ਦਿੱਤਾ ਅਤੇ ਅੱਗੇ ਨੂੰ ਤੁਹਾਡੇ ਨਾਲ ਇਹੋ ਜਿਹੀ ਕੋਈ ਗੁਸਤਾਖੀ ਨਹੀਂ ਹੋਵੇਗੀ, ਬਲਕਿ ਤੁਹਾਨੂੰ ਪੂਰੀ ਹਿਫਾਜ਼ਤ ਨਾਲ ਜਿੱਥੇ ਤੁਸੀਂ ਜਾਣਾ ਚਾਹੋਗੇ ਛੱਡ ਕੇ ਆਵਾਂਗੇ। ਮਹਾਰਾਜ ਸੱਚੇ ਪਾਤਸ਼ਾਹ ਨਾ ਕਰ ਰਹੇ ਨੇ। ਹੁਣ ਸਾਰਿਆਂ ਦੀਆਂ ਗੱਲਾਂ ਸੁਣ ਕੇ ਜਵਾਬ ਕੀ ਦਿੰਦੇ 10ਵੇਂ ਪਾਤਸ਼ਾਹ? ਇਹ ਕਥਾ ਭਾਈ ਸੰਤੋਖ ਸਿੰਘ ਜੀ ਕਵੀ ਰਾਜ ਲਿਖਦੇ ਨੇ, ਗੁਰੂ ਸੰਗਤ ਜੀ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜੋ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਧਿਆਨ ਧਰ ਕੇ ਆਖੋ, ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਸੁਨ ਸਭ ਤੇ ਸਤਿਗੁਰ ਕਹਿਓ, ਇਹ ਦਰੋਗ ਕੀ ਬਾਤ। ਮਹਾਰਾਜ ਕਹਿਣ ਲੱਗਿਆ, ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਨਾ, ਇਹ ਸਾਰੀਆਂ ਝੂਠੀਆਂ ਨੇ, ਇਹ ਦਰੋਗ ਹੈ, ਇਹਦੇ 'ਚ ਦਗਾ ਛੁਪਿਆ ਹੋਇਆ ਹੈ, ਝੂਠ ਹੈ ਇਹ ਸਾਰਾ। ਜਿੰਨੀਆਂ ਮਰਜ਼ੀ ਤੁਸੀਂ ਕਸਮਾਂ ਪਾਓ, ਤੁਹਾਡਾ ਬਾਦਸ਼ਾਹ ਵੀ ਕਸਮਾਂ ਪਾ ਰਿਹਾ, ਤੁਸੀਂ ਵੀ ਪਾ ਰਹੇ ਹੋ, ਇਹਨਾਂ ਕਸਮਾਂ ਵਿੱਚ ਕਿਤੇ ਵੀ ਸੱਚਾਈ ਨਹੀਂ ਹੈ। ਹਾਂਜੀ, ਵਾਂਚਕਤਾ ਤੁਮ ਕਰਤ ਹੋ, ਰਾਜ ਤੇਜ ਹੋਏ ਘਾਤ। ਬਈ ਤੁਸੀਂ ਠੱਗੀ ਕਰ ਰਹੇ ਹੋ, ਝੂਠ ਬੋਲ ਰਹੇ ਹੋ, ਅਤੇ ਇਹਦਾ ਫਲ ਤੁਹਾਨੂੰ ਪਤਾ ਨਹੀਂ ਹੈ। ਜਿਹੜਾ ਬੰਦਾ ਠੱਗੀ ਕਰਦਾ ਹੈ, ਚੋਰੀ ਕਰਦਾ ਹੈ, ਝੂਠ ਬੋਲਦਾ ਹੈ, ਉਹਦਾ ਤਪ ਤੇਜ ਖਤਮ ਹੋ ਜਾਂਦਾ, ਉਹਦਾ ਰਾਜ ਵੀ ਖਤਮ ਹੋ ਜਾਂਦਾ। ਤੁਹਾਨੂੰ ਪਰਮੇਸ਼ਰ ਨੇ ਰਾਜ ਦਿੱਤਾ, ਕੋਈ ਬੰਦਗੀ ਤੁਹਾਡੇ ਬਜ਼ੁਰਗਾਂ ਨੇ ਕੀਤੀ ਹੋਣੀ ਹੈ, ਹੁਣ ਉਹ ਤੁਹਾਡਾ ਜਿਹੜਾ ਰਾਜ ਤੇਜ ਹੈ ਖਤਮ ਹੋਣ ਦਾ ਸਮਾਂ ਆ ਗਿਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਚਰਨ ਫੜ ਕੇ ਬਾਬਰ ਨੇ ਤਰਲਾ ਕੀਤਾ, ਮਹਾਰਾਜ ਮੈਨੂੰ ਹਿੰਦੁਸਤਾਨ ਦਾ ਰਾਜ ਦੇ ਦਿਓ। ਅਤੇ ਮਹਾਰਾਜ ਮੇਹਰਾਂ ਦੇ ਘਰ ਆਏ। 7 ਪੁਸਤਾਂ ਦਾ ਰਾਜ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੀਗਾ ਬਾਬਰ ਨੂੰ, ਮੁਗਲ ਬਾਦਸ਼ਾਹ ਨੂੰ। ਅਤੇ ਮਹਾਰਾਜ ਕਹਿੰਦੇ ਹੁਣ ਵਾਪਸ ਲੈਣ ਦਾ ਸਮਾਂ ਆ ਗਿਆ, ਤੁਹਾਡਾ ਇਸ ਝੂਠ ਨੇ ਹੀ ਬੇੜਾ ਗਰਕ ਕਰ ਦੇਣਾ ਹੈ, ਝੂਠ ਨੇ ਹੀ ਤੁਹਾਡਾ ਸੱਤਿਆਨਾਸ਼ ਕਰ ਦੇਣਾ। ਜਿਹੜੀਆਂ ਤੁਸੀਂ ਝੂਠੀਆਂ ਕਸਮਾਂ ਪਾ ਰਹੇ ਹੋ, ਇਹਦੇ ਨਾਲ ਤੁਹਾਡਾ ਰਾਜ ਤੇਜ ਖਤਮ ਹੋ ਜਾਏਗਾ। ਚੌਪਈ ਜਿਮ ਆਗੇ ਸਭ ਕੀਨਸ ਆਨ। ਅੱਗੇ ਵੀ ਤਾਂ ਤੁਸੀਂ ਕਸਮਾਂ ਪਾਈਆਂ ਸਨ। ਤੁਸੀਂ ਕਿਹਾ ਸੀ ਨਾ ਵੀ ਗੁਰੂ ਜੀ ਤੁਸੀਂ ਅਨੰਦਪੁਰ ਦਾ ਕਿਲ੍ਹਾ ਛੱਡੋਗੇ, ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏਗੀ, ਪਰ ਸਾਡਾ ਖਜ਼ਾਨਾ ਵੇਖ ਕੇ ਪੈ ਗਏ ਲੁੱਟਣੋਂ, ਅਤੇ ਤੁਸੀਂ ਆਪਣੀਆਂ ਕਸਮਾਂ ਭੁੱਲ ਗਏ ਸਾਰੀਆਂ। ਬਹੁਰ ਵਿਨਾਸ਼ਿਓ ਧਰਮ ਈਮਾਨ। ਅਤੇ ਫਿਰ ਤੁਹਾਡਾ ਧਰਮ ਈਮਾਨ ਵੀ ਗਿਆ। ਤੁਹਾਨੂੰ ਲਾਲਚ ਸੀ ਕਿ ਗੁਰੂ ਦਾ ਖਜ਼ਾਨਾ ਹੈ, ਖਜ਼ਾਨਾ ਸਮਝ ਕੇ ਸਾਡੀਆਂ ਗੰਢਾਂ ਪੋਟਲੀਆਂ ਤੁਸੀਂ ਠਾਕਰਾਂ ਦੇ ਥੱਲੇ ਜਾਂ ਭਗਵਾਨ ਦੀ ਮੂਰਤੀਆਂ ਦੇ ਥੱਲੇ ਲੁਕਾਈਆਂ ਜਾ ਜਾ ਕੇ,
ਤੇ ਜਦੋਂ ਖੋਲੀਆਂ ਤੇ ਤੁਹਾਨੂੰ ਸ਼ਰਮਿੰਦਿਆਂ ਹੋਣਾ ਪਿਆ, ਕਿਉਂਕਿ ਅਸੀਂ ਸਮਝਦੇ ਸੀਗੇ ਤੁਸੀਂ ਧੋਖੇਬਾਜ਼ ਹੋ। ਹਾਂਜੀ, ਨਿਜ ਤੇ ਪ੍ਰਤਕ ਬਣਾਏ ਲੁਟੇਰੇ। ਹੁਣ ਤੁਸੀਂ ਕਹਿੰਦੇ ਹੋ ਵੀ ਉਹ ਲੁਟੇਰੇ ਹੋਰ ਸਨ, ਤੁਹਾਡੇ ਤੋਂ ਵੱਖਰੇ ਸਨ। ਭਲੇ ਮਾਨਸੋ, ਤੁਹਾਡੀ ਫੌਜ, ਤੁਹਾਡੇ ਬੰਦੇ ਤੁਹਾਡੇ ਤੋਂ ਵੱਖਰੇ ਕਿਵੇਂ ਹੋ ਸਕਦੇ? ਸਿਪਾਹੀਆਂ ਦੀ ਇੰਨੀ ਕਿਵੇਂ ਜ਼ੁਰਤ ਪੈ ਗਈ ਵੀ ਬਾਦਸ਼ਾਹ ਦੇ ਜਾਂ ਰਾਜਿਆਂ ਮਹਾਰਾਜਿਆਂ ਦੇ ਹੁਕਮ ਤੋਂ ਬਿਨਾਂ, ਸਿਪਾਹ ਸਲਾਰਾਂ ਦੇ ਹੁਕਮ ਤੋਂ ਬਿਨਾਂ ਫੌਜੀ ਸਾਡਾ ਖਜ਼ਾਨਾ ਲੁੱਟ ਲੈਣ? ਹੁਣ ਤੁਸੀਂ ਸੱਚੇ ਹੋਣ ਦੇ ਮਾਰੇ ਕਹਿੰਦੇ ਹੋ ਵੀ ਉਹ ਲੁਟੇਰੇ ਤਾਂ ਸਾਡੀ ਫੌਜ ਦੇ ਵਿੱਚੋਂ ਕੁਝ ਬੰਦੇ ਹੀ ਸਨ, ਅਸੀਂ ਉਹਨਾਂ ਨੂੰ ਨੌਕਰੀਆਂ ਕੱਢ ਦਿੱਤਾ ਹੈ, ਅਸੀਂ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਨੇ। ਹੁਣ ਤੁਸੀਂ ਗੱਲਾਂ ਬਣਾ ਰਹੇ ਹੋ, ਇਹ ਸਿਰਫ ਤੇ ਸਿਰਫ ਬਹਾਨਾਬਾਜ਼ੀ ਹੈ ਤੁਹਾਡੀ। ਇਹਦੇ 'ਚ ਸਾਨੂੰ ਪਤਾ ਹੈ ਕਿ ਤੁਸੀਂ ਕੋਰਾ ਝੂਠ ਬੋਲ ਰਹੇ ਹੋ। ਨਰਕ ਸਹੇਰਿਓ ਕਸ਼ਟ ਵਡੇਰੇ। ਪਰ ਸੱਜਣੋ, ਇਹ ਤੁਸੀਂ ਆਪਣੇ ਨਰਕ ਦੇ ਬੂਹੇ ਆਪ ਖੋਲ ਰਹੇ ਹੋ। ਇਹ ਜਿਹੜਾ ਝੂਠ, ਕਪਟ, ਛਲ, ਬੇਈਮਾਨੀ, ਧੋਖਾ ਕਰ ਰਹੇ ਹੋ, ਇਹ ਤੁਹਾਡੇ ਨਰਕਾਂ ਦੇ ਬੂਹੇ ਆਪ ਖੁੱਲ੍ਹਦੇ ਜਾ ਰਹੇ ਨੇ। ਤੁਸੀਂ ਨਰਕਾਂ 'ਚ ਹੀ ਜਾਣਾ ਹੈ, ਨਰਕ ਸਹੇੜ ਲੈਣੇ ਆ ਤੁਸੀਂ। ਹਾਂਜੀ, ਇਮ ਹੀ ਰਾਜ ਤੇਜ ਤੁਮ ਹਾਰੋ। ਤੁਸੀਂ ਅੱਗੇ ਵੀ ਅੱਲਾਹ ਤਾਲਾ ਦੀ ਦਰਗਾਹ 'ਚ ਵੀ ਝੂਠੇ ਪੈਣਾ, ਤੇ ਇੱਥੇ ਵੀ ਤੁਹਾਡੇ ਪੱਲੇ ਜੁੱਤੀਆਂ ਹੀ ਪੈਣੀਆਂ ਨੇ। ਰਾਜ ਤੇਜ ਤੁਹਾਡਾ ਸਭ ਖਤਮ ਹੋ ਜਾਣਾ। ਜਗ ਤੇ ਸਫਾ ਉਠੈ ਇੱਕ ਬਾਰੋ। ਜਗਤ ਵਿੱਚੋਂ ਤੁਹਾਡੀ ਸਫਾ ਉੱਠ ਜਾਣੀ ਹੈ। ਉੱਠ ਗਈ ਸਫਾ ਮਲੇਸ਼ ਕੀ, ਕਰ ਕੂੜਾ ਪਾਸਾਰ, ਡੰਕਾ ਬਾਜੇ ਫਤਿਹ ਕਾ, ਗੁਰ ਨੇਕ ਲੰਕ ਅਵਤਾਰ। ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰ ਅਵਤਾਰ, ਜਗਮਗ ਜੋਤ ਬਰਾਜ ਰਹੀ ਸ੍ਰੀ ਅਬਚਲ ਨਗਰ ਮਜਾਰ। ਇਹ ਪੁਰਾਤਨ ਸਿੰਘ ਜਿਹੜੇ ਬੋਲਦੇ ਸਨ ਨਾ ਸਾਧ ਸੰਗਤ ਜੀ, ਹੁਣ ਤੇ ਆਪਾਂ ਸਾਰੀਆਂ ਉਹ ਪੁਰਾਤਨ ਚੀਜ਼ਾਂ ਛੱਡੀ ਜਾ ਰਹੇ ਹਾਂ। ਇਹ ਪੁਰਾਣੇ ਸਿੰਘ ਅਰਦਾਸ ਤੋਂ ਬਾਅਦ ਪੜ੍ਹਿਆ ਕਰਦੇ ਸੀ, ਡੰਕਾ ਬਾਜੇ ਫਤਿਹ ਕਾ ਤੇ ਉੱਠ ਗਈ ਸਫਾ ਮਲੇਸ਼ ਕੀ। ਇਹ ਦੋਹਰੇ ਪੜ੍ਹਦੇ ਸਨ। ਮਹਾਰਾਜ ਕਹਿੰਦੇ ਤੁਹਾਡੀ ਹੁਣ ਸਫਾ ਉੱਠ ਜਾਣੀ ਹੈ। ਹੁਣ ਤੁਹਾਡਾ ਰਾਜ ਤੇਜ, ਤਪ ਤੇਜ ਸਭ ਨਸ਼ਟ ਹੋ ਜਾਣਾ, ਬਰਬਾਦ ਹੋ ਜਾਣਾ ਹੈ। ਇਮ ਕਹਿ ਤੂਸ਼ਨ ਭੈ ਗੁਸਾਈ। ਇਹ ਤਾਂ ਕਹਿ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਪਿਤਾ ਜੀ ਗੁਪਤ ਹੋ ਗਏ, ਚੁੱਪ ਕਰਕੇ ਆਪਣੇ ਵੱਲੋਂ ਨਾ ਕਰ ਦਿੱਤੀ ਕਿ ਅਸੀਂ ਨਹੀਂ ਆਨੰਦਪੁਰ ਦਾ ਕਿਲ੍ਹਾ ਛੱਡਣਾ, ਕਿਸੇ ਵੀ ਕੀਮਤ ਤੇ ਨਹੀਂ ਛੱਡਣਾ। ਹਾਰੇ ਕਹਿ ਵਕੀਲ ਸਮਦਾਈ। ਜਿਹੜੇ ਵਕੀਲ ਬਾਦਸ਼ਾਹ ਵੱਲੋਂ ਆਏ ਸੀ ਉਹ ਕਹਿ ਕਹਿ ਕੇ ਹਾਰ ਗਏ। ਉਹਨਾਂ ਨੇ ਹਰ ਤਰੀਕੇ ਨਾਲ ਗੁਰੂ ਜੀ ਨੂੰ ਆਪਣੀਆਂ ਗੱਲਾਂ ਦੇ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ। ਮਹਾਰਾਜ ਦਸਵੇਂ ਪਾਤਸ਼ਾਹ ਉੱਤੇ ਪੂਰਾ ਦਬਾਅ ਪਾਇਆ, ਮਹਾਰਾਜ ਜੀ ਤੁਸੀਂ ਬੜੇ ਮਹਾਂਪੁਰਸ਼ ਹੋ, ਤੁਸੀਂ ਬੜੇ ਨੀਤੀਵਾਨ ਹੋ, ਤੁਸੀਂ ਬੜੇ ਚੰਗੇ ਹੋ, ਬਾਦਸ਼ਾਹ ਸਲਾਮਤ ਤੁਹਾਨੂੰ ਮਿਲਣਾ ਚਾਹੁੰਦਾ ਹੈ, ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਹੈ। ਬਾਦਸ਼ਾਹ ਜਨਾਬ ਹਜ਼ਰਤ ਜਹਾਂਗੀਰ ਆਲਮਗੀਰ ਔਰੰਗਜ਼ੇਬ, ਉਹ ਮਹਾਰਾਜ ਤੁਹਾਡਾ ਸੇਵਕ ਬਣਨਾ ਚਾਹੁੰਦਾ। ਇੱਦਾਂ ਦੀਆਂ ਬੜੀਆਂ ਗੱਲਾਂ ਕੀਤੀਆਂ ਵਕੀਲਾਂ ਨੇ, ਪਰ ਗੁਰੂ ਸਾਹਿਬ ਉਹਨਾਂ ਦੀ ਕਿਸੇ ਗੱਲ ਤੇ ਨਹੀਂ ਰੀਝੇ। ਆਪਣਾ ਜਵਾਬ ਕੋਰਾ ਹੀ ਸਤਿਗੁਰਾਂ ਨੇ ਦਿੱਤਾ। ਹਾਂਜੀ, ਸ੍ਰੀ ਗੁਜਰੀ ਡਿਗ ਸੁਧ ਤਬ ਗਈ। ਇਸ ਗੱਲ ਦਾ ਪਤਾ ਅੰਦਰ ਬੈਠੇ ਮਾਤਾ ਜੀ ਨੂੰ ਲੱਗ ਗਿਆ। ਮਾਤਾ ਗੁਜਰੀ ਜੀ ਨੂੰ ਇਹ ਖਬਰ ਮਿਲ ਗਈ ਕਿ ਸਾਹਿਬ ਕਲਗੀਧਰ ਜੀ ਨੇ ਵਕੀਲਾਂ ਨੂੰ ਫਿਰ ਜਵਾਬ ਦੇ ਦਿੱਤਾ। ਮਹਾਰਾਜ ਦਸਵੇਂ ਪਾਤਸ਼ਾਹ ਨਹੀਂ ਮੰਨਦੇ ਕਿਲ੍ਹਾ ਛੱਡਣ ਨੂੰ। ਦੂਤਨ ਕਹੀ ਸੋ ਅਨਬਨ ਭਈ। ਮਾਤਾ ਜੀ ਨੂੰ ਪਤਾ ਲੱਗਾ ਕਿ ਜਿਹੜੇ ਦੂਤ ਆਏ ਸਨ, ਵਕੀਲ ਆਏ ਸਨ, ਔਰੰਗਜ਼ੇਬ ਤੋਂ ਵੀ ਵਕੀਲ ਆਇਆ ਸੀ, ਉੱਥੋਂ ਔਰੰਗਾਬਾਦ ਵੱਲੋਂ ਤੇ ਅਹਿਮਦਨਗਰ ਵੱਲੋਂ, ਦੂਰ ਹੈ ਬਹੁਤ ਅਹਿਮਦਨਗਰ, ਔਰੰਗਾਬਾਦ ਹਜੂਰ ਸਾਹਿਬ ਦੇ ਨੇੜੇ ਹੈ। ਉੱਥੇ ਔਰੰਗਜ਼ੇਬ ਰਹਿੰਦਾ ਸੀ ਉਦੋਂ, ਦਿੱਲੀ ਨਹੀਂ ਸੀ ਰਹਿੰਦਾ। ਤੇ ਉੱਥੋਂ ਬਾਦਸ਼ਾਹ ਔਰੰਗਜ਼ੇਬ ਨੇ ਪਰਵਾਨੇ ਭੇਜੇ ਗੁਰੂ ਸਾਹਿਬ ਜੀ ਨੂੰ ਵੀ ਤੁਸੀਂ ਮਹਾਰਾਜ ਮੇਰੇ ਕੋਲ ਆਓ, ਕਿਲ੍ਹਾ ਖਾਲੀ ਕਰ ਦਿਓ, ਬਾਅਦ ਵਿੱਚ ਤੁਸੀਂ ਫਿਰ ਆਨੰਦਪੁਰ 'ਚ ਆ ਕੇ ਵਸ ਜਾਣਾ। ਪਰ ਗੁਰੂ ਜੀ ਨੇ ਉਹਨਾਂ ਵਕੀਲਾਂ ਨੂੰ ਜਵਾਬ ਦੇ ਦਿੱਤਾ ਹੈ, ਨਹਿ ਮਾਨਹਿ ਕਲਗੀਧਰ ਕਿਸ ਕੀ। ਕਲਗੀਧਰ ਜੀ ਕਿਸੇ ਦੀ ਗੱਲ ਮੰਨਦੇ ਹੀ ਨਹੀਂ, ਕਿਸੇ ਦੀ ਸੁਣਦੇ ਹੀ ਨਹੀਂ। ਹਰ ਬੰਦੇ ਨੂੰ ਇਹੀ ਜਵਾਬ ਦਿੰਦੇ ਵੀ ਅਸੀਂ ਨਹੀਂ ਜਾਣਾ ਆਨੰਦਪੁਰ ਛੱਡ ਕੇ। 300 ਬੋਲਹਿ ਬਾਣੀ ਰਿਸਕੀ। ਬਲਕਿ ਗੁਰੂ ਸਾਹਿਬ ਜੀ ਉਹਨਾਂ ਆਏ ਹੋਏ ਵਕੀਲਾਂ ਨੂੰ ਕੌੜਾ ਬੋਲੇ ਹਨ, ਗੁੱਸੇ ਨਾਲ ਬੋਲੇ ਹਨ।
ਉਹਨਾਂ ਦੀ ਚੰਗੀ ਝਾੜ ਝੰਬ ਕਰ ਦਿੱਤੀ 10ਵੇਂ ਪਾਤਸ਼ਾਹ ਜੀ ਨੇ। ਸੁਨ ਕੈ ਆਪਣੇ ਨਿਕਟ ਹਕਾਰੇ। ਮਾਤਾ ਜੀ ਨੂੰ ਪਤਾ ਲੱਗਾ ਵੀ ਵਕੀਲ ਤੇ ਚੱਲੇ ਨੇ ਵਾਪਸ। ਮਾਤਾ ਜੀ ਨੇ, ਮਾਤਾ ਗੁਜਰੀ ਜੀ ਨੇ ਆਪਣਾ ਸੇਵਾਦਾਰ ਭੇਜਿਆ, ਜਾਓ ਉਹਨਾਂ ਵਕੀਲਾਂ ਨੂੰ ਸਾਡੇ ਕੋਲ ਲੈ ਕੇ ਆਓ। ਮਾਤਾ ਜੀ ਨੇ ਉਹ ਵਕੀਲ ਜਿਹੜੇ ਦਿੱਲੀ ਤੋਂ ਆਏ ਸਨ, ਜਾਂ ਵਜ਼ੀਰ ਖਾਂ ਦੇ ਵਕੀਲ ਸਨ, ਜਾਂ ਸੂਬੇ ਸਰਹੰਦ, ਜਾਂ ਸੂਬੇ ਲਾਹੌਰ ਦੇ, ਜਾਂ ਭੀਮ ਚੰਦ ਦੇ ਪਰੋਤ ਪੰਮੇ ਵਰਗੇ, ਸਭ ਨੂੰ ਆਪਣੇ ਕੋਲ ਸੱਦ ਲਿਆ। ਸਗਲੇ ਮਾਤਾ ਭਾਸ ਪਧਾਰੇ। ਉਹ ਸਾਰੇ ਵਕੀਲ ਹਿੰਦੂ ਰਾਜਿਆਂ ਦੇ ਵੀ ਤੇ ਦਿੱਲੀ ਦੇ ਬਾਦਸ਼ਾਹ ਦੇ ਵਕੀਲ ਮਾਤਾ ਜੀ ਦੇ ਚਰਨਾਂ 'ਚ ਹਾਜ਼ਰ ਹੋਏ। ਕਹਿਬਤ ਸ਼ਾਹੋ ਗਰੇਸ਼ਨ ਕੇਰੀ। ਆ ਕੇ ਮਾਤਾ ਜੀ ਨੂੰ ਮੱਥਾ ਟੇਕ ਕੇ ਬੈਠ ਗਏ। ਹੱਥ ਜੋੜ ਕੇ ਉਹਨਾਂ ਵਕੀਲਾਂ ਨੇ ਜੋ ਗੱਲਾਂ ਬਾਦਸ਼ਾਹ ਨੇ ਦਿੱਲੀ ਤੋਂ, ਉੱਥੋਂ ਔਰੰਗਾਬਾਦ ਤੋਂ ਕਹਿ ਕੇ ਘੱਲੀਆਂ ਸਨ, ਜਾਂ ਜਿਹੜੀਆਂ ਗੱਲਾਂ ਭੀਮ ਚੰਦ ਰਾਜੇ ਨੇ ਕਹੀਆਂ ਸਨ, ਜਿਹੜੀਆਂ ਗੱਲਾਂ ਵਜ਼ੀਰ ਖਾਨ ਤੇ ਜ਼ਬਰਦਸਤ ਖਾਨ ਲਾਹੌਰ ਵਾਲੇ ਨੇ ਕਹੀਆਂ ਸਨ, ਉਹ ਸਾਰੀਆਂ ਗੱਲਾਂ ਮਾਤਾ ਜੀ ਦੇ ਚਰਨਾਂ ਵਿੱਚ ਅਰਜ਼ ਕਰ ਦਿੱਤੀਆਂ। ਸਰਬ ਵਕੀਲਨ ਭਾਖੀ ਫੇਰੀ। ਵਕੀਲ ਬੜੇ ਤਰੀਕੇ ਨਾਲ ਗੱਲ ਕਰਦੇ ਨੇ। ਗੱਲ ਕਰਨ ਦਾ ਹੀ ਤੇ ਉਹਨਾਂ ਨੂੰ ਪੈਸਾ ਮਿਲਦਾ। ਵਕੀਲਾਂ ਨੂੰ ਨੌਕਰੀ ਉਹਨਾਂ ਦੀ ਹੁੰਦੀ ਹੈ ਵੀ ਗੱਲ ਉਹਨਾਂ ਨੇ ਕਰਨੀ, ਬਣਾ ਕੇ ਕਰਨੀ ਹੈ। ਤਰੀਕੇ ਨਾਲ ਉਹਨਾਂ ਵਕੀਲਾਂ ਨੇ ਮਾਤਾ ਜੀ ਦੇ ਚਰਨਾਂ ਵਿੱਚ ਸਾਰੀ ਗੱਲਬਾਤ ਰੱਖੀ। ਬਹੁਤ ਸੋਹਣਾ ਢੰਗ ਨਾਲ ਮਾਤਾ ਜੀ ਨੂੰ ਸਮਝਾਉਣ ਦਾ ਯਤਨ ਕੀਤਾ। ਸੁਨੋ ਮਾਤ ਪ੍ਰਤੀਤ ਕਰੀਜੈ। ਦੇਖੋ ਮਾਤਾ ਜੀ, ਇਨਸਾਨ ਦਾ ਕੋਈ ਧਰਮ ਈਮਾਨ ਵੀ ਹੁੰਦਾ ਹੈ, ਤੇ ਉਹ ਆਪਣੇ ਧਰਮ ਈਮਾਨ ਦੀ ਜੇ ਕਸਮ ਖਾਵੇ ਤੇ ਉਹਦੇ ਤੇ ਭਰੋਸਾ ਵੀ ਕਰਨਾ ਚਾਹੀਦਾ। ਵਿਸ਼ਵਾਸ ਵੀ ਬੜੀ ਵੱਡੀ ਚੀਜ਼ ਹੈ ਮਾਤਾ ਜੀ। ਦੁਨੀਆ ਵਿਸ਼ਵਾਸ ਤੇ ਤੁਰਦੀ ਹੈ, ਵਿਸ਼ਵਾਸ ਨਾਲ ਜੀਂਦੀ ਹੈ, ਵਿਸ਼ਵਾਸ ਦੇ ਆਧਾਰ ਤੇ ਦੁਨੀਆ ਦਾ ਕੰਮਕਾਰ ਚੱਲਦਾ ਹੈ। ਸਭ ਕੀ ਕਹੀ ਸਾਚ ਲਖ ਲੀਜੈ। ਅਸੀਂ ਇੰਨੇ ਬੰਦੇ ਆਪਣੇ ਆਪਣੇ ਧਰਮ ਦੀਆਂ, ਈਮਾਨ ਦੀਆਂ ਕਸਮਾਂ ਖਾ ਰਹੇ ਹਾਂ, ਤੇ ਮਾਤਾ ਜੀ ਤੁਸੀਂ ਸਿਆਣੇ ਹੋ, ਤੁਸੀਂ ਸਾਡੀ ਗੱਲ ਨੂੰ ਸਮਝੋ। ਅਸੀਂ ਸੱਚੀਆਂ ਕਸਮਾਂ ਖਾ ਰਹੇ ਹਾਂ। ਅਸੀਂ ਐਵੇਂ ਆਪਣੇ ਰਸੂਲ ਮੁਹੰਮਦ ਸਾਹਿਬ ਦੀ ਕਸਮ ਜਾਂ ਕੁਰਾਨ ਪਾਕ ਦੀ ਕਸਮ ਨਹੀਂ ਝੂਠੀ ਖਾ ਸਕਦੇ। ਸਤਿਗੁਰ ਨਹਿ ਮਾਨੈ ਕਹਿ ਰਹੇ। ਅਸੀਂ ਸਾਰੇ ਆਪਣੀਆਂ ਆਪਣੀਆਂ ਕਸਮਾਂ ਪਾ ਕੇ ਹਾਰ ਗਏ ਹਾਂ। ਖੁਦ ਸ਼ਹਿਨਸ਼ਾਹ ਔਰੰਗਜ਼ੇਬ ਦੇ ਹੱਥ ਦਾ ਲਿਖਿਆ ਆਹ ਵੇਖੋ ਸਾਡੇ ਕੋਲ ਹੈ। ਬਾਦਸ਼ਾਹ ਨੇ ਵੀ ਕੁਰਾਨ ਦੀ ਕਸਮ ਖਾ ਕੇ ਕਿਹਾ ਕਿ ਗੁਰੂ ਜੀ ਅਨੰਦਪੁਰ ਦਾ ਕਿਲ੍ਹਾ ਛੱਡ ਕੇ ਜਿਹੜੇ ਪਾਸੇ ਜਾਣਾ ਚਾਹਣ ਇਹਨਾਂ ਨੂੰ ਨਹੀਂ ਰੋਕਿਆ ਜਾਏਗਾ। ਪਰ ਪਤਾ ਨਹੀਂ ਕੀ ਗੱਲ ਹੈ, ਸਤਿਗੁਰੂ ਜੀ ਸਾਡੀ ਬੇਨਤੀ ਨਹੀਂ ਮੰਨ ਰਹੇ। ਅਸੀਂ ਕਹਿ ਕਹਿ ਕੇ ਹਾਰ ਗਏ ਹਾਂ, ਥੱਕ ਗਏ ਹਾਂ। ਪ੍ਰਥਮ ਵਾਰਤਾ ਪਰ ਰਸ ਲਹੇ। ਇਹ ਪਹਿਲੀ ਗੱਲ ਦਾ ਗੁੱਸਾ ਕਰਦੇ ਨੇ। ਮਾਤਾ ਜੀ ਸਾਨੂੰ ਵੀ ਉਸ ਗੱਲ ਦੀ ਬੜੀ ਸ਼ਰਮ ਹੈ। ਕੁਝ ਆਪ ਹੁਦਰੇ ਬੰਦਿਆਂ ਨੇ ਮਾਤਾ ਜੀ ਗੁਰੂ ਦਾ ਖਜ਼ਾਨਾ ਸਮਝ ਕੇ ਉਹ ਗੱਡੇ ਲੁੱਟੇ ਸਨ, ਤੇ ਉਹਦਾ ਸਾਨੂੰ ਪਤਾ ਲੱਗਾ। ਅਸੀਂ ਉਹਨਾਂ ਬੰਦਿਆਂ ਨੂੰ ਨੌਕਰੀਆਂ ਵੀ ਕੱਢ ਦਿੱਤਾ। ਉਹਨਾਂ ਬੰਦਿਆਂ ਨੂੰ ਅਸੀਂ ਬਹੁਤ ਸਾਰੀ ਸਜ਼ਾ ਵੀ ਦਿੱਤੀ, ਉਹਨਾਂ ਨੂੰ ਜੁਰਮਾਨੇ ਕੀਤੇ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ। ਸਰਬ ਲੁਟੇਰੇ ਕੈਦ ਭਰੇ ਹੈ। ਦੇਖੋ ਚੱਲ ਕੇ ਦੇਖ ਲਓ ਮਾਤਾ ਜੀ, ਜਿੰਨੇ ਲੁਟੇਰੇ ਸੀਗੇ ਤੁਹਾਡਾ ਖਜ਼ਾਨਾ ਲੁੱਟਣ ਵਾਲੇ, ਉਹ ਕੈਦ 'ਚ ਪਾਏ ਹੋਏ ਨੇ। ਉਹਨਾਂ ਨੂੰ ਸਾਰਿਆਂ ਨੂੰ, ਕਿਸੇ ਨੂੰ ਸਜ਼ਾ ਹੋਈ ਹੈ, ਕਿਸੇ ਨੂੰ ਜੁਰਮਾਨਾ ਹੋਇਆ, ਉਹ ਨੌਕਰੀਓਂ ਕੱਢੇ ਗਏ ਨੇ। ਮਾਤਾ ਜੀ ਹੁਣ ਕਿਸੇ ਦੀ ਕਿਆ ਮਜਾਲ ਹੈ ਕਿ ਤੁਸੀਂ ਲੰਘਦੇ ਹੋਵੋਗੇ ਤੇ ਤੁਹਾਡਾ ਕੋਈ ਵਾਲ ਵੀ ਵਿੰਗਾ ਕਰ ਜਾਵੇ। ਹਾਂਜੀ, ਦੰਡ ਸਾਸਨਾ ਦੇਨ ਕਰੇ ਹੈ। ਬਾਦਸ਼ਾਹ ਦਾ ਹੁਕਮ ਹੈ ਉਹਨਾਂ ਲੋਕਾਂ ਨੂੰ ਸਖਤ ਤੋਂ ਸਖਤ ਦੰਡ ਦਿੱਤਾ ਜਾਣਾ, ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਹੈ। ਜਿਨ੍ਹਾਂ ਬੰਦਿਆਂ ਨੇ ਗੁਰੂ ਸਾਹਿਬ ਜੀ ਦੇ ਨਾਲ ਵਾਅਦਾ ਖਿਲਾਫੀ ਕੀਤੀ, ਸਾਨੂੰ ਸ਼ਰਮਿੰਦਿਆਂ ਕੀਤਾ। ਰਾਜੇ ਵੀ ਕਹਿੰਦੇ ਵੀ ਸਾਨੂੰ ਬੜੀ ਸ਼ਰਮ ਆ ਰਹੀ ਹੈ, ਬਹੁਤ ਮਾੜੀ ਗੱਲ ਹੋਈ, ਸਾਡੇ ਬੰਦਿਆਂ ਨੇ ਸਾਡਾ ਵਿਸ਼ਵਾਸ ਤੋੜ ਦਿੱਤਾ ਹੈ। ਗੁਰੂ ਸਾਹਿਬ ਦਾ ਵਿਸ਼ਵਾਸ ਸਾਡੇ ਤੇ ਬਣਨ ਲੱਗਾ ਸੀ, ਇਹਨਾਂ ਬੰਦਿਆਂ ਨੇ ਤੋੜ ਦਿੱਤਾ ਹੈ। ਹਾਂਜੀ, ਅਬ ਕਰ ਜੋਟ ਖਤਾ ਬਖਸ਼ਾਵੈ। ਹੁਣ ਤੇ ਹੱਥ ਜੋੜ ਕੇ ਬਾਦਸ਼ਾਹ ਵੀ ਮਾਫੀ ਮੰਗਦਾ ਇਸ ਗੱਲ ਦੀ। ਸੂਬਾ ਵਜ਼ੀਰ ਖਾਨ ਸਰਹੰਦ ਦਾ ਸੂਬੇਦਾਰ, ਸੂਬਾ ਜ਼ਬਰਦਸਤ ਖਾਨ ਲਾਹੌਰ ਦਾ ਸੂਬੇਦਾਰ,
ਤੇ ਭੀਮ ਚੰਦ 22 ਧਾਰ ਦੇ ਰਾਜੇ ਹੱਥ ਜੋੜ ਜੋੜ ਮਾਫੀਆਂ ਮੰਗਦੇ, ਗੁਰੂ ਜੀ ਮਾਫ ਕਰੋ, ਜਿਹੜੀ ਗੱਲ ਹੋ ਗਈ ਉਹਨੂੰ ਪਿੱਛੇ ਹੁਣ ਮਿੱਟੀ ਪਾਓ ਤੇ ਅੱਗੇ ਨੂੰ ਕੋਈ ਇਸ ਮਸਲੇ ਦਾ ਹੱਲ ਕੱਢੀਏ ਰਲ ਮਿਲ ਕੇ। ਤਉ ਨਹੀਂ ਮਨ ਮੈਂ ਕੁਛ ਲਿਆਵੈ। ਪਰ ਗੁਰੂ ਜੀ ਟਸ ਤੋਂ ਬਸ ਨਹੀਂ ਹੋ ਰਹੇ। ਸਾਡੀ ਗੱਲ ਸੁਣ, ਅਸੀਂ ਗਲਤੀਆਂ ਮੰਨ ਰਹੇ ਹਾਂ, ਮਾਫੀਆਂ ਮੰਗ ਰਹੇ ਹਾਂ, ਅਸੀਂ ਕੁਰਾਨ ਦੀਆਂ, ਗੀਤਾ ਦੀਆਂ, ਗਊ ਦੀਆਂ ਕਸਮਾਂ ਪਾ ਰਹੇ ਹਾਂ, ਪਰ ਮਹਾਰਾਜ ਕਹਿੰਦੇ ਅਸੀਂ ਮੰਨਣੀ ਕੋਈ ਨਹੀਂ। ਮਾਤਾ ਜੀ ਹੁਣ ਜਿਹੜੀ ਕੁਰਾਨ ਦੀ ਕਸਮ, ਗੀਤਾ ਦੀ ਕਸਮ ਕੋਈ ਪਾਉਂਦਾ ਹੈ, ਜੇ ਉਹ ਨਾ ਮੰਨੀਏ ਤਾਂ ਉਹ ਵੀ ਮਾੜੀ ਗੱਲ ਹੈ ਨਾ, ਕਿਉਂਕਿ ਜੇ ਕਸਮ ਪਾ ਕੇ ਕਹਿ ਦੇਵੇਗਾ ਕੋਈ ਬੰਦਾ ਤਾਂ ਉਹਨੂੰ ਮੰਨਣਾ ਵੀ ਪੈਂਦਾ। ਤੇ ਬਾਅਦ 'ਚ ਜਫਰਨਾਮੇ 'ਚ ਮਹਾਰਾਜ ਨੇ ਲਿਖਿਆ ਵੀ ਹੈ, ਮਹਾਰਾਜ ਕਹਿੰਦੇ ਔਰੰਗਜ਼ੇਬ, ਜਿਹੜਾ ਬੰਦਾ ਕਸਮ ਕੁਰਾਨ ਦੇ ਉੱਤੇ ਇਤਬਾਰ ਨਾ ਕਰੇ ਉਹ ਵੀ ਮਾੜਾ ਹੈ, ਤੇ ਜਿਹੜਾ ਕਸਮ ਕੁਰਾਨ 'ਤੇ ਇਤਬਾਰ ਕਰ ਲਵੇ ਤੇ ਤੇਰੇ ਵਰਗਾ ਉਹਦੇ ਨਾਲ ਦਗਾ ਕਰੇ ਤਾਂ ਖੁਦਾ ਪਰਮਾਤਮਾ ਅੱਲਾ ਉਸ ਬੰਦੇ ਦੀ ਮਦਦ ਕਰਦਾ ਜਿਹਨੇ ਕੁਰਾਨ 'ਤੇ ਵਿਸ਼ਵਾਸ ਕੀਤਾ ਸੀ। ਯਾਨੀ ਮੇਰੇ ਅਕਾਲ ਪੁਰਖ ਨੇ ਮੇਰੀ ਮਦਦ ਕੀਤੀ ਹੈ, ਨਹੀਂ ਤੇ ਤੂੰ ਮੈਨੂੰ ਮਾਰਨ ਵੱਲੋਂ ਕੋਈ ਕਸਰ ਨਹੀਂ ਛੱਡੀ ਸੀ। ਇਹ ਬਚਨ ਜਫਰਨਾਮੇ 'ਚ ਮਹਾਰਾਜ ਨੇ ਲਿਖੇ ਹੋਏ ਹੈ। ਹਾਂਜੀ, ਸੁਨ ਕਰ ਮਾਤਾ ਔਰ ਬਿਰਮਾਈ। ਜਦੋਂ ਇਹ ਵਕੀਲਾਂ ਨੇ ਲੱਛੇਦਾਰ ਗੱਲਾਂ ਬਣਾ ਕੇ ਕੀਤੀਆਂ, ਭੋਲੀ ਮਾਤਾ ਗੁਜਰੀ ਉਹਨਾਂ ਦੀਆਂ ਗੱਲਾਂ 'ਚ ਫਿਰ ਆ ਗਈ। ਹਾਂਜੀ, ਏਤੀ ਸਪਤ ਸਾਚ ਇਨ ਖਾਈ। ਮਾਤਾ ਕਹਿੰਦੀ ਇੰਨੀਆਂ ਕਸਮਾਂ ਇਹ ਝੂਠੀਆਂ ਤਾਂ ਨਹੀਂ ਖਾ ਸਕਦੇ। ਕੁਰਾਨ ਦੀ ਕਸਮ, ਗੀਤਾ ਦੀ ਕਸਮ ਔਰ ਆਪਣੇ ਆਪਣੇ ਧਰਮ ਈਮਾਨ ਦੀ ਕਸਮ ਸਾਰੇ ਖਾ ਰਹੇ ਨੇ। ਹੁਣ ਹਰ ਬੰਦੇ ਨੂੰ ਆਪਣਾ ਧਰਮ ਪਿਆਰਾ ਹੁੰਦਾ। ਮਾਤਾ ਤਾਂ ਆਪਣੇ ਦਿਲ ਵੱਲ ਦੇਖਦੀ ਹੈ। ਸਾਧ ਸੰਗਤ ਜੀ, ਧਰਮੀ ਬੰਦਿਆਂ ਦੀ ਇੱਕੋ ਹੀ ਪ੍ਰੋਬਲਮ ਰਹਿੰਦੀ ਹੈ, ਜਿਹੜੇ ਬੰਦੇ ਧਰਮੀ ਹੁੰਦੇ ਆ ਨਾ, ਉਹ ਹਿਰਦੇ ਦੇ ਸਰਲ ਹੁੰਦੇ ਆ। ਉਹਨਾਂ ਨੂੰ ਜਿਹੋ ਜਿਹਾ ਉਹਨਾਂ ਦਾ ਆਪਣਾ ਮਨ ਨਿਰਮਲ ਹੁੰਦਾ, ਉਹ ਦੂਜੇ ਦਾ ਮਨ ਵੀ ਉੱਦਾਂ ਦਾ ਨਿਰਮਲ ਸਮਝ ਲੈਂਦੇ ਆ, ਤੇ ਧੋਖੇਬਾਜ਼ ਬੰਦੇ ਉਹਨਾਂ ਨਾਲ ਧੋਖਾ ਕਰ ਜਾਂਦੇ। ਇਹ ਹੁੰਦਾ। ਮਾਤਾ ਸਾਧੂ ਸੁਭਾਅ ਸਨ। ਮਾਤਾ ਗੁਜਰੀ ਜੀ ਬੰਦਗੀ ਕਰਨ ਵਾਲੀ ਰੂਹ ਸਨ, ਨਿਰਮਲ ਆਤਮਾ ਸਨ, ਤੇ ਮਾਤਾ ਗੁਜਰੀ ਜੀ ਉਹਨਾਂ ਦੀਆਂ ਗੱਲਾਂ 'ਚ ਆ ਗਏ। ਮਾਤਾ ਜੀ ਸੋਚਦੇ ਹੈ ਇੰਨੀਆਂ ਕਸਮਾਂ ਭਲਾ ਇਹ ਤੁਰਕ ਕਿਵੇਂ ਖਾ ਲੈਣਗੇ? ਝੂਠੀਆਂ ਤਾਂ ਨਹੀਂ ਇੰਨੀਆਂ ਕਸਮਾਂ ਬੰਦਾ ਖਾ ਸਕਦਾ। ਹਾਂਜੀ, ਸਕਲ ਸਿੰਘ ਅਰ ਮਾਤਾ ਮਿਲੇ। ਜਿੱਥੇ ਮਾਤਾ ਜੀ ਬੈਠੇ ਸਨ ਉੱਥੇ ਵਕੀਲ ਥੱਲੇ ਦਰੀ ਦੇ ਉੱਤੇ ਗਲੀਚੇ ਤੇ ਬੈਠੇ ਸਨ, ਮਾਤਾ ਜੀ ਪਲੰਘ ਤੇ ਬੈਠੇ ਸਨ ਤੇ ਉਹਨਾਂ ਦੀ ਗੱਲ ਸੁਣ ਰਹੇ ਸਨ। ਸਿੰਘਾਂ ਨੂੰ ਪਤਾ ਲੱਗਾ, ਸਾਰੇ ਸਿੰਘ ਵੀ ਮਾਤਾ ਜੀ ਕੋਲ ਆ ਗਏ। ਜਿੰਨੇ ਵੀ ਫੌਜ ਸੀ ਨਾ, ਗੁਰੂ ਦੀ ਫੌਜ ਸੀ, ਗੁਰੂ ਦੇ ਸਿੰਘ ਸਨ, ਸਿਆਣੇ ਸਿਆਣੇ ਮੁਖੀਏ, ਸਾਰੇ ਸਿੰਘ ਮਾਤਾ ਜੀ ਦੇ ਕੋਲ ਆ ਕੇ ਬੈਠ ਗਏ। ਹਾਂਜੀ, ਨਿਕਸਨ ਪੁਰ ਤੇ ਮਾਨਿਓ ਭਲੇ। ਮਾਤਾ ਜੀ ਨੇ ਜਦੋਂ ਹਾਮੀ ਭਰੀ ਤੇ ਸਿੰਘ ਵੀ ਨਾਲ ਰਲ ਗਏ। ਉਸ ਵੇਲੇ ਸਾਧ ਸੰਗਤ ਜੀ ਸਾਰੇ ਹੀ ਸਿੰਘ ਰਲ ਗਏ। ਠੀਕ ਹੈ ਕਿ ਬਾਅਦ ਵਿੱਚ ਗੁਰੂ ਸਾਹਿਬ ਜੀ ਦੇ ਨਾਲ ਸਿੰਘਾਂ ਨੇ ਸਾਥ ਤਾਂ ਦਿੱਤਾ ਪੂਰਾ, ਪਰ ਉੱਥੋਂ ਨਿਕਲਣ ਨੂੰ ਇੱਕ ਕਲਗੀਧਰ ਪਾਤਸ਼ਾਹ ਤੋਂ ਬਿਨਾਂ ਸਾਰੇ ਹੀ ਰਾਜੀ ਸਨ। ਮਹਾਰਾਜ ਨੂੰ ਛੱਡ ਕੇ ਨਾ ਬਾਕੀ ਸਾਰੇ ਹੀ ਇਹ ਚਾਹੁੰਦੇ ਸੀ ਵੀ ਨਿਕਲ ਚੱਲੀਏ। ਭੁੱਖ ਨੇ ਸਾਰਿਆਂ ਦੀ ਜਾਨ ਮੁੱਠੀ 'ਚ ਕੀਤੀ ਹੋਈ ਸੀ। ਸਾਰੇ ਸਿੰਘ ਤੇ ਮਾਤਾ ਜੀ ਇਸ ਗੱਲ 'ਤੇ ਸਹਿਮਤ ਹੋ ਗਏ ਵੀ ਅਨੰਦਪੁਰ ਛੱਡਣਾ ਚਾਹੀਦਾ। ਹੁਣ ਸਾਨੂੰ ਅੜੀ ਨਹੀਂ ਕਰਨੀ ਚਾਹੀਦੀ, ਜਿੱਦ ਨਹੀਂ ਕਰਨੀ ਚਾਹੀਦੀ। ਹਾਂਜੀ, ਜਿਉਂ ਕਿਉਂ ਕਹਿ ਕਰ ਗੁਰੂ ਨੇ ਕਾਰੋ। ਆਪਸ ਵਿੱਚ ਮਾਤਾ ਜੀ ਅਤੇ ਸਿੰਘ ਸਲਾਹ ਕਰਦੇ। ਮਾਤਾ ਜੀ ਨੂੰ ਕਹਿੰਦੇ, ਮਾਤਾ ਜੀ ਤੁਸੀਂ ਕਹਿ ਕੇ ਵੇਖੋ ਗੁਰੂ ਜੀ ਨੂੰ, ਸਾਰੇ ਆਪਾਂ ਜਿਵੇਂ ਵੀ ਮਹਾਰਾਜ ਨੂੰ ਮਨਾਈਏ, ਮਹਾਰਾਜ 'ਤੇ ਜ਼ੋਰ ਪਾਈਏ ਕਿ ਅਨੰਦਪੁਰ ਦਾ ਕਿਲ੍ਹਾ ਮਹਾਰਾਜ ਛੱਡ ਦਿਓ। ਹਾਂਜੀ, ਤਬ ਮਿਟ ਹੈ ਇਹ ਜੰਗ ਅਖਾਰੋ। ਇਹ ਐਡਾ ਲੰਮਾ ਜੰਗ ਅਖਾੜਾ ਜਿਹੜਾ 7 ਮਹੀਨਿਆਂ ਤੋਂ ਚੱਲਿਆ ਆ ਰਿਹਾ, ਤਾਂ ਹੀ ਇਹ ਮਿਟੇਗਾ। ਇੰਨੀ ਲੰਮੀ ਲੜਾਈ ਤਾਂ ਖਤਮ ਹੋਵੇਗੀ ਜੇ ਗੁਰੂ ਸਾਹਿਬ ਅਨੰਦਪੁਰ ਦਾ ਕਿਲ੍ਹਾ ਛੱਡਣਗੇ। ਆਨ ਗੁਰੂ ਡਿਗ ਕਰਿਓ ਜਵਾਬ। ਇਹਨੇ ਨੂੰ ਮਾਤਾ ਜੀ ਉੱਠ ਕੇ ਨਾਲ ਸਾਰੇ ਮੁਖੀ ਸਿੰਘ ਸ੍ਰੀ ਕਲਗੀਧਰ ਮਹਾਰਾਜ ਜਿੱਥੇ ਬੈਠੇ ਸਨ ਉੱਥੇ ਆ ਗਏ। ਮਹਾਰਾਜ ਜੀ ਦੇ ਚਰਨਾਂ 'ਚ ਆ ਕੇ ਸਾਰਿਆਂ ਨੇ ਤੇ ਮਾਤਾ ਜੀ ਨੇ ਗੱਲ ਸ਼ੁਰੂ ਕੀਤੀ। ਮਹਾਰਾਜ ਅਬ ਤਜੋ ਸ਼ਿਤਾਬ। ਸਾਰੇ ਸਿੰਘ ਕਹਿੰਦੇ, ਮਹਾਰਾਜ ਜੀ ਬੇਨਤੀ ਹੈ, ਮਾਤਾ ਜੀ ਵੀ ਆਏ ਨੇ ਤੇ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਅਨੰਦਪੁਰ ਦਾ ਕਿਲ੍ਹਾ ਛੇਤੀ ਤੋਂ ਛੇਤੀ ਛੱਡਣਾ ਚਾਹੀਦਾ ਹੈ।
ਹੁਣੇ ਹੀ ਆਪਾਂ ਤਿਆਰੀ ਕਰੀਏ ਤੇ ਨਿਕਲ ਚੱਲੀਏ। क्षुधा कष्ट हम बहुत सहार्यो। ਮਹਾਰਾਜ ਭੁੱਖ ਦਾ ਕਸ਼ਟ ਅਸੀਂ ਸਹਿ ਬੈਠੇ ਹਾਂ ਇੰਨਾ ਜ਼ਿਆਦਾ। ਮਹਾਰਾਜ ਜੀ ਇੱਕ ਕਵੀ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦਾ ਰੱਜ ਗਏ ਆ ਭੁੱਖਿਆਂ ਰਹਿ ਰਹਿ ਕੇ, ਰੱਜ ਗਏ ਆ ਭੁੱਖਿਆਂ ਰਹਿ ਰਹਿ ਕੇ, ਯਾਨੀ ਭੁੱਖ ਨਾਲ ਰੱਜ ਗਏ ਆ, ਭੁੱਖ ਨੇ ਬਸ ਕਰਾ ਦਿੱਤੀ ਹੈ। ਹੁਣ ਭੁੱਖ ਨਾਲ ਤਾਂ ਕੋਈ ਰੱਜਦਾ ਨਹੀਂ ਨਾ, ਪਰ ਭੁੱਖ ਦੀ ਹੱਦ ਹੋ ਗਈ ਹੈ, ਰੱਜ ਗਏ ਆ ਭੁੱਖਿਆਂ ਰਹਿ ਰਹਿ ਕੇ। ਮਹਾਰਾਜ ਹੁਣ ਸਾਡਾ ਕੋਈ ਚਾਰਾ ਨਹੀਂ, ਸਾਥੋਂ ਭੁੱਖਿਆਂ ਤੋਂ ਖੰਡੇ ਨਹੀਂ ਵੱਜਦੇ, ਦਾਤਾ ਸਾਨੂੰ ਘਰ ਜਾਣ ਦੇ। ਹਾਂਜੀ होए लचार तुम भास उचारियो। ਮਹਾਰਾਜ ਹੋਰ ਸਭ ਕੁਝ ਸਹਿ ਸਕਦੇ ਹਾਂ, ਅਸੀਂ ਹਰ ਮੁਸੀਬਤ ਨਾਲ ਟੱਕਰ ਲੈ ਸਕਦੇ ਹਾਂ, ਅਸੀਂ ਤੁਹਾਡੇ ਸਿੰਘ ਹਾਂ, ਪਰ ਭੁੱਖ ਅੱਗੇ ਸਾਡਾ ਕੋਈ ਜ਼ੋਰ ਨਹੀਂ ਹੈ। ਹਾਂਜੀ निकसे चहे प्राण छुधियारे। ਹੁਣ ਤਾਂ ਮਹਾਰਾਜ ਜਾਨ ਲੱਭਾਂ ਤੇ ਆਈ ਪਈ ਹੈ, ਹੁਣ ਪ੍ਰਾਣ ਨਿਕਲਣਾ ਚਾਹੁੰਦੇ ਹੈ, ਉਡੀਕ ਰਹੇ ਆ ਪਤਾ ਨਹੀਂ ਅੱਜ ਮੌਤ ਆਵੇ ਕੱਲ੍ਹ ਆਵੇ। ਮਹਾਰਾਜ ਦੇਖੋ ਕਿੱਡੇ ਕਿੱਡੇ ਕੀਮਤੀ ਘੋੜੇ ਭੁੱਖ ਨਾ ਮਰ ਗਏ। ਪ੍ਰਸ਼ਾਦੀ ਹਾਥੀ ਸੀਗਾ, ਬਹੁਤ ਕੀਮਤੀ ਹਾਥੀ, ਸੰਸਾਰ ਦੇ ਵਿੱਚ ਉਹਦੇ ਨਾਲ ਦਾ ਹਾਥੀ ਕੋਈ ਨਹੀਂ ਸੀ। ਸਾਧ ਸੰਗਤ ਅਸਾਮ ਦੇ ਰਾਜੇ ਰਤਨ ਰਾਏ ਨੇ ਭੇਟਾ ਕੀਤਾ ਸੀ ਮਹਾਰਾਜ 10ਵੇਂ ਪਾਤਸ਼ਾਹ ਜੀ ਨੂੰ, ਜਿਹਦੇ ਸੁੰਡ ਤੋਂ ਲੈ ਕੇ ਮੱਥੇ ਤੱਕ ਚਿੱਟੀ ਧਾਰੀ ਸੀ, ਤੇ ਮੱਥੇ ਉੱਤੇ ਪ੍ਰਸ਼ਾਦੀ ਜਿੰਨਾ ਕੁ ਪ੍ਰਸ਼ਾਦਾ ਹੁੰਦਾ ਨਾ, ਰੋਟੀ ਹੁੰਦੀ, ਇੰਨਾ ਚਿੱਟਾ, ਤੇ ਪਿੱਛੇ ਉਹਦੀ ਰੀੜ੍ਹ ਦੀ ਹੱਡੀ ਤੱਕ, ਪੂਛ ਤੱਕ ਉਹਦੀ ਸਾਰੇ ਉਹ ਚਿੱਟੀ ਧਾਰੀ ਜਾਂਦੀ ਸੀ। ਇੰਨਾ ਸਿਆਣਾ ਹਾਥੀ ਸੀ, ਜਦੋਂ ਪਾਤਸ਼ਾਹ ਜੋੜਾ ਪਾਉਣ ਲੱਗਦੇ ਸੀ ਸੁੰਡ ਨਾਲ ਚੁੱਕ ਕੇ ਜੋੜਾ ਝਾੜਦਾ ਸੀਗਾ, ਮਹਾਰਾਜ ਜੀ ਦੇ ਚਰਨ ਧੁਆਉਂਦਾ ਸੀਗਾ ਸੁੰਡ ਦੇ ਵਿੱਚ ਜਲ ਪਾ ਕੇ। ਫਿਰ ਕਹਿੰਦੇ ਸਿਰ ਤੇ ਲੈ ਕੇ ਚੌਰ ਮਹਾਰਾਜ ਦਾ ਆਪਣੀ ਸੁੰਡ ਨਾਲ ਉਸ ਚੌਰ ਤੇ ਕਰਦਾ ਸੀ 10ਵੇਂ ਪਾਤਸ਼ਾਹ ਦੇ ਸੀਸ ਉੱਤੇ। ਮਹਾਰਾਜ ਤੀਰ ਚਲਾਉਂਦੇ ਸੀ, ਉਹ ਤੀਰ ਚੁੱਕ ਕੇ ਲਿਆਉਂਦਾ ਸੀਗਾ ਸੁੰਡ ਦੇ ਨਾਲ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਇਹੋ ਜਿਹਾ ਹਾਥੀ ਵੀ ਚੜ੍ਹਾਈ ਕਰ ਗਿਆ, ਭੁੱਖ ਨਾਲ ਮਰ ਗਿਆ। ਮਹਾਰਾਜ ਆਪ ਜੀ ਦੇ ਕਿੰਨੇ ਕਿੰਨੇ ਸੋਹਣੇ ਕੀਮਤੀ ਘੋੜੇ, ਦਲ ਬਿਡਾਰ, ਦਲ ਸ਼ਿੰਗਾਰ ਵਰਗੇ, ਜਿਨ੍ਹਾਂ ਦੀ ਕੀਮਤ ਬਾਦਸ਼ਾਹ ਵੀ ਨਹੀਂ ਤਾਰ ਸਕਦੇ। 1.25 ਲੱਖ ਰੁਪਈਆ ਉਸ ਜ਼ਮਾਨੇ ਉਹਨਾਂ ਘੋੜਿਆਂ ਦੀ ਕੀਮਤ ਸੀ, ਸਭ ਸ਼ਹੀਦੀਆਂ ਪਾ ਗਏ। ਮਹਾਰਾਜ ਸਿੰਘ ਕਿੰਨੇ ਭੁੱਖ ਨਾਲ ਮਰ ਗਏ, ਕਿੰਨੇ ਪਰਿਵਾਰ ਖਤਮ ਹੋ ਗਏ ਭੁੱਖ ਦੇ ਨਾਲ। ਮਹਾਰਾਜ ਹੁਣ ਤਾਂ ਜਿਹੜੇ ਰਹਿੰਦੇ ਖੁੰਦੇ ਉਹ ਵੀ ਮਰ ਜਾਣ ਵਾਲੇ ਨੇ, ਜਾਨ ਲੱਭਾਂ ਤੇ ਆਈ ਹੋਈ ਹੈ। ਭੁੱਖ ਨੇ ਸਭ ਦੇ ਕਰੰਗ ਕੱਢ ਕੇ ਰੱਖ ਦਿੱਤੇ ਹਨ। ਹਾਂਜੀ किम हम राखें तीरज तारे। ਮਹਾਰਾਜ ਅਸੀਂ ਲੋਹੇ ਨਾਲ ਲੋਹਾ ਖੜਕਾ ਸਕਦੇ ਹਾਂ, ਅਸੀਂ ਬਲਦੀ ਅੱਗ ਵਿੱਚ ਛਾਲਾਂ ਮਾਰ ਸਕਦੇ ਹਾਂ, ਅਸੀਂ ਮੌਤ ਨਾਲ ਲੜ ਸਕਦੇ ਹਾਂ, ਪਰ ਭੁੱਖ ਨਾਲ ਨਹੀਂ ਲੜ ਸਕਦੇ। ਭੁੱਖ ਦੇ ਅੱਗੇ ਸਭ ਦਾ ਹੌਸਲਾ ਟਹਿ ਜਾਂਦਾ ਹੈ। ਇਹ ਸਭ ਤੋਂ ਭਿਆਨਕ ਦੁੱਖ ਹੁੰਦਾ ਭੁੱਖ ਦਾ। ਹਾਂਜੀ इतने मह माता चल आई। ਇਤਨੇ ਨੂੰ ਮਾਤਾ ਗੁਜਰੀ ਜੀ ਵੀ ਆ ਗਏ। बैठ निकट सुत को समझाई। ਸਤਿ ਸ੍ਰੀ ਕਲਗੀਧਰ ਪਿਤਾ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਬੈਠ ਗਈ ਤੇ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੂੰ ਇਉਂ ਸਮਝਾਉਣ ਲੱਗੀ। क्यों अब चाहत सब को मारियो। ਕਹਿੰਦੀ ਹੈ ਕਿ ਲਾਲ ਜੀ ਆ ਕਿਉਂ ਆਪਣੇ ਸਾਰੇ ਪਰਿਵਾਰ ਨੂੰ ਤੇ ਆਪਣੇ ਸਿੰਘਾਂ ਨੂੰ ਮਾਰਨਾ ਚਾਹੁੰਦੇ ਹੋ? ਕਿਉਂ ਅਬ ਚਾਹਤ ਸਭ ਕੋ ਮਾਰਿਓ, ਕਿਉਂ ਮਾਰਨਾ ਚਾਹੁੰਦੇ ਹੋ? ਭੁੱਖ ਦੇ ਨਾਲ। सिखन तुमरा कहाँ बिगारियो। ਮਾਤਾ ਗੁੱਸੇ ਦੇ ਨਾਲ ਬੋਲੀ, ਕਹਿੰਦੀ ਇਹਨਾਂ ਸਿੱਖਾਂ ਨੇ ਤੇਰਾ ਵਿਗਾੜਿਆ ਕੀ ਹੈ? ਇਹਨਾਂ ਵਿਚਾਰਿਆਂ ਦਾ ਕਸੂਰ ਕੀ ਹੈ ਜਿਨ੍ਹਾਂ ਨੂੰ ਤੂੰ ਮਾਰਨ ਲੱਗਾ ਭੁੱਖ ਦੇ ਵਿੱਚ? ਇਹ ਦੱਸ ਇਹਨਾਂ ਨੇ ਤੇਰਾ ਕੀ ਵਿਗਾੜਿਆ ਹੈ ਲਾਲ ਜੀ? मरे हजारों लड़ लड़ आगे। ਤੇਰੇ ਵਾਸਤੇ ਇਹਨਾਂ ਨੇ ਜਾਨਾਂ ਵਾਰੀਆਂ ਮੇਰੇ ਲਾਲ, ਤੁਹਾਡੇ ਵਾਸਤੇ ਇਹਨਾਂ ਨੇ ਸੀਸ ਤਲੀ ਤੇ ਧਰ ਕੇ ਖੰਡੇ ਵਾਹੇ। ਇਹ ਇਹੋ ਜਿਹੇ ਸੂਰਮੇ ਹਨ ਜਿਹੜੇ ਧਰਤੀ ਦੇ ਉੱਤੇ ਕੀ ਇਹ ਰਾਜੇ ਇੰਦਰ ਦਾ ਆਸਣ ਵੀ ਖੋਹ ਕੇ ਲਿਆ ਦੇਣ, ਇੰਨੇ ਬਲੀ ਹਨ, ਪਰ ਅੱਜ ਇਹ ਬੇਵੱਸ ਹੋ ਗਏ ਹੈ। ਭੁੱਖ ਨੇ ਇਹਨਾਂ ਦਾ ਸਾਰਾ ਜ਼ੋਰ ਲਵਾ ਦਿੱਤਾ ਹੈ। ਇਹ ਮਹਾਬਲੀਆਂ ਸੂਰਬੀਰਾਂ ਨੂੰ ਕਿਉਂ ਮੌਤ ਦੇ ਮੂੰਹ 'ਚ ਪਾਉਣ ਲੱਗਾ ਹੈ? बचे अन बिन मर बे लागे। ਜਿਹੜੇ ਬਚੇ ਹੋਏ ਨੇ, ਥੋੜੇ ਜਿਹੇ ਰਹਿ ਗਏ ਨੇ, ਇਹਨਾਂ ਨੂੰ ਤੇ ਬਚਾ ਲਓ ਲਾਲ ਜੀ। ਇਹ ਅੰਨ ਤੋਂ ਬਿਨਾਂ ਮਰਨ ਲੱਗੇ ਨੇ, ਇਹ ਘੜੀ ਘੜੀ ਪਲ ਪਲ ਮਰਦੇ ਜਾ ਰਹੇ ਨੇ, ਇਹਨਾਂ ਦੇ ਪ੍ਰਾਣ ਨਿਖੁੱਟਦੇ ਜਾ ਰਹੇ ਨੇ, ਟੁੱਟਦੇ ਜਾ ਰਹੇ ਨੇ। ਲਾਲ ਜੀ ਇਹਨਾਂ ਦੀ ਜਾਨ ਬਚਾਓ,
ਇਹਨਾਂ ਨੂੰ ਅੰਨ ਤੋਂ ਬਿਨਾਂ ਨਾ ਮਰਨ ਦਿਓ, ਭੁੱਖਿਆਂ ਨਾ ਮਰਨ ਦਿਓ। ਹਾਂਜੀ, ਹੇਲਾ ਪਰੈ ਕਤਲ ਹੋਏ ਜੈ ਹੈ। ਇਦਾਂ ਹੀ ਬੈਠਿਆਂ ਜੇ 2-4 ਦਿਨ ਹੋਰ ਲੰਘ ਗਏ, ਇਹਨਾਂ ਦੇ ਸਰੀਰ 'ਚ ਉੱਠਣ ਤੇ ਖਲੋਣ ਦੀ ਤਾਕਤ ਨਾ ਰਹੀ, ਕਿਉਂਕਿ ਜਿਉਂ-ਜਿਉਂ ਬੰਦਾ ਰੋਟੀ ਤੋਂ ਬਿਨਾਂ ਟਾਈਮ ਲੰਘਦਾ ਜਾਂਦਾ ਤੇ ਉਹ ਸਰੀਰ ਕਮਜ਼ੋਰ ਹੁੰਦਾ ਜਾਂਦਾ। ਤੇ ਲੜਾਈ ਤਾਂ ਆਉਂਦੀ ਤਾਕਤ ਨਾਲ, ਬਲ ਨਾਲ। ਜੇ ਸਰੀਰ 'ਚ ਜਾਨ ਹੀ ਨਹੀਂ, ਲੜਾਈ ਕੀ ਕਰਨਗੇ? ਇਹ ਬੈਠੇ ਰਹਿਣਗੇ, ਦੁਸ਼ਮਣ ਹੱਲਾ ਕਰਕੇ ਬੈਠਿਆਂ ਨੂੰ ਕਤਲ ਕਰ ਦੇਗਾ, ਸਾਰੇ ਮਾਰੇ ਜਾਵਾਂਗੇ। ਕੋ ਲਾਖੋਂ ਲਸ਼ਕਰ ਅਟਕੈ ਹੈ। ਇੰਨੀ ਲੱਖਾਂ ਫੌਜ ਨੂੰ ਕੌਣ ਰੋਕੇਗਾ? ਲਾਲ ਜੀ, ਸਿੰਘ ਜੇ ਤਾਕਤ ਵਿੱਚ ਹੋਣ, ਪ੍ਰਸ਼ਾਦਾ ਪਾਣੀ ਛਕਿਆ ਹੋਵੇ ਤੇ ਫੇਰ ਤਾਂ ਸਿੰਘ ਜੂਝਦੇ, ਲੜਦੇ। ਤੇ ਜੇ ਸਿੰਘਾਂ ਦੇ ਸਰੀਰ 'ਚ ਜਾਨ ਹੀ ਕੋਈ ਨਹੀਂ, ਉਹਨਾਂ ਲੱਖਾਂ ਵੈਰੀਆਂ ਦੇ ਸਾਹਮਣੇ ਇਹ ਮੁੱਠੀ ਭਰ ਸਿੰਘ ਕਿਵੇਂ ਖੜਨਗੇ? ਭੁੱਖੇ ਭਾਣੇ ਕਿਵੇਂ ਲੜਨਗੇ? ਸ਼ਾਹੋ ਗਰੇਸ਼ਵਰ ਭਾਖਤ ਸਾਰੇ। ਮਹਾਰਾਜ ਬਾਦਸ਼ਾਹ ਵੀ ਕਹਿ ਰਿਹਾ ਹੈ ਕਿ ਤੁਸੀਂ ਅਨੰਦਪੁਰ ਦਾ ਕਿਲਾ ਖਾਲੀ ਕਰ ਦਿਓ, ਤੇ ਇੱਧਰੋਂ ਰਾਜੇ ਵੀ ਕਹਿ ਰਹੇ ਨੇ। ਸੂਬਾ ਵਜ਼ੀਰ ਖਾਨ ਸਰਹੰਦ ਦਾ ਸੂਬੇਦਾਰ ਵੀ ਲਿਖ ਕੇ ਦੇ ਰਿਹਾ ਹੈ। ਇਸ ਕਾਗਜ਼ ਦੇ ਉੱਤੇ ਜਿਹੜਾ ਅੱਜ ਆਇਆ ਹੈ, ਔਰੰਗਜ਼ੇਬ ਦੇ ਦਸਤਖਤ ਹਨ, ਉਹਦੇ ਆਪਣੇ ਹੱਥ ਦੀ ਲਿਖੀ ਚਿੱਠੀ ਹੈ। ਸਭ ਸੂਬਿਆਂ, ਰਾਜਿਆਂ, ਸਭ ਅਫਸਰਾਂ ਨੇ ਆਪ ਜੀ ਦੇ ਨਾਲ ਇਹ ਵਾਅਦਾ ਕੀਤਾ ਹੈ ਕਿ ਅਸੀਂ ਆਪਣੇ ਧਰਮ ਈਮਾਨ ਦੀ ਕਸਮ ਖਾ ਕੇ ਕਹਿੰਦੇ ਹਾਂ, ਤੁਸੀਂ ਅਨੰਦਪੁਰ ਦਾ ਕਿਲਾ ਛੱਡੋ, ਤੁਹਾਡਾ ਰਾਹ ਨਹੀਂ ਰੋਕਾਂਗੇ, ਜਿੱਧਰ ਜਾਣਾ ਤੁਸੀਂ ਜਾਓ, ਜਦੋਂ ਤੁਹਾਡਾ ਜੀ ਕਰੇ 2-4 ਮਹੀਨੇ ਬਾਅਦ ਵਾਪਸ ਅਨੰਦਪੁਰ ਆ ਜਾਓ। ਹੋਰ ਗੁਰੂ ਜੀ ਕੀ ਚਾਹੁੰਦੇ ਹੋ? ਲਾਲ ਜੀ ਕੀ ਚਾਹੁੰਦੇ ਹੋ? ਇੰਨਾ ਲਿਖ ਕੇ ਦੇਣ ਨੂੰ ਉਹ ਤਿਆਰ ਹਨ। ਕਿਮ ਇਹ ਕੂਰ ਬਣੈ ਧਰਮ ਹਾਰੇ। ਇੰਨੇ ਬੰਦੇ ਕਿੱਥੇ? ਔਰੰਗਜ਼ੇਬ, ਵਜ਼ੀਰ ਖਾਨ, ਜ਼ਬਰਦਸਤ ਖਾਨ, ਭੀਮ ਚੰਦ, 22 ਧਾਰ ਦੇ ਰਾਜੇ, ਸੂਬਾ ਕਸ਼ਮੀਰ, ਸੂਬਾ ਮੁਲਤਾਨ, ਸੂਬਾ ਪਿਸ਼ਾਵਰ, ਸਾਰੇ ਮੰਨ ਰਹੇ ਨੇ ਗੁਰੂ ਜੀ ਇੰਨੇ ਬੰਦੇ ਝੂਠੀਆਂ ਕਸਮਾਂ ਨਹੀਂ ਖਾ ਸਕਦੇ। ਇੰਨੇ ਬੰਦਿਆਂ ਦੀਆਂ ਕਸਮਾਂ, ਅਫਸਰਾਂ ਦੀਆਂ ਕਸਮਾਂ ਤੁਸੀਂ ਝੂਠੀਆਂ ਨਾ ਸਮਝੋ। ਹਾਂਜੀ, ਜੇ ਨਹਿ ਮਾਨੇ ਗਏ ਇਹ ਬਾਤ। ਜੇ ਇਹ ਗੱਲ ਨਹੀਂ ਮੰਨਣਗੇ ਤਜੈ ਸਾਥ ਤੁਮਰੋ ਹਾਂ, ਬਖਿਆ। ਜੇ ਤੁਸੀਂ ਇਹ ਗੱਲ ਸਾਡੀ ਨਾ ਮੰਨੀ, ਮਾਤਾ ਜੀ ਗੁੱਸੇ 'ਚ ਬੋਲ ਰਹੇ ਥੋੜੇ ਜਿਹੇ, ਗੁਰੂ 10ਵੇਂ ਪਾਤਸ਼ਾਹ ਜੀ ਮਹਾਰਾਜ ਨਾਲ ਮਾਤਾ ਜੀ ਥੋੜੇ ਕਰੜੇ ਹੋ ਕੇ ਬੋਲ ਰਹੇ ਹੈ। ਲਾਲ ਜੀ, ਜੇ ਤੁਸੀਂ ਨਾ ਗੱਲ ਸਿੰਘਾਂ ਦੀ ਮੰਨੀ, ਅੱਜ ਮੇਰੀ ਗੱਲ ਵੀ ਨਾ ਮੰਨੀ, ਤਾਂ ਇਹਨਾਂ ਸਾਰਿਆਂ ਨੇ ਤੇਰਾ ਸਾਥ ਛੱਡ ਦੇਣਾ। ਜੇ ਸਿੰਘ ਸਾਥ ਛੱਡ ਗਏ ਗੁਰੂ ਜੀ, ਫਿਰ ਤੁਸੀਂ ਇਕੱਲੇ ਕੀ ਕਰੋਗੇ? ਘਰ ਕੀ ਭੀ ਸਗਰੇ ਤਦ ਜਾਵੈ। ਇੱਥੋਂ ਤੱਕ ਵੀ ਤੇਰੇ ਘਰ ਵਾਲੇ ਵੀ, ਮੈਂ ਤੇਰੀ ਮਾਂ ਆ ਤੇਰੇ ਪੁੱਤਰ ਨੇ ਜੀਤ ਸਿੰਘ ਹੋਰੀ, ਜੁਝਾਰ ਸਿੰਘ ਹੋਰੀ, ਤੇਰੇ ਮਹਿਲ ਨੇ, ਤੇਰੇ ਘਰ ਵਾਲੇ ਵੀ ਤੇਰਾ ਸਾਥ ਛੱਡ ਦੇਣਗੇ। ਫਿਰ ਕੀ ਕਰੇਗਾ ਮੇਰੇ ਲਾਲ? ਸੋਚ ਵਿਚਾਰ। ਜਿਤ ਕਿਤ ਹੋਇਆ ਕਰ ਪ੍ਰਾਨ ਬਚਾਵੈ। ਮਹਾਰਾਜ ਜੀ, ਅਸੀਂ ਸਾਰੇ ਤੁਹਾਡਾ ਸਾਥ ਛੱਡ ਜਾਵਾਂਗੇ। ਜਿਤ ਕਿਤ ਹੋਇਆ ਕਰ ਪ੍ਰਾਨ ਬਚਾਵੇ। ਇਹ ਸਿੰਘਾਂ ਨੂੰ ਵੀ ਆਪਣੀ ਜਾਨ ਪਿਆਰੀ ਹੈ ਤੇ ਸਾਨੂੰ ਵੀ ਜਾਨ ਪਿਆਰੀ ਹੈ। ਲੜ ਕੇ ਮਰਨਾ ਕੁਝ ਹੋਰ ਗੱਲ ਹੁੰਦੀ ਹੈ। ਲੜਾਈ ਦੇ ਵਿੱਚ ਜਿਹੜਾ ਮਰਨਾ ਨਾ, ਉਹਦੇ ਵਿੱਚ ਕੋਈ ਬਹਾਦਰ ਯੋਧੇ ਜਿਹੜੇ ਨੇ ਸੋਚਦੇ ਆ ਵੀ ਜਾਂ ਮਰਾਂਗੇ ਜਾਂ ਮਾਰਾਂਗੇ। ਇੱਕ ਭੁੱਖਿਆ ਮਰਨਾ ਉਹ ਬੜਾ ਔਖਾ ਹੁੰਦਾ, ਆਣੇ ਆਈ ਮੌਤ ਮਰਨਾ ਹੁੰਦਾ। ਸਾਡੇ ਕੋਲ ਆਣੇ ਆਈ ਮੌਤ ਨਹੀਂ ਮਰਿਆ ਜਾਂਦਾ, ਲੜ ਕੇ ਮਰਨਾ ਠੀਕ ਹੈ। ਮਾਤਾ ਕਹਿੰਦੀ ਬਿਨਾਂ ਆਈ ਮੌਤ ਅਸੀਂ ਕਿਵੇਂ ਮਰੀਏ, ਅਸੀਂ ਤੇਰਾ ਸਾਥ ਛੱਡ ਜਾਵਾਂਗੇ। ਹਾਂਜੀ, ਪੁਨ ਏਕਲ ਰਹਿ ਕਰ ਹੋ ਕਹਾਂ। ਹੇ ਲਾਲ ਜੀ, ਫਿਰ ਇਕੱਲੇ ਰਹਿ ਕੇ ਕੀ ਕਰੋਗੇ? ਸਿੰਘ ਵੀ ਚਲੇ ਗਏ, ਮੈਂ ਵੀ ਚਲੀ ਗਈ, ਤੇਰੇ ਬੱਚੇ ਵੀ ਤੇਰਾ ਸਾਥ ਛੱਡ ਗਏ। ਅਨੰਦਪੁਰ ਦੇ ਕਿਲੇ ਵਿੱਚ ਇਕੱਲਾ ਬੈਠਾ ਕੀ ਕਰੇਗਾ? ਸਭ ਹਿਨ ਕੋ ਪ੍ਰਾਨਨ ਭਰਿਆ ਮਹਾ। ਕਿਉਂਕਿ ਜਾਨ ਸਭ ਨੂੰ ਪਿਆਰੀ ਹੈ, ਪ੍ਰਾਣ ਸਭ ਨੂੰ ਪਿਆਰੇ ਹਨ। ਸੁਨ ਸਿੰਘਨ ਤੇ ਅਰ ਬਚ ਮਾਤੈ। ਮਾਤਾ ਜੀ ਦੇ ਤੇ ਸਾਥੀ ਸਿੰਘਾਂ ਦੇ ਬਚਨ ਜਦੋਂ ਸੁਣੇ 10ਵੇਂ ਪਾਤਸ਼ਾਹ ਨੇ, ਰਿਸ ਕਰ ਕਹਿਤ ਭੈ ਵਿਖਿਆਤ ਹੈ। ਮਹਾਬਲੀ ਯੋਧੇ ਕਲਗੀਧਰ ਪਾਤਸ਼ਾਹ ਕਦੀ ਕਿਸੇ ਦੀ ਈਨ ਮੰਨਣ ਵਾਲੇ ਹੈ ਹੀ ਨਹੀਂ ਸਨ। ਵੀਰ ਰਸ ਵਿੱਚ ਆ ਕੇ, ਗੁੱਸੇ 'ਚ ਆ ਕੇ ਕਹਿਣ ਲੱਗੇ, ਜੋ ਅਬ ਨਿਕਸੈ ਬਚੈ ਸੁਨਾਈ। ਮਾਤਾ, ਜਿਹੜਾ ਹੁਣ ਨਿਕਲੇਗਾ ਨਾ ਬਾਹਰ ਕਿਲੇ ਤੋਂ, ਉਹ ਬਚੇਗਾ ਨਹੀਂ। ਜਿਹੜਾ ਹੁਣ ਕਿਲਾ ਛੱਡੇਗਾ ਨਾ ਇਹਨਾਂ ਦੇ ਆਖੇ ਲੱਗ ਕੇ, ਉਹਦੀ ਜਾਨ ਖਤਰੇ 'ਚ ਹੋਵੇਗੀ, ਮੇਰੀ ਜ਼ਿੰਮੇਵਾਰੀ ਨਹੀਂ ਹੋਵੇਗੀ। ਹਾਂਜੀ,
ਹਮਰੋ ਦੋਸ਼ ਲਖੋ ਨਹਿ ਕਾਈ। ਕੱਲ ਨੂੰ ਮੈਨੂੰ ਦੋਸ਼ ਨਾ ਦਿਆ ਜੇ। ਕੱਲ ਨੂੰ ਇਤਿਹਾਸ ਕਹੇਗਾ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਸੀ ਤੇ ਉਹਨੂੰ ਇੰਨਾ ਪਤਾ ਨਹੀਂ ਲੱਗਿਆ ਵੀ ਬਾਹਰ ਕੀ ਹੋ ਜਾਣਾ ਹੈ। ਕਿਉਂਕਿ ਜਿਹੜੇ ਲੋਕ ਸ਼ੰਕਾਵਾਦੀ ਹੁੰਦੇ ਨਾ, ਉਹ ਸਾਧ ਸੰਗਤ ਜੀ ਅਵਤਾਰਾਂ, ਗੁਰੂਆਂ, ਪੀਰਾਂ ਨੂੰ ਵੀ ਨਹੀਂ ਬਖਸ਼ਦੇ। ਸ਼ੰਕਾ ਕਰਨ ਵਾਲੇ ਨਾਸਤਕ ਬੰਦੇ ਦੀ ਕਿਹੜਾ ਜ਼ੁਬਾਨ ਫੜੀ ਜਾਂਦੀ ਹੈ। ਗੁਰੂ ਨਾਨਕ ਦੀ ਗੱਦੀ ਨੂੰ ਲੱਛਣ ਲੱਗੇਗਾ, ਲੋਕ ਕਹਿਣਗੇ ਹੈ ਸੀ ਗੁਰੂ ਨਾਨਕ ਦੀ ਗੱਦੀ ਦਾ ਮਾਲਕ, ਕਹਿੰਦੇ ਗੁਰੂ ਨਾਨਕ ਦੀ ਜੋਤ ਸੀ, ਸਿੱਖਾਂ ਨੂੰ ਦੱਸਿਆ ਨਹੀਂ ਵੀ ਤੁਹਾਡੇ ਨਾਲ ਆਹ ਭਾਣਾ ਵਰਤ ਜਾਣਾ। ਮਹਾਰਾਜ ਕਹਿੰਦੇ ਦੱਸ ਰਹੇ ਆ, ਮੇਰੀ ਜ਼ਿੰਮੇਵਾਰੀ ਨਾ ਲਾਇਆ ਜੇ, ਕੱਲ ਨੂੰ ਮੇਰੇ ਤੇ ਦੋਸ਼ ਨਾ ਮੜਿਆ ਜੇ। ਇਹ ਨਾ ਆਖਿਆ ਜੇ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਹੋ ਕੇ ਦੱਸ ਨਹੀਂ ਸਕਿਆ। ਹਾਂਜੀ, ਬਸ ਰਹਿ ਜਹ ਕਹਿ ਇਹੀ ਪ੍ਰਸੰਗ। ਜਿੱਥੇ ਕਿੱਥੇ ਮਾਤਾ ਜਦੋਂ ਬਾਹਰ ਨਿਕਲੇਗੀ ਨਾ ਕਿਲਾ ਛੱਡ ਕੇ, ਤੇ ਤੈਨੂੰ ਲਾਸ਼ਾਂ ਹੀ ਮਿਲਣਗੀਆਂ ਵੇਖਣ ਨੂੰ, ਤੇ ਦੁਨੀਆ 'ਚ ਇਹ ਪ੍ਰਸੰਗ, ਇਹ ਗੱਲ ਪਸਰ ਜਾਏਗੀ ਬਾਅਦ ਵਿੱਚ। ਫਤਿਹ ਗਏ ਸਗਰੇ ਵਿੱਚ ਜੰਗ। ਕਿ ਸਾਰੇ ਜੰਗ 'ਚ ਮਾਰੇ ਗਏ। ਇਹੀ ਕਹਿਣਗੇ ਲੋਕ ਕਿ ਸਾਰੇ ਮਾਰੇ ਗਏ, ਜੰਗ ਦੇ ਵਿੱਚ ਕੋਈ ਬਚਿਆ ਹੀ ਨਹੀਂ, ਸਾਰੇ ਮਾਰੇ ਗਏ। ਹਾਂਜੀ, ਸੁਨ ਕਰ ਬਿਸਮੈ ਬਹੁਰ ਵਿਚਾਰ ਹੈ। ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਆ, ਕਹਿੰਦੇ ਲੋਕ ਗੱਲਾਂ ਕਰਨਗੇ ਹੈਰਾਨ ਹੋ ਕੇ, ਅਸਮੰਜਸ ਕਿਉ ਭਈ ਉਚਾਰ ਹੈ। ਕਹਿਣਗੇ ਬੜੀ ਅਣਬਣ ਜੀ ਹੋ ਗਈ ਹੈ। ਗੁਰੂ ਨਾਨਕ ਦੀ ਗੱਦੀ ਦਾ ਮਾਲਕ ਹੋ ਕੇ ਗੁਰੂ ਗੋਬਿੰਦ ਸਿੰਘ ਆਪਣੇ ਬੰਦੇ ਬਚਾ ਨਹੀਂ ਸਕਿਆ। ਗੁਰੂ ਗੋਬਿੰਦ ਸਿੰਘ ਆਪਣੇ ਪਰਿਵਾਰ ਨੂੰ, ਆਪਣੇ ਸਿੰਘਾਂ ਨੂੰ ਮਰਵਾ ਬੈਠਾ। ਫਿਰ ਇਹ ਗੱਲਾਂ ਹੋਣੀਆਂ। ਮਾਰੇ ਕਹਿੰਦੇ 10ਵੇਂ ਪਾਤਸ਼ਾਹ ਹਰ ਪੱਖ ਨੂੰ ਵਿਚਾਰ ਰਹੇ ਆ, ਕਿਉਂਕਿ ਦੁਨੀਆ ਵਿੱਚ ਸਾਧ ਸੰਗਤ ਜੀ ਜਿੰਨੇ ਮੂੰਹ ਹੁੰਦੇ ਆ ਉਨੀਆਂ ਗੱਲਾਂ ਹੁੰਦੀਆਂ ਨੇ, ਜਿੰਨੇ ਮੂੰਹ ਨੇ ਉਨੀਆਂ ਗੱਲਾਂ ਹੁੰਦੀਆਂ ਨੇ। ਮਹਾਰਾਜ ਕਹਿੰਦੇ ਮਾਤਾ ਜੀ ਤੁਸੀਂ ਹੁਣ ਤਾਂ ਵੇਖ ਰਹੇ ਹੋ ਵੀ ਚਲੋ ਚਲੋ ਰਸਤਾ ਦੇ ਰਹੇ ਨੇ, ਰਸਤਾ ਕੋਈ ਨਹੀਂ ਦੇ ਰਹੇ, ਉਹ ਤਾਂ ਜਾਲ ਪਸਾਰ ਕੇ ਸਾਨੂੰ ਸ਼ਿਕਾਰ ਕਰਨ ਦੀ ਤਿਆਰੀ ਕਰ ਰਹੇ ਨੇ। ਉਹ ਤਾਂ ਸਾਡੇ ਸ਼ਿਕਾਰ ਦੀ ਤਿਆਰੀ, ਉਹ ਤਾਂ ਜਾਲ ਵਿਛਾਈ ਬੈਠੇ ਨੇ ਸਾਡੇ ਲਈ, ਸਾਨੂੰ ਮਾਰਨ ਲਈ ਬੰਦੋਬਸਤ ਕਰੀ ਬੈਠੇ ਨੇ। ਕਿਉਂ ਨਾ ਪਏ ਸਤਿਗੁਰ ਰਖਵਾਰੇ। ਕੱਲ ਨੂੰ ਲੋਕਾਂ ਨੇ ਕਹਿਣਾ ਗੁਰੂ ਸਾਹਿਬ ਆਪਣੇ ਸਿੱਖਾਂ ਦੇ ਰਾਖੇ ਨਹੀਂ ਬਣੇ, ਆਪਣੇ ਸਿੱਖਾਂ ਦੀ ਜਾਨ ਨਹੀਂ ਬਚਾ ਸਕੇ। ਜੇ ਸੰਗੀ ਸਦ ਰਹਿ ਬਿਹਾਰੇ। ਤੇ ਜਿਹੜੇ ਨਾਲ ਰਹਿੰਦੇ ਸੀ ਗੁਰੂ ਦੇ, ਗੁਰੂ ਨੇ ਉਹ ਵੀ ਮਰਵਾਤੇ। ਗੁਰੂ ਨੇ ਆਪਣਾ ਪਰਿਵਾਰ ਵੀ ਮਰਵਾਤਾ, ਆਪਣੇ ਸਾਥੀ ਮਰਵਾਤੇ। ਕੱਲ ਨੂੰ ਇਹ ਗੱਲਾਂ ਕਰੋਗੇ ਤੁਸੀਂ ਸੰਸਾਰ ਦੇ ਲੋਕ। ਜਾਂ ਤੇ ਲਿਖ ਲਿਖ ਸਕਲ ਵਿਦਾਵਾ। ਇਸ ਕਰਕੇ ਜਿਹਨੇ ਜਾਣਾ ਜਾਓ, ਪਰ ਇੱਥੇ ਲਿਖ ਕੇ ਜਾਓ, ਵਿਦਾਵਾ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਹਾਂਜੀ, ਚਲੇ ਜਾਹੋ ਜਿਤ ਜਹ ਮਨ ਭਾਵਾ। ਜਾਓ ਜਿਹੜਾ ਜੀ ਕਰਦਾ, ਜਿੱਧਰ ਮਰਜ਼ੀ ਜਾਓ। ਫਿਰ ਮੇਰੀ ਜ਼ਿੰਮੇਵਾਰੀ ਖਤਮ ਹੋ ਜਾਏਗੀ ਨਾ। ਮੇਰੀ ਜ਼ਿੰਮੇਵਾਰੀ ਉਹਨਾਂ ਚਿਰ ਜਿੰਨਾ ਚਿਰ ਤੁਸੀਂ ਮੇਰੇ ਸਿੱਖ ਹੋ, ਤੇ ਜਦੋਂ ਤੁਸੀਂ ਸਿੱਖੀ ਛੱਡ ਕੇ ਫਿਰ ਮੇਰੀ ਜ਼ਿੰਮੇਵਾਰੀ ਨਹੀਂ। ਹਾਂਜੀ, ਜੇ ਹੋਵੋ ਹਮਰੇ ਅਨਸਾਰੀ। ਤੇ ਜੇ ਸਾਡੀ ਆਗਿਆ ਮੰਨਣੀ ਹੈ, ਗੁਰੂ ਦਾ ਵਚਨ ਮੰਨਣਾ ਹੈ, ਗੁਰੂ ਦੇ ਅਨੁਸਾਰ ਹੀ ਹੋਣਾ ਹੈ, ਤਉ ਚਿਤ ਚਾਹਾ ਕਰੇ ਰਖਵਾਰੀ। ਤਾਂ ਫਿਰ ਅਸੀਂ ਤੁਹਾਡੀ ਰਾਖੀ ਕਰਨ ਲਈ ਬੈਠੇ ਹੋਏ ਹਾਂ, ਕਰਾਂਗੇ ਰਾਖੀ ਤੁਹਾਡੀ। ਤੁਹਾਨੂੰ ਅਸੀਂ ਕਹਿ ਰਹੇ ਹਾਂ ਥੋੜ੍ਹੇ ਦਿਨ ਕੱਢ ਲਓ। ਬਸ ਐਵੇਂ 10-20 ਦਿਨਾਂ ਦੀ ਗੱਲ ਬਾਕੀ ਰਹਿ ਗਈ ਹੈ। 20 ਦਿਨ ਅੱਗੇ ਚੱਲ ਕੇ ਬਚਨ ਆਉਂਦਾ। ਮਹਾਰਾਜ ਕਹਿੰਦੇ 20 ਦਿਨ ਰੁਕ ਜਾਓ। ਹਾਂਜੀ, ਖੜਗ ਕੇਤ ਪ੍ਰਭ ਬਣੈ ਸਹਾਏ। ਉਹ ਖੜਗ ਕੇਤ ਵਾਹਿਗੁਰੂ ਸਹਾਇਤਾ ਕਰੇਗਾ। ਉਹ ਸਾਡੇ ਸਿਰ ਤੇ ਸ੍ਰੀ ਅਸਤੋ ਜਪ ਹੈ ਦਿਆਲਾ, ਉਹ ਸਾਡੇ ਸਿਰ ਤੇ ਦਇਆ ਕਰੇਗਾ, ਮਿਹਰ ਕਰੇਗਾ। ਰਿਪ ਤੇ ਦੇ ਕਰ ਹਾਥ ਬਚਾਏ। ਉਹ ਵਾਹਿਗੁਰੂ ਹੱਥ ਦੇ ਕੇ ਨਾ ਵੈਰੀਆਂ ਤੋਂ ਸਾਨੂੰ ਬਚਾਏਗਾ। ਦੋਨੋਂ ਬਾਤਨ ਮਹਿ ਜਿਮ ਭਾਵੈ। ਹੁਣ ਤੁਹਾਡੀ ਮਰਜ਼ੀ ਮਾਤਾ ਜੀ, ਸਿੰਘੋ ਤੁਹਾਡੀ ਮਰਜ਼ੀ ਹੈ। ਦੋਵਾਂ ਗੱਲਾਂ 'ਚੋਂ ਜਿਹੜੀ ਚੰਗੀ ਲੱਗਦੀ ਕਰ ਲਓ। ਜੇ ਤਾਂ ਸਾਡਾ ਬਚਨ ਮੰਨਣਾ ਤਾਂ ਟਿਕੇ ਰਹੋ, ਤੇ ਜੇ ਜਾਨ ਬਹੁਤੀ ਪਿਆਰੀ ਕਰਕੇ ਜਾਣਾ ਤੇ ਜਾਨ ਬਚਣੀ ਕੋਈ ਨਹੀਂ, ਜਾਨ ਬਚਣੀ ਕੋਈ ਨਹੀਂ। ਪਰ ਸਾਡੀ ਜ਼ਿੰਮੇਵਾਰੀ ਤੋਂ ਸਾਨੂੰ ਫਾਰਗ ਕਰ ਜਾਓ, ਇੱਕ ਵਾਰੀ ਲਿਖ ਕੇ ਦੇ ਜਾਓ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਸੋ ਕਰ ਚਲੋ ਨਾ ਕੋ ਅਟਕਾਵੈ। ਲਿਖ ਕੇ ਚਲੇ ਜਾਓ, ਕੋਈ ਨਹੀਂ ਰੋਕਦਾ ਫਿਰ ਤੁਹਾਨੂੰ। ਹਾਂਜੀ, ਮਾਤਾ ਕੀ ਰਿਸ ਲਖ ਕਰ ਸਹੀ। ਮਾਤਾ ਦਾ ਗੁੱਸਾ ਵੇਖ ਕੇ 10ਵੇਂ ਪਾਤਸ਼ਾਹ ਨੇ ਇਹ ਬਚਨ ਕਹੇ ਸਨ। ਬਿਨ ਸਨੇਹ ਬਾਣੀ ਗੁਰ ਕਹੀ। ਮਹਾਰਾਜ ਨੇ ਵੀ ਕੌੜੇ ਹੀ ਬਚਨ ਕਹੇ।
ਮਾਤਾ ਵੀ ਥੋੜੀ ਗੁੱਸੇ ਨਾਲ ਬੋਲੀ ਸੀ ਨਾ, ਤੇ ਮਹਾਰਾਜ ਵੀ ਉਸੇ ਤਰ੍ਹਾਂ ਹੀ ਮੋਹ ਤੋਂ ਰਹਿਤ ਹੋ ਗਏ, ਬਿਨ ਸਨੇ ਬਿਨਾਂ ਮੋਹ ਵਾਲੇ ਬਚਨ ਕੀਤੇ, ਨਿਰਮੋਹ ਹੋ ਕੇ ਕਹੇ। ਮਹਾਰਾਜ ਕਹਿੰਦੇ ਜਾਓ, ਫਿਰ ਮਰਜ਼ੀ ਹੈ ਤੁਹਾਡੀ। ਹਾਂਜੀ। ਪਈ ਕਸ਼ਟ ਤੇ ਬਹਿਬਲ ਮਾਈ। ਆਹਾ, ਅੱਜ ਮਾਂ ਦਾ ਦਿਲ ਬੜਾ ਦੁਖਿਆ। ਮਾਤਾ ਗੁਜਰੀ ਦੀਆਂ ਅੱਖਾਂ ਭਰ ਆਈਆਂ, ਕਸ਼ਟ ਨਾਲ ਵਿਆਕੁਲ ਹੋ ਗਈ। ਇਹ ਕੀ ਕਹਿ ਦਿੱਤਾ ਗੁਰੂ ਸਾਹਿਬ ਜੀ ਨੇ? ਕਿਹੋ ਜਿਹਾ ਸਮਾਂ ਆ ਗਿਆ ਕਿ ਅੱਜ ਗੁਰੂ ਆਪਣੇ ਸਿੱਖਾਂ ਨੂੰ ਇਹ ਕਹਿ ਰਿਹਾ ਹੈ ਕਿ ਵਿਦਾਵਾ ਲਿਖ ਕੇ ਚਲੇ ਜਾਓ। ਤੇ ਬੜਾ ਔਖਾ ਸਾਧ ਸੰਗਤ ਜੀ, ਇਹ ਧਰਮ ਸੰਕਟ ਹੈ। ਇਹ ਇਮਤਿਹਾਨ ਕੋਈ ਆਮ ਸਧਾਰਨ ਜੀ ਗੱਲ ਨਹੀਂ ਹੈ। ਉਸ ਵੇਲੇ ਜਿਹੜੇ ਉੱਥੇ ਸਨ ਉਹ ਹੀ ਜਾਣਦੇ ਵੀ ਦਿਲਾਂ 'ਤੇ ਕੀ ਕੀ ਬੀਤੀ ਹੋਣੀ ਹੈ ਉਸ ਵੇਲੇ। ਤੇ ਮਹਾਰਾਜ ਦਾ ਵੀ ਦਿਲ ਕਿੰਨਾ ਦੁਖਿਆ ਹੋਣਾ ਜਦੋਂ ਉਹਨਾਂ ਨੇ ਗੱਲ ਕਹੀ ਹੋਣੀ ਹੈ। ਪਰ ਇਹ ਬੜੀ ਕੁਦਰਤ ਦੀ ਖੇਡ ਨਿਆਰੀ ਹੈ। ਪ੍ਰਭੂ ਦੀ ਮਾਇਆ, ਪਰਮੇਸ਼ਰ ਦੀ ਲੀਲਾ ਬੇਅੰਤ ਬੇਅੰਤ ਅਸਚਰਜ ਖੇਡ ਹੈ। ਹਾਂਜੀ। ਕਹਾਂ ਕਰੈ ਕੁਛ ਕਹੀ ਨਾ ਜਾਈ। ਇਹ ਮਹਾਰਾਜ ਹੈ ਮੇਰੇ ਵਾਹਿਗੁਰੂ, ਤੂੰ ਕੀ ਕਰਦਾ ਹੈ? ਤੇਰੀ ਕਈ ਗੱਲ ਕੋਈ ਕਹਿ ਨਹੀਂ ਸਕਦਾ, ਤੇਰੀ ਕੀਤੀ ਹੋਈ ਤੇਰੀ ਲੀਲਾ ਦਾ ਕੋਈ ਅੰਤ ਨਹੀਂ ਪਾ ਸਕਦਾ। ਮੇਰੇ ਪ੍ਰਭੂ ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਹਾਂਜੀ। ਸੁਤ ਪਿਆਰਿਓ ਕਿਮ ਤਿਆਗਨ ਕਰੈ। ਇੱਕੋ ਇੱਕ ਮੇਰਾ ਲਾਲ ਹੈ ਜਿਸ ਨੂੰ ਮੈਂ ਕਦੀ ਆਪਣੀਆਂ ਅੱਖਾਂ ਤੋਂ ਓਹਲੇ ਨਹੀਂ ਹੋਣ ਦਿੱਤਾ। ਮਾਤਾ ਗੁਜਰੀ ਕਹਿੰਦੀ ਮੈਂ ਆਪਣੇ ਇਸ ਪੁੱਤਰ ਨੂੰ ਕਿਵੇਂ ਛੱਡ ਕੇ ਜਾਵਾਂ, ਕਿਵੇਂ ਛੱਡ ਕੇ ਜਾਵਾਂ। ਉਹ ਤਾਂ ਉਂਝ ਹੀ ਕਹਿੰਦੀ ਸੀ ਨਾ ਮੈਂ ਚਲੀ ਜਾਵਾਂਗੀ, ਉਹ ਥੋੜ੍ਹਾ ਕਹਿੰਦੀ ਸੀ ਵੀ ਮੈਂ ਸੱਚੀ ਮੁੱਚੀ ਚਲੀ ਜਾਵਾਂਗੀ ਤੈਨੂੰ ਛੱਡ ਕੇ। ਉਹਦਾ ਮਾਤਾ ਇਹ ਕਹਿੰਦੀ ਸੀ ਵੀ ਇਹ ਮੰਨ ਜਾਵੇ ਤੇ ਆਪਾਂ ਨਿਕਲ ਚੱਲੀਏ। ਮਾਤਾ ਆਪਣੇ ਵੱਲੋਂ ਸੱਚੀ ਸੀ ਵਿਚਾਰੀ। ਸਿੰਘਾਂ ਦੀ ਹਾਲਤ ਭੁੱਖ ਨਾਲ ਵਿਆਕਲ ਹੋਇਆਂ ਦੀ ਵੇਖੀ ਨਹੀਂ ਸੀ ਜਾ ਰਹੀ। ਤੇ ਕਲਗੀਧਰ ਪਾਤਸ਼ਾਹ ਆਉਣ ਵਾਲਾ ਸਮਾਂ ਜਾਣਦੇ ਸਨ ਕਿ ਇਹੋ ਜਿਹਾ ਭਾਣਾ ਵਰਤ ਜਾਣਾ। ਤੇ ਮਾਤਾ ਨੇ ਫਿਰ ਕੱਲ੍ਹ ਲੋਕਾਂ ਨੇ ਕਹਿਣਾ ਗੁਰੂ ਨੇ ਦੱਸਿਆ ਕੋਈ ਨਹੀਂ ਸੀ। ਉਹ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਸਨ। ਤੇ ਮਾਤਾ ਜੀ ਬੇਬਲ ਹੋ ਗਏ, ਹੁਣ ਮੈਂ ਕਿਵੇਂ ਛੱਡ ਕੇ ਜਾਵਾਂ ਆਪਣੇ ਲਾਲ ਨੂੰ। ਨਹਿ ਤਿਆਗੇ ਜਾਨਹਿ ਹਮ ਮਰੈ। ਨਹਿ ਤਿਆਗਾ, ਇਹ ਤੇ ਗੁਰੂ ਸਾਹਿਬ ਜੀ ਕਿਲਾ ਨਹੀਂ ਛੱਡਣਗੇ। ਮਾਤਾ ਨੂੰ ਇਹ ਪਤਾ ਲੱਗ ਗਿਆ ਵੀ ਹੁਣ ਜੇ ਅਸੀਂ ਇੱਥੇ ਰਹਿੰਦੇ ਹਾਂ ਤਾਂ ਵੀ ਮਰਦੇ ਹਾਂ, ਤੇ ਗੁਰੂ ਸਾਹਿਬ ਕਹਿੰਦੇ ਜੇ ਬਾਹਰ ਜਾਓਗੇ ਤਾਂ ਮਰੋਗੇ। ਹਾਂਜੀ। ਤਿਮ ਹੀ ਦੁਬਦਾ ਸਿੰਘਨ ਵਿਆਪੀ। ਸਿੰਘਾਂ ਨੂੰ ਵੀ ਦੁਬਦਾ ਪੈ ਗਈ। ਸਿੰਘ ਵੀ ਵਿਚਾਰੇ ਸੋਚਾਂ 'ਚ ਪੈ ਗਏ, ਮਾਤਾ ਵੀ ਪੈ ਗਈ, ਸਿੰਘ ਵੀ ਬੜੀ ਦੁਬਦਾ 'ਚ ਪੈ ਗਏ। ਹੁਣ ਕੀ ਕਰੀਏ? ਇੱਕ ਪਾਸੇ ਭੁੱਖ ਨੇ ਜਾਨ ਕੱਢੀ ਹੋਈ ਹੈ, ਦੂਜੇ ਪਾਸੇ ਬਾਹਰ ਦੁਸ਼ਮਣ ਬੈਠਾ ਹੋਇਆ। ਤੇ ਗੁਰੂ ਸਾਹਿਬ ਕਹਿੰਦੇ ਜਾਣਾ ਨਹੀਂ, ਜਿਹਨੇ ਜਾਣਾ ਉਹ ਲਿਖ ਕੇ ਜਾਓ ਵੀ ਤੂੰ ਸਾਡਾ ਗੁਰੂ ਨਹੀਂ ਸੀ, ਤੇਰੇ ਸਿੱਖ ਨਹੀਂ। ਇਸ ਤਰ੍ਹਾਂ ਸਾਧ ਸੰਗਤ ਜੀ ਸ੍ਰੀ ਅਨੰਦਪੁਰ ਸਾਹਿਬ ਦੇ ਹਲਚਲ ਮਚ ਗਈ। ਪ੍ਰਣ ਥੋ ਗੁਰ ਤਜ ਹੈ ਨਾ ਕਦਾਪੀ। ਸਿੰਘ ਕਹਿੰਦੇ ਹੈ ਅਸੀਂ ਪਰਣ ਕੀਤੇ ਸੀਗੇ, ਅੰਮ੍ਰਿਤ ਛਕਣ ਵੇਲੇ ਅਸੀਂ ਕਿਹਾ ਸੀ ਕਿ ਅਸੀਂ ਕਲਗੀਧਰ ਨੂੰ ਕਦੀ ਵੀ ਨਹੀਂ ਛੱਡਾਂਗੇ। ਕਿਸੇ ਵੀ ਪ੍ਰਸਥਿਤੀ ਵਿੱਚ ਅਸੀਂ ਗੁਰੂ ਦਾ ਸਾਥ ਨਹੀਂ ਛੱਡਾਂਗੇ। ਕੁਝ ਵੀ ਹੋ ਜਾਏ ਅਸੀਂ ਗੁਰੂ ਦੇ ਵਾਸਤੇ ਆਪਣੀਆਂ ਜਾਨਾਂ ਵਾਰਾਂਗੇ। ਇਹ ਪਰਣ ਕੀਤਾ ਸੀ ਅੰਮ੍ਰਿਤ ਛਕਣ ਵੇਲੇ। ਹਮ ਨਹਿ ਸਿੱਖ ਗੁਰੂ ਤੁਮ ਨਾਹੀ। ਹੁਣ ਗੁਰੂ ਸਾਹਿਬ ਕਹਿੰਦੇ ਲਿਖ ਕੇ ਦਿਓ ਅਸੀਂ ਤੇਰੇ ਸਿੱਖ ਨਹੀਂ, ਤੁਸੀਂ ਸਾਡੇ ਗੁਰੂ ਨਹੀਂ। ਹਾਂਜੀ। ਇਹ ਕਿਵੇਂ ਲਖੀ ਜਾਏ ਪ੍ਰਭ ਭਾਹੀ। ਇਹ ਹੁਣ ਕਿਵੇਂ ਲਿਖ ਕੇ ਦਈਏ ਮਹਾਰਾਜ ਦੇ ਸਾਹਮਣੇ? ਕਿਹੜੇ ਮੂੰਹ ਨਾਲ ਲਿਖੀਏ ਵੀ ਤੂੰ ਸਾਡਾ ਗੁਰੂ ਨਹੀਂ? ਸਾਡੇ ਵੱਡੇ ਵਡੇਰੇ ਗੁਰੂ ਦੇ ਸਿੱਖ ਰਹੇ ਨੇ ਤੇ ਅਸੀਂ ਹੁਣ ਆਪਣੇ ਗੁਰੂ ਨੂੰ ਜਵਾਬ ਦੇ ਦਈਏ, ਐਸੇ ਸਮੇਂ ਵਿੱਚ ਬੜਾ ਔਖਾ ਕੰਮ ਬਣ ਗਿਆ ਹੈ। ਹਾਂਜੀ। ਚਿਤ ਸੋਚਨ ਕੋ ਸੋਚਤ ਸਾਰੇ। ਸਾਧ ਸੰਗਤ ਜੀ ਚਿੱਤ ਵਿੱਚ ਸੋਚਣ ਲੱਗੇ ਸਭ, ਲਿਖੀਏ ਕਿ ਨਾ ਲਿਖੀਏ? ਲਿਖਣਾ ਵੀ ਬੜਾ ਔਖਾ, ਗੁਰੂ ਨੂੰ ਵਿਦਾਵਾ ਲਿਖਣਾ ਬਹੁਤ ਮੁਸ਼ਕਲ ਹੈ। ਹਾਂਜੀ। ਕੁਛ ਨਾ ਸਕੈ ਕਰ ਦੁਬਦਾ ਧਾਰੇ। ਦੁਬਦਾ ਵਿੱਚ ਪਏ ਵਿਚਾਰੇ ਸਿੰਘ ਕੁਝ ਕਰ ਨਹੀਂ ਪਾ ਰਹੇ, ਬੜੇ ਦੁਖੀ ਹੋ ਰਹੇ ਨੇ। ਹਾਂਜੀ। ਗਏ ਵਕੀਲ ਸਭਿਨ ਸੁਨ ਕਹਿਓ। ਉਧਰੋਂ ਜਿਹੜੇ ਵਕੀਲ ਸਨ ਉਹ ਉੱਠ ਕੇ ਚਲੇ ਗਏ। ਬਾਦਸ਼ਾਹ ਔਰੰਗਜ਼ੇਬ ਦਾ ਵਕੀਲ, ਸੂਬੇ ਸਰਹੰਦ ਦਾ ਵਕੀਲ, ਸੂਬੇ ਲਾਹੌਰ ਦਾ ਵਕੀਲ, ਰਾਜਿਆਂ ਦੇ ਵਕੀਲ, ਉਹ ਜਿਹੜੇ 10-15 ਬੰਦੇ ਮੋਹਤਬਰ ਬੰਦੇ ਵੱਡੇ ਵੱਡੇ ਅਫਸਰ ਆਏ ਸੀਗੇ, ਉਹ ਸਾਰਾ ਨਜ਼ਾਰਾ ਵੇਖ ਕੇ ਅੱਖਾਂ ਨਾਲ ਉਹ ਵਾਪਸ ਰਾਜਿਆਂ ਕੋਲ ਚਲੇ ਗਏ। ਰਾਜਿਆਂ ਨੂੰ ਜਾ ਕੇ, ਸੂਬਿਆਂ ਨੂੰ ਜਾ ਕੇ ਸਾਰੀ ਖਬਰ ਦਿੱਤੀ ਕਿ ਆ ਗੁਰੂ ਘਰ ਦੇ ਵਿੱਚ ਉੱਥੇ ਪ੍ਰਸਥਿਤੀ ਹੈ। ਇੱਕ ਗੁਰੂ ਗੋਬਿੰਦ ਸਿੰਘ ਨੂੰ ਛੱਡ ਕੇ ਬਾਕੀ ਸਾਰੇ ਨਿਕਲਣਾ ਚਾਹੁੰਦੇ ਕਿਲੇ ਵਿੱਚੋਂ।
ਸਤਿਗੁਰ ਰਣ ਕੋ ਹਠ ਤਰ ਰਹਿਓ। ਉਹਨਾਂ ਨੇ ਜਾ ਕੇ ਸੂਬੇ ਨੂੰ ਦੱਸਿਆ, ਵਜ਼ੀਰ ਖਾਨ ਨੂੰ, ਕਿ ਗੁਰੂ ਗੋਬਿੰਦ ਸਿੰਘ ਬਹੁਤ ਹਠੀਲਾ ਹੈ, ਉਹ ਹੱਠ ਕਰ ਰਿਹਾ ਹੈ ਕਿ ਮੈਂ ਨਹੀਂ ਛੱਡਣਾ ਕਿਲ੍ਹਾ। ਹਾਂਜੀ, ਤਉ ਬਾਤ ਇੱਕ ਬਿਧ ਬਨ ਆਵੈ। ਪਰ ਖਾਨ ਸਾਹਿਬ ਇੱਕ ਤਰੀਕਾ ਹੈ, ਇੱਕ ਗੱਲ ਬਣ ਸਕਦੀ ਹੈ। ਹਾਂਜੀ, ਮਾਤਾ ਕੋ ਹਮ ਭੁਨ ਸਮਝਾਵੈ। ਜੇ ਸਾਨੂੰ ਆਗਿਆ ਹੋਵੇ ਅਸੀਂ ਦੁਬਾਰਾ ਆਨੰਦਪੁਰ ਜਾਈਏ ਤੇ ਮਾਤਾ ਨੂੰ ਸਮਝਾਈਏ। ਜੇ ਮਾਤਾ ਉੱਤੇ ਅਸੀਂ ਜ਼ੋਰ ਪਾ ਕੇ ਮਾਤਾ ਨੂੰ ਬਾਹਰ ਨਿਕਲਣ ਲਈ ਮਨਾ ਲਈਏ, ਮਾਤਾ ਨਿਕਲ ਪਵੇ ਇਕੱਲੀ, ਤੇ ਪਿੱਛੇ ਗੁਰੂ ਨੂੰ ਵੀ ਨਿਕਲਣਾ ਪਵੇਗਾ। ਬੇਨਤੀ ਕਰੈ ਗਿਰੀ ਸੁਨ ਦਿਸ਼ ਤੇ। ਰਾਜਿਆਂ ਵੱਲੋਂ, ਬਾਦਸ਼ਾਹ ਵੱਲੋਂ ਮਾਤਾ ਜੀ ਦੇ ਚਰਨਾਂ 'ਚ ਬੇਨਤੀ ਕਰੀਏ, ਕਿਉਂਕਿ ਮਾਤਾ ਵੀ ਬਹੁਤ ਵੱਡੀ ਹੈ। ਗੁਰੂ ਕਲਗੀਧਰ ਦੀ ਮਾਂ ਹੈ, ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਧਰਮ ਪਤਨੀ ਹੈ। ਉਹ ਗੁਰੂ ਪੰਥ ਵਿੱਚ ਸਭ ਤੋਂ ਉੱਚੀ ਹੈ, ਮਹਾਨ ਹੈ। ਜੇ ਮਾਤਾ ਗੁਜਰੀ ਮੰਨ ਜਾਵੇ ਤਾਂ ਵੀ ਗੱਲ ਬਣ ਜਾਏਗੀ। ਵਕੀਲਾਂ ਨੇ ਰਾਜਿਆਂ ਨਾਲ ਗੱਲ ਕੀਤੀ ਹੈ। ਦੇਹ ਭਰੋਸਾ ਬਿਧ ਜਿਸ ਕਿਸ ਤੇ। ਆਪਾਂ ਮਾਤਾ ਨੂੰ ਭਰੋਸੇ 'ਚ ਲਈਏ, ਉਹਨੂੰ ਵਿਸ਼ਵਾਸ ਦਵਾਈਏ ਕਿ ਮਾਤਾ ਤੇਰੇ ਪਰਿਵਾਰ ਦਾ, ਤੇਰੇ ਬੱਚਿਆਂ ਦਾ, ਤੇਰੀ ਫੌਜ ਦਾ ਕੋਈ ਨੁਕਸਾਨ ਨਹੀਂ ਹੋਣ ਦਿਆਂਗੇ। ਮਾਤਾ ਜੀ ਤੁਸੀਂ ਨਿਕਲੋ ਬਾਹਰ। ਤੇ ਮਾਤਾ ਜੇ ਮੰਨ ਕੇ ਨਿਕਲ ਪਈ ਤੇ ਗੁਰੂ ਸਾਹਿਬ ਨੂੰ ਆਪ ਹੀ ਨਿਕਲਣਾ ਪਵੇਗਾ। ਸੋ ਆਪਣੇ ਸੁਤ ਕੋ ਸਮਝਾਵੈ। ਮਾਤਾ ਮਾਤਾ ਸਮਝਾਵੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਵੇਂ ਕਿਵੇਂ, ਤੇ ਗੁਰੂ ਸਾਹਿਬ ਜੀ ਨੂੰ ਮਾਤਾ ਦੀ ਗੱਲ ਮੰਨਣੀ ਪੈਣੀ। ਕਿੰਨਾ ਕੁ ਚਿਰ ਮਾਂ ਦਾ ਕਹਿਣਾ ਮੋੜਨਗੇ। ਜਿਉ ਕਿਉ ਕਰ ਨਿਕ ਸਨ ਮਨ ਭਾਵੈ। ਜਿਵੇਂ ਕਿਵੇਂ ਅਸੀਂ ਮਾਤਾ ਨੂੰ ਦਬਾਅ ਪਾਈਏ, ਮਾਤਾ ਦੇ ਜ਼ੋਰ ਪਾਈਏ, ਮਾਤਾ ਗੁਰੂ ਸਾਹਿਬ ਨੂੰ ਮਨਾਵੇ ਬਾਹਰ ਨਿਕਲਣ ਵਾਸਤੇ। ਜੇ ਜਨਨੀ ਕੋ ਕਹਿਓ ਨ ਮਾਨੈ। ਜੇ ਗੁਰੂ ਗੋਬਿੰਦ ਸਿੰਘ ਆਪਣੀ ਮਾਂ ਦਾ ਕਿਸੇ ਵੀ ਤਰੀਕੇ ਨਾਲ ਕਿਹਾ ਨਹੀਂ ਮੰਨਦੇ, ਮੰਨ ਲਓ ਵੀ ਮਾਤਾ ਜ਼ੋਰ ਦੇ ਕੇ ਕਹਿੰਦੀ ਰਹੇ ਫਿਰ ਵੀ ਨਾ ਮੰਨਣ ਗੁਰੂ ਜੀ, ਤੋ ਇਮ ਹੋਏ ਬਾਤ ਹਮ ਜਾਣੈ। ਤਾਂ ਫਿਰ ਕੀ ਹੋਏਗਾ? ਮਾਂ ਪੁੱਤਰ 'ਚ ਫੁੱਟ ਪੈ ਜਾਏਗੀ। ਰਾਜਨੀਤੀ ਦਾ ਦੇਖੋ ਸਾਧ ਸੰਗਤ ਜੀ, ਇਹਨੂੰ ਕਹਿੰਦੇ ਸ਼ਾਮ ਦਾਮ ਦੰਡ ਭੇਦ। ਸ਼ਾਮ ਹੁੰਦਾ ਦੁਸ਼ਮਣ ਦੀ ਸ਼ਰਨ ਪੈ ਜਾਣਾ, ਦਾਮ ਹੁੰਦਾ ਉਹਨੂੰ ਪੈਸੇ ਦੇ ਨਾਲ ਲਾਲਚ ਦੇ ਕੇ ਉਹਨੂੰ ਵੱਸ ਕਰ ਲੈਣਾ, ਤੇ ਭੇਦ ਹੁੰਦਾ ਉਹਦੇ ਘਰ 'ਚ ਫੁੱਟ ਪਾ ਦੇਣੀ। ਇਹ ਹੁਣ ਸ਼ਾਮ ਦਾਮ ਤੇ ਚੱਲੇ ਕੋਈ ਨਹੀਂ, ਤੇ ਦੰਡ ਡੰਡਾ ਇਹਨਾਂ ਦਾ ਗੁਰੂ ਸਾਹਿਬ ਦੇ ਸਾਹਮਣੇ ਚੱਲਿਆ ਕੋਈ ਨਹੀਂ। ਜੰਗ 'ਚ ਵੀ ਮਹਾਰਾਜ ਨੂੰ ਹਰਾ ਨਹੀਂ ਸਕੇ, ਤੇ ਗੁਰੂ ਸਾਹਿਬ ਜੀ ਇਹਨਾਂ ਦੀ ਗੱਲਾਂ ਜਾਏ। ਹੁਣ ਅਖੀਰ ਰਾਜਨੀਤੀ ਦਾ ਜਿਹੜਾ ਕੂਟਨੀਤੀ ਦਾ ਅੰਗ ਹੈ ਭੇਦ, ਫੁੱਟ ਪਾਣੀ। ਮਾਤਾ ਵਿੱਚ ਤੇ ਗੁਰੂ ਕਲਗੀਧਰ 'ਚ ਫੁੱਟ ਪਾਉਣ ਦੀ ਚਾਲ ਸੋਚ ਰਹੇ ਨੇ। ਪੋਤਰੇ ਆਦਿਕ ਗੁਰ ਪਰਿਵਾਰ। ਕਹਿੰਦੇ ਨੇ ਕਿ ਮਾਤਾ ਨੂੰ ਆਪਣੇ ਪੋਤਰੇ ਬੜੇ ਪਿਆਰੇ ਨੇ। ਗੁਰੂ ਦਾ ਪਰਿਵਾਰ ਹੈ। ਅਕਸਰ ਨੂੰ ਗੁਰੂ ਗੋਬਿੰਦ ਸਿੰਘ ਦੇ 4 ਪੁੱਤਰ ਨੇ, 2 ਧਰਮ ਪਤਨੀਆਂ ਨੇ, ਪਰਿਵਾਰ ਹੈ ਉਹਨਾਂ ਦਾ। ਉਹ ਮਾਤਾ ਵੇਖ ਰਹੀ ਹੈ, ਸਾਰੇ ਭੁੱਖ ਨਾਲ ਤੰਗ ਆਏ ਹੋਏ ਨੇ। ਤੇ ਜੇ ਮਾਤਾ ਆਪਣੇ ਪੋਤਰਿਆਂ ਨੂੰ, ਆਪਣੀਆਂ ਨੂੰਹਾਂ ਨੂੰ, ਆਪਣੇ ਪਰਿਵਾਰ ਨੂੰ ਸੁਖੀ ਕਰਨਾ ਚਾਹੁੰਦੀ ਹੈ ਤੇ ਜ਼ਰੂਰ 10ਵੇਂ ਪਾਤਸ਼ਾਹ ਨੂੰ ਮਨਾਉਣ ਦੀ ਕੋਸ਼ਿਸ਼ ਕਰੇਗੀ। ਜੇ ਗੁਰੂ ਸਾਹਿਬ ਨਹੀਂ ਮੰਨਣਗੇ ਤੇ ਮਾਤਾ ਦੇ ਵਿੱਚ ਤੇ ਪੁੱਤਰ ਦੇ ਵਿੱਚ ਨਾਰਾਜ਼ਗੀ ਹੋ ਜਾਏਗੀ। ਜੇ ਕੋਈ ਕਿਸੇ ਦੀ ਗੱਲ ਨਾ ਮੰਨੇ ਤੇ ਨਾਰਾਜ਼ਗੀ ਤਾਂ ਹੋ ਹੀ ਜਾਂਦੀ ਹੈ, ਘਰ ਵਿੱਚ ਫੁੱਟ ਪੈ ਜਾਏਗੀ। ਇਹਦੇ ਰਾਹੀਂ ਆਪਣਾ ਕੰਮ ਬਣ ਜਾਏਗਾ। ਹਾਂ, ਨਿਕ ਰਹਿ ਵਹਿਰ ਬਿਨਾ ਅਨਸਾਰ। ਹਾਂ, ਜਿੰਨਾ ਚਿਰ ਗੁਰੂ ਸਾਹਿਬ ਨੂੰ ਨਹੀਂ ਮਨਾਉਂਦੇ ਉਹਨਾਂ ਚਿਰ ਪਰਿਵਾਰ ਵੀ ਨਹੀਂ ਬਾਹਰ ਨਿਕਲਣਾ। ਹਾਂ, ਜੇ ਮਾਤਾ ਚਾਹੇ ਤੇ ਪੋਤਰਿਆਂ ਨੂੰ ਲੈ ਕੇ ਨਿਕਲ ਵੀ ਸਕਦੀ ਹੈ। ਕੁਛ ਵੀ ਹੋ ਸਕਦਾ। ਆਪਣੇ ਵੱਲੋਂ ਆਪਾਂ ਯਤਨ ਕਰੀਏ। ਅਸਲ ਗੱਲ ਇਉਂ ਸੀ ਵੀ ਸਰਕਾਰੀ ਜਿਹੜੇ ਅਫਸਰ ਸੀਗੇ ਜਾਂ ਫੌਜਾਂ ਸੀਗੀਆਂ ਉਸ ਵੇਲੇ ਬਾਹਰ ਬੈਠੀਆਂ, ਉਹ ਤੰਗ ਆ ਚੁੱਕੀਆਂ ਸਨ। 7 ਮਹੀਨੇ ਹੋ ਗਏ ਸੀ ਉਹਨਾਂ ਨੂੰ ਉੱਥੇ ਬੈਠਿਆਂ ਨੂੰ। ਪਿੱਛੋਂ ਔਰੰਗਜ਼ੇਬ ਦਾ ਹੁਕਮ ਆਉਂਦਾ ਸੀ, ਤੁਸੀਂ ਕਰਦੇ ਕੀ ਪਏ ਇੰਨਾ ਚਿਰ ਬੈਠੇ ਇੱਥੇ? ਤੁਹਾਡੇ ਤੋਂ ਇਹ ਕਿਲ੍ਹਾ ਨਹੀਂ ਫਤਿਹ ਹੋਇਆ ਅਨੰਦਪੁਰ ਦਾ? ਇਹ ਗੁਰੂ ਨਹੀਂ, ਇੱਕ ਸਾਧੂ ਨਹੀਂ ਕਾਬੂ ਆਇਆ? ਐਡੇ ਵੱਡੇ ਜੰਗ ਲੜ ਕੇ ਫੌਜਾਂ ਤਾਂ ਮੁਲਕਾਂ ਨੂੰ ਫਤਿਹ ਕਰ ਲੈਂਦੀਆਂ, 10 ਲੱਖ ਫੌਜ ਹੈ। ਤੁਹਾਡੇ ਕੋਲ ਗੁਰੂ ਗੋਬਿੰਦ ਸਿੰਘ ਇਕੱਲਾ ਹੀ ਨਹੀਂ ਕਾਬੂ ਆਇਆ, ਮੁੱਠੀ ਭਰ ਸਿੰਘ ਨਹੀਂ ਕਾਬੂ ਆਏ। ਪਿੱਛੋਂ ਝਿੜਕਾਂ ਪੈਂਦੀਆਂ ਸੀਗੀਆਂ। ਉੱਥੇ ਬੈਠੇ ਨੂੰ ਮੱਛਰ ਵੱਢਦੇ ਸੀਗੇ। ਤੇ ਉਧਰੋਂ ਰਾਤ ਨੂੰ ਸਿੰਘ ਫੌਜਾਂ, ਭਾਈ ਉਦੈ ਸਿੰਘ ਜੀ ਹੋਰੀ, ਜਰਨਲ ਬਾਬਾ ਅਜੀਤ ਸਿੰਘ ਜੀ ਸਾਹਿਬਜ਼ਾਦਾ, ਕਦੀ ਭਾਈ ਬਚਿੱਤਰ ਸਿੰਘ ਜੀ, ਸਿੰਘ ਸੂਰਮੇ ਨਿਕਲਦੇ ਸੀਗੇ। ਉਹ ਜਾ ਕੇ ਤੰਬੂਆਂ 'ਚ ਪਿਆਂ ਨੂੰ ਝੜਕ ਕੇ ਉਹਨਾਂ ਦੇ ਘੋੜੇ ਖੋਲ ਕੇ ਲੈ ਆਉਂਦੇ ਸੀ, ਉਹਨਾਂ ਦਾ ਰਾਸ਼ਨ ਪਾਣੀ ਲੈ ਆਉਂਦੇ ਸੀ, ਆਟਾ ਦਾਲਾਂ ਚੁੱਕ ਕੇ ਲੈ ਆਉਂਦੇ ਸੀ, ਤਾਂ ਕਿ ਇੱਥੇ ਲੰਗਰ ਚੱਲਦਾ ਰਹੇ ਅੰਦਰ।
ਤੇ ਇਸ ਤਰ੍ਹਾਂ ਉਹਨਾਂ ਦੀ ਫੌਜ ਵੀ ਰੋਜ਼ ਮਰਦੀ ਸੀਗੀ। ਇਹ ਸਾਧ ਸੰਗਤ ਜੀ ਉਹ ਚਾਹੁੰਦੇ ਸੀ ਵੀ ਲੜਾਈ ਟਲ ਜਾਵੇ ਤੇ ਔਰੰਗਜ਼ੇਬ ਨੂੰ ਵੀ ਜਾ ਕੇ ਮੂੰਹ ਦਿਖਾਉਣ ਜੋਗੇ ਹੋਈਏ। ਤੇ ਹੁਣ ਉਹ ਕੂਟਨੀਤੀ ਤੇ ਆ ਗਏ ਹੈ, ਜਿਹੜੀ ਇੱਕ ਘਟੀਆ ਮਤਲਬ ਕਹਿ ਲਓ ਵੀ ਤਰੀਕਾ ਹੈ, ਮਾਂ ਪੁੱਤਰ ਦੇ ਵਿੱਚ ਵਿਰੋਧ ਪਵਾਉਣ ਲੱਗੇ ਹਨ। ਹਾਂਜੀ, ਇਸ ਬਿਦ ਭੇਦ ਪਰੈ ਗੁਰ ਘਰ ਮਹਿ। ਕਹਿੰਦੇ ਇਸ ਤਰ੍ਹਾਂ ਗੁਰੂ ਘਰ 'ਚ ਭੇਦ ਪੈ ਜਾਏਗਾ, ਫਰਕ ਪੈ ਜਾਏਗਾ ਮਾਂ ਪੁੱਤਰ ਦੇ ਵਿੱਚ। ਕੁਝ ਮਾਤਾ ਵੱਲ ਹੋ ਜਾਣਗੇ, ਕੁਝ ਸਿੰਘ ਗੁਰੂ ਵੱਲ ਹੋ ਜਾਣਗੇ, ਤੇ ਸਿੰਘਾਂ ਵਿੱਚ ਵੀ ਵਿਰੋਧ ਹੋ ਜਾਏਗਾ, ਆਪਸ ਦੋ ਧੜੇ ਬਣ ਜਾਣਗੇ। ਹੋਏ ਇਕਾਕੀ ਸਮਝੈ ਉਰ ਮਹਿ। ਜਦੋਂ ਗੁਰੂ ਸਾਹਿਬ ਇਕੱਲੇ ਰਹਿ ਗਏ ਫਿਰ ਸਮਝ ਆਏਗੀ ਵੀ ਮੈਂ ਕੀ ਕਰ ਬੈਠਾ। ਮਾਂ ਵੀ ਰੁੱਸ ਗਈ, ਪਰਿਵਾਰ ਵੀ ਰੁੱਸ ਗਿਆ, ਬੱਚੇ ਵੀ ਸਾਰੇ ਚਲੇ ਗਏ, ਤੇ ਇਕੱਲਾ ਗੁਰੂ ਅਨੰਦਪੁਰ 'ਚ ਬੈਠਾ ਕੀ ਕਰੇਗਾ। ਫਿਰ ਗੁਰੂ ਨੂੰ ਵੀ ਕਿਲ੍ਹਾ ਛੱਡਣਾ ਪਏਗਾ। ਬਹੁਰ ਆਪ ਪੀ ਨਿਕਰਨ ਕਰੈ। ਫਿਰ ਗੁਰੂ ਸਾਹਿਬ ਆਪ ਵੀ ਨਿਕਲਣਗੇ ਕਿਲ੍ਹਾ ਛੱਡ ਕੇ। ਠਹਿਰਹਿ ਨਹੀਂ ਜੰਗ ਪਰ ਹਰੈ। ਔਰ ਫਿਰ ਜੰਗ ਦੇ ਵਿੱਚ ਉਹ ਜੰਗ, ਪਹਿਲੀ ਗੱਲ ਹੈ ਕਿ ਜੰਗ ਛੱਡ ਕੇ ਹੱਥ ਹਥਿਆਰ ਸੁੱਟ ਦੇਣਗੇ, ਤੇ ਜੇ ਲੜਨਗੇ ਵੀ ਇਕੱਲੇ ਤੋਂ ਇਕੱਲੇ ਸਾਡੇ ਸਾਹਮਣੇ ਕੀ ਕਰ ਲੈਣਗੇ। ਹਾਂਜੀ, ਭੀਮ ਚੰਦ ਖਵਾਜਾ ਮਰਦੂਦ। ਭੀਮ ਚੰਦ ਪਹਾੜੀ ਕਹਿਲੂਰੀਆ ਤੇ ਖਵਾਜਾ ਮਰਦੂਦ ਮਲੇਰਕੋਟਲੇ ਵਾਲੇ ਨਵਾਬ ਸ਼ੇਰ ਮੁਹੰਮਦ ਦਾ ਛੋਟਾ ਭਾਈ। ਇਹ ਸਾਧ ਸੰਗਤ ਜੀ ਬੜਾ ਕਪਟੀ ਬੰਦਾ ਸੀ ਖਵਾਜਾ ਮਰਦੂਦ। ਇਹ ਗੁਰੂ ਸਾਹਿਬ ਦੇ ਪਿੱਛੇ ਉਹ ਸਾਰੀ ਜਿਹੜੀ ਫੌਜ ਆਈ ਸੀ ਨਾ ਦਿੱਲੀ ਤੋਂ, ਉਹਦਾ ਵੱਡਾ ਜਰਨੈਲ ਇਹ ਸੀਗਾ ਖਵਾਜਾ ਮਹਿਮੂਦ ਅਲੀ ਨਾਮ ਸੀ ਇਹਦਾ। ਪਰ ਗੁਰੂ ਸਾਹਿਬ ਨੇ ਇਹਨੂੰ ਮਰਦੂਦ ਲਿਖਿਆ, ਕਿਉਂਕਿ ਜਦੋਂ ਮਹਾਰਾਜ ਤੀਰ ਮਾਰਨ ਲੱਗੇ ਨਾ ਚਮਕੌਰ ਸਾਹਿਬ ਇਹਨੂੰ, ਇਹ ਕੰਧ ਦੇ ਉਹਲੇ ਲੁਕ ਗਿਆ ਸੀਗਾ। ਮਹਾਰਾਜ ਨੇ ਲਿਖਿਆ ਖਵਾਜਾ ਮਰਦੂਦ ਛਾਇਆ ਦੀਵਾਰ, ਦੀਵਾਰ ਦੇ ਛਾਏ ਵਿੱਚ ਲੁਕ ਕੇ ਜਾਨ ਬਚਾਈ ਕਾਇਰਾਂ ਦੀ ਤਰ੍ਹਾਂ। ਇਸ ਕਰਕੇ ਗੁਰੂ ਇਤਿਹਾਸ ਵਿੱਚ ਇਹਨੂੰ ਮਰਦੂਦ ਹੀ ਲਿਖਦੇ। ਇੱਥੇ ਵੀ ਕਵੀ ਭਾਈ ਸੰਤੋਖ ਸਿੰਘ ਜੀ ਨੇ ਖਵਾਜਾ ਮਰਦੂਦ ਲਿਖਿਆ। ਹਾਂਜੀ, ਕਹਿਓ ਵਕੀਲਨ ਜੋ ਮੌਜੂਦ। ਜਿਹੜੇ ਉੱਥੇ ਮੌਜੂਦ ਬੈਠੇ ਸੀ ਵਕੀਲ, ਉਹਨਾਂ ਨਾਲ ਖਵਾਜਾ ਮਰਦੂਦ ਅਲੀ ਅਤੇ ਵਜ਼ੀਰ ਖਾਨ ਭੀਮ ਚੰਦ, ਬਾਕੀ ਸਾਰੇ ਵੱਡੇ ਜਰਨੈਲ ਬੈਠੇ ਗੱਲਾਂ ਕਰ ਰਹੇ ਨੇ। ਇਹ ਨੀਕੀ ਤੁਮ ਨੀਤ ਵਿਚਾਰੀ। ਖਵਾਜਾ ਮਰਦੂਦ, ਵਜ਼ੀਰ ਖਾਨ, ਭੀਮ ਚੰਦ ਕਹਿਣ ਲੱਗੇ ਵਕੀਲਾਂ ਨੂੰ ਵੀ ਤੁਸੀਂ ਬੜੀ ਸਿਆਣੀ ਗੱਲ ਕੱਢੀ ਹੈ, ਇਹ ਤਾਂ ਬਹੁਤ ਵਧੀਆ ਗੱਲ ਹੋ ਗਈ। ਜੇ ਮਾਂ ਪੁੱਤਰ 'ਚ ਆਪਸੀ ਵਿਰੋਧ ਹੋ ਗਿਆ, ਗੁਰੂ ਘਰ 'ਚ ਫੁੱਟ ਪੈ ਗਈ, ਤਾਂ ਵੀ ਸਾਡਾ ਰਾਹ ਸਾਫ਼ ਹੈ। ਫਿਰ ਗੁਰੂ ਤੋਂ ਅਨੰਦਪੁਰ ਦਾ ਕਿਲ੍ਹਾ ਛੁਡਾਉਣਾ ਸੌਖਾ ਹੈ। ਕਰੋ ਜਤਨ ਇਸ ਕੋ ਮਤ ਭਾਰੀ। ਇਹ ਤਾਂ ਹੁਣ ਤੁਸੀਂ ਜ਼ੋਰ ਲਾਓ, ਪੂਰਾ ਜ਼ੋਰ ਲਾਓ, ਮਾਤਾ ਨੂੰ ਮਨਾਓ। ਤੁਸੀਂ ਗੁਰੂ ਨਾਲ ਗੱਲ ਹੀ ਨਾ ਕਰੋ, ਬਾਰ-ਬਾਰ ਮਾਤਾ ਜੀ ਕੋਲ ਜਾਓ, ਮਾਤਾ ਜੀ ਨੂੰ ਮਿੰਨਤਾਂ ਤਰਲੇ ਕਰਕੇ ਮਨਾਓ ਕਿ ਉਹ ਮਾਤਾ ਜੀ ਜੇ ਗੁਰੂ ਸਾਹਿਬ ਨੂੰ ਮਨਾ ਲੈਣ ਤਾਂ ਠੀਕ ਹੈ, ਨਹੀਂ ਤਾਂ ਮਾਤਾ ਗੁਰੂ ਨਾਲ ਲੜ ਤਾਂ ਪਏਗੀ ਨਾ ਕਮ ਸੇ ਕਮ। ਜੇ ਪੁੱਤਰ ਮਾਂ ਨਾਲ ਆਪਸ ਲੜ ਪਏ ਤੇ ਮਾਂ ਰੁੱਸ ਕੇ ਤੁਰ ਪੈਗੀ, ਜੇ ਮਾਂ ਤੁਰ ਪਈ ਗੁਰੂ ਸਾਹਿਬ ਵੀ ਤੁਰ ਪੈਣਗੇ। ਇਹ ਤਰੀਕਾ ਕਰੀਏ ਆਪਾਂ। ਹਾਂਜੀ, ਕਹਿਲੂਰੀ ਕਹਿ ਲਿਓ ਮਮ ਨਾਮੂ। ਕਹਿਲੂਰ ਭੀਮ ਚੰਦ ਜਿਹੜਾ ਹੈ ਨਾ, ਉਹ ਕਹਿੰਦਾ ਮੇਰਾ ਨਾਂ ਲਿਆ ਜੇ ਮਾਤਾ ਜੀ ਦੇ ਚਰਨਾਂ 'ਚ। ਕਿਉਂਕਿ ਸਾਧ ਸੰਗਤ ਜੀ ਇਹ ਜਿਹੜਾ ਪਰਿਵਾਰ ਹੈ ਨਾ ਭੀਮ ਚੰਦ ਦਾ, ਬੜਾ ਅਜੀਬੋ-ਗਰੀਬ ਪਰਿਵਾਰ ਹੈ। ਭੀਮ ਚੰਦ ਦਾ ਦਾਦਾ ਤਾਰਾ ਚੰਦ ਗਵਾਲੀਅਰ ਦੇ ਕਿਲ੍ਹੇ 'ਚ ਬੰਦ ਸੀਗਾ। ਮਹਾਰਾਜ 6ਵੇਂ ਪਾਤਸ਼ਾਹ ਛੁਡਾ ਕੇ ਲਿਆਏ 52 ਰਾਜਿਆਂ 'ਚ ਭੀਮ ਚੰਦ ਦੇ ਦਾਦੇ ਨੂੰ। ਉਹ ਮਰ ਗਿਆ ਤਾਂ ਉਹਦਾ ਪੁੱਤਰ ਦੀਪ ਚੰਦ ਰਾਜਾ ਬਣਿਆ। ਜਦੋਂ ਦੀਪ ਚੰਦ ਰਾਜਾ ਬਣਿਆ, ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਤੱਕ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਹਰਿਰਾਏ ਸਾਹਿਬ ਜਿਹੜੇ ਗੁਰੂ ਮਹਾਰਾਜ ਹੋਏ ਨਾ, ਉਹਨਾਂ ਦਾ ਸੇਵਕ ਬਣ ਕੇ ਰਿਹਾ ਦੀਪ ਚੰਦ। 1665 ਵਿੱਚ ਉਹ ਵੀ ਮਰ ਗਿਆ ਦੀਪ ਚੰਦ। ਉਹ ਜਵਾਨੀ ਦੀ ਉਮਰ 'ਚ, ਯਾਨੀ 40 ਕੁ ਸਾਲ ਦਾ, 35 ਕੁ ਸਾਲ ਦਾ ਹੀ ਮਰ ਗਿਆ। ਜਦੋਂ ਉਹਦੀ ਮੌਤ ਹੋਈ ਤੇ ਗੁਰੂ ਤੇਗ ਬਹਾਦਰ ਸਾਹਿਬ ਕੀਰਤਪੁਰ ਸਾਹਿਬ ਆਏ ਹੋਏ ਸਨ। ਉਦੋਂ ਮਹਾਰਾਜ ਮੱਖਣ ਸ਼ਾਹ ਲਬਾਣੇ ਨੇ ਪ੍ਰਗਟ ਹੀ ਕੀਤੇ ਸਨ, ਤੇ ਅੰਮ੍ਰਿਤਸਰ ਤੋਂ ਹੋ ਕੇ ਮਹਾਰਾਜ ਕੀਰਤਪੁਰ ਸਾਹਿਬ ਆ ਗਏ ਸਨ 9ਵੇਂ ਪਾਤਸ਼ਾਹ। ਉੱਥੇ ਖਬਰ ਮਿਲੀ ਵੀ ਦੀਪ ਚੰਦ ਮਰ ਗਿਆ। ਤੇ ਤਾਰਾ ਚੰਦ ਦੀ ਘਰਵਾਲੀ ਜਿਹੜੀ ਸੀ ਬੁੱਢੀ ਮਾਈ, ਭੀਮ ਚੰਦ ਦੀ ਦਾਦੀ, ਉਹਨੇ ਮਹਾਰਾਜ 9ਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ ਵੀ ਸਾਡੇ ਦੀਪ ਚੰਦ ਦੇ ਕਿਰਿਆ ਦੇ ਉੱਤੇ ਜਦੋਂ ਰਸਮ ਪਗੜੀ ਦੀ ਹੁੰਦੀ ਹੈ, ਭੋਗ ਪੈਂਦਾ, ਉੱਥੇ ਆਇਆ ਜੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ 9ਵੇਂ ਪਾਤਸ਼ਾਹ ਕਹਿਲੂਰ ਰਿਆਸਤ ਵਿੱਚ ਦੀਪ ਚੰਦ ਦੇ ਭੋਗ 'ਤੇ ਗਏ। ਇਹ ਭੀਮ ਚੰਦ ਉਦੋਂ ਨਿੱਕਾ ਜਿਹਾ ਸੀਗਾ। ਗੁਰੂ ਤੇਗ ਬਹਾਦਰ ਸਾਹਿਬ ਦੇ ਹੱਥ ਨਾਲ ਇਹਨੂੰ ਉਸ ਰਿਆਸਤ ਦਾ ਰਾਜਾ ਬਣਨ ਦਾ ਤਿਲਕ ਹੋਇਆ। ਗੁਰੂ ਸਾਹਿਬ ਦੇ ਹੱਥੋਂ ਇਹਨੂੰ ਰਾਜਗੱਦੀ 'ਤੇ ਬਿਠਾਇਆ ਭੀਮ ਚੰਦ ਨੂੰ। ਤੇ ਇਸ ਕਰਕੇ ਮਾਤਾ ਗੁਜਰੀ ਜੀ ਦੇ ਚਰਨਾਂ 'ਚ ਕਈ ਵਾਰੀ ਆਇਆ।
ਇਹੀ ਕਹਿੰਦਾ ਸੀ ਮੈਂ ਤਾਂ ਇਸ ਘਰ ਦਾ ਸੇਵਕ ਹਾਂ। ਦੇਖੋ ਰਾਜਨੀਤੀ ਕੈਸੀ ਅਜੀਬ ਹੈ ਗੁਰੂ ਘਰ ਦਾ ਸੇਵਕ, ਪਰ ਸਾਰੀ ਉਮਰ ਗੁਰੂ ਘਰ ਨਾਲ ਮੱਥਾ ਲਾ ਕੇ ਰੱਖਿਆ। ਲੜਾਈਆਂ ਭੰਗਾਣੀ ਤੋਂ ਲੈ ਕੇ ਅਖੀਰ ਤੱਕ ਮਹਾਰਾਜ ਦੇ ਖਿਲਾਫ ਲੜਿਆ। ਕਿਉਂ? ਗੁਰੂ ਦੀ ਸ਼ਾਨ ਨਹੀਂ ਸੀ ਬਰਦਾਸ਼ਤ ਹੁੰਦੀ, ਈਰਖਾ ਸੀ ਬਸ, ਹੋਰ ਗੱਲ ਕੁਛ ਵੀ ਨਹੀਂ ਸੀ। ਨਾ ਮਹਾਰਾਜ ਨੇ ਕੋਈ ਦਾ ਇਲਾਕਾ ਖੋਇਆ ਸੀ, ਨਾ ਕੋਈ ਮਹਾਰਾਜ ਨੇ ਉਹਦੀ ਰਿਆਸਤ 'ਤੇ ਕਬਜ਼ਾ। ਅਨੰਦਪੁਰ ਸਾਹਿਬ ਜਿਹੜਾ ਉਹ 500 ਰੁਪਈਏ ਦਾ ਜਗ੍ਹਾ ਖਰੀਦ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਰਾਣੀ ਤਾਰਾ ਚੰਦ ਦੀ ਕੋਲੋਂ ਪਟਾ ਲਿਖਵਾਇਆ ਸੀ। ਉਹ ਕੋਈ ਉਹਦੇ ਕੋਲ ਦਾਨ ਨਹੀਂ ਸੀ ਲਿਆ, ਉਹ ਕੋਈ ਮਹਾਰਾਜ ਨੇ ਮੰਗ ਕੇ ਨਹੀਂ ਸੀ ਲਈ ਜਗ੍ਹਾ, ਉਹ ਗੁਰੂ ਸਾਹਿਬ ਦੀ ਆਪਣੀ ਖਰੀਦੀ ਜਗ੍ਹਾ ਸੀ। ਫਿਰ ਵੀ ਉਹ ਸੜਦਾ ਸੀਗਾ। ਅਤੇ ਮਾਤਾ ਗੁਜਰੀ ਜੀ ਨੂੰ, ਕਿਉਂਕਿ ਮਾਤਾ ਜੀ ਉਹਨੂੰ ਜਾਣਦੇ ਸਨ, ਉਹ ਮਾਤਾ ਜੀ ਨੂੰ ਮਾਤਾ ਜੀ ਕਹਿੰਦਾ ਸੀ। ਗੁਰੂ ਤੇਗ ਬਹਾਦਰ ਸਾਹਿਬ ਦੇ ਹੱਥੋਂ ਰਾਜਾ ਬਣਿਆ ਸੀ। ਇਸ ਕਰਕੇ ਭੀਮ ਚੰਦ ਕਹਿੰਦਾ ਵਕੀਲਾਂ ਨੂੰ, ਤੁਸੀਂ ਜਾਓ ਮਾਤਾ ਜੀ ਕੋਲ, ਮੇਰੇ ਵੱਲੋਂ ਮੱਥਾ ਟੇਕਿਆ ਜੀ। ਅਤੇ ਮਾਤਾ ਜੀ ਨੂੰ ਆਖਿਆ ਜੇ ਭੀਮ ਚੰਦ ਆਪ ਦੇ ਚਰਨਾਂ ਦਾ ਸੇਵਕ ਇਹ ਬੇਨਤੀ ਕਰਦਾ ਕਿ ਮਾਤਾ ਜੀ ਇਹ ਲੜਾਈ ਜਿਵੇਂ ਕਿਵੇਂ ਟਾਲੋ। ਹਾਂਜੀ, ਕਰੋ ਮਾਤ ਕੇ ਚਰਨ ਪ੍ਰਣਾਮੂ। ਮੇਰੇ ਵੱਲੋਂ ਮਾਤਾ ਗੁਜਰੀ ਜੀ ਦੇ ਚਰਨਾਂ 'ਚ ਪ੍ਰਣਾਮ ਕਰਿਆ ਜੀ, ਮੱਥਾ ਟੇਕਿਆ ਜੀ। ਜਿਮ ਹਮ ਧਰਮ ਕਰੈ ਕਹਿ ਦੀਜੈ। ਮਾਤਾ ਜੀ ਨੂੰ ਕਹਿ ਦਿਆ ਜੇ ਵੀ ਅਸੀਂ ਧਰਮ ਜਿਹੜੀ ਕਸਮ ਕਹਿੰਦੇ ਉਹ ਹੀ ਚੱਕ ਲੈਂਦੇ ਹਾਂ, ਜਿਹੜਾ ਅਸੀਂ ਧਰਮ ਕਰਾਂਗੇ ਤੇ ਪੂਰੇ ਉਤਰਾਂਗੇ। ਏਕ ਬਾਰ ਪੁਰ ਤਿਆਗਨ ਕੀਜੈ। ਇੱਕ ਵਾਰੀ ਆਨੰਦਪੁਰ ਦਾ ਕਿਲਾ ਛੱਡ ਦੇਣ ਗੁਰੂ ਸਾਹਿਬ ਜੀ। ਧਨ ਆਦਿਕ ਸਮਗਰੀ ਭਾਰੀ। ਔਰ ਜਿੰਨਾ ਗੁਰੂ ਘਰ ਦਾ ਖਜ਼ਾਨਾ ਹੈ, ਪੈਸਾ ਟਕਾ ਸਭ ਲੈ ਕੇ ਜਾਣਾ। ਅਸੀਂ ਕਿਸੇ ਚੀਜ਼ ਨੂੰ ਵੀ ਗੁਰੂ ਸਾਹਿਬ ਦੀ ਨੂੰ ਨੁਕਸਾਨ ਨਹੀਂ ਪਹੁੰਚਣਾ, ਨਾ ਗੁਰੂ ਸਾਹਿਬ ਦਾ ਜਾਨੀ ਨੁਕਸਾਨ ਹੋਣ ਦਿਆਂਗੇ, ਨਾ ਮਾਲੀ ਨੁਕਸਾਨ ਹੋਣ ਦਿਆਂਗੇ। ਲੀਜੈ ਆਪਣੀ ਸਰਬ ਸੰਭਾਰੀ। ਮਾਤਾ ਜੀ ਤੁਸੀਂ ਆਪਣਾ ਸਾਰਾ ਘਰ ਦਾ ਸਮਾਨ ਜੋ ਵੀ ਚੁੱਕਣਾ ਬੜੇ ਆਰਾਮ ਨਾਲ ਲੈ ਜਾਓ, ਚੁੱਕ ਕੇ। ਮੈਂ ਹੋਏ ਚਲਿਓ ਸੰਗ ਤੁਮਾਰੇ। ਤੇ ਮਾਤਾ ਜੀ ਭੀਮ ਚੰਦ ਕਹਿੰਦਾ ਮੈਂ ਤੁਹਾਡੇ ਨਾਲ ਚੱਲਾਂਗਾ, ਜਿੱਥੋਂ ਤੱਕ ਤੁਸੀਂ ਜਾਓਗੇ ਨਾ ਮੇਰੀ ਫੌਜ ਤੁਹਾਨੂੰ ਛੱਡ ਕੇ ਆਏਗੀ। ਭਾਵੇਂ ਤੁਸੀਂ ਮਾਲਵੇ ਜਾਓ ਜਾਂ ਮਾਝੇ 'ਚ ਜਾਓ ਜਾਂ ਕਿਤੇ ਹੋਰ ਜਾਓ, ਅਸੀਂ ਤੁਹਾਡੇ ਨਾਲ ਚੱਲਾਂਗੇ। ਦਿਓ ਲੰਘਾਏ ਬਿੰਦ ਦਲ ਸਾਰੇ। ਸਾਰੀਆਂ ਫੌਜਾਂ ਵਿੱਚੋਂ ਤੁਹਾਨੂੰ ਇੱਦਾਂ ਕੱਢ ਕੇ ਲੈ ਜਾਵਾਂਗੇ ਜਿਵੇਂ ਮੱਖਣ 'ਚ ਵਾਲ ਕੱਢ ਕੇ ਲੈ ਜਾਂਦੇ ਕਿ। ਹਾਂਜੀ, ਪੁਨ ਗਮਨੀ ਹੋ ਚਿਤ ਚਾਹਤ ਜਹਾਂ। ਫਿਰ ਤੁਹਾਡੀ ਮਰਜ਼ੀ ਹੈ, ਰੋਪੜ ਟੱਪ ਕੇ ਤੁਸੀਂ ਜਿੱਥੇ ਜਾਣਾ ਚਲੇ ਜਾਣਾ, ਮੈਂ ਤੁਹਾਡੇ ਨਾਲ ਹਾਂ। ਮੈਨੂੰ ਜੋ ਹੁਕਮ ਕਰੋਗੇ ਮਾਤਾ ਜੀ, ਮੈਂ ਤਾਂ ਤੁਹਾਡਾ ਸੇਵਕ ਹਾਂ। ਮੈਂ ਤਾਂ ਦਾਦਾ ਜੀ ਤੋਂ, ਤਾਰਾ ਚੰਦ ਤੋਂ ਤੁਹਾਡਾ ਕਰਜਾਈ ਹਾਂ। ਮੇਰੇ ਪਿਤਾ ਦੀਪ ਚੰਦ ਜੀ ਤੁਹਾਡੇ ਸੇਵਕ ਰਹੇ, ਅਤੇ ਮੈਨੂੰ ਤਾਂ ਮਹਾਰਾਜ ਵੱਡੇ ਪਾਤਸ਼ਾਹ ਨੇ ਗੱਦੀ 'ਤੇ ਬਿਠਾਇਆ 9ਵੇਂ ਸਤਿਗੁਰਾਂ ਨੇ, ਅਤੇ ਮੈਂ ਭਲਾ ਤੁਹਾਡੇ ਤੋਂ ਦੂਰ ਹੋ ਸਕਦਾ? ਦੇਖੋ ਕਿੱਡਾ ਕਪਟੀ ਭੀਮ ਚੰਦ, ਗੱਲ ਕਰਨ ਦਾ ਤਰੀਕਾ ਦੇਖੋ ਉਹਦਾ। ਹਾਂਜੀ, ਲਸ਼ਕਰ ਪਰੇ ਮੋਹੇ ਦੁਖ ਮਹਾ। ਮੇਰੀ ਫੌਜ ਵੀ ਦੁਖੀ ਹੈ, ਬਾਦਸ਼ਾਹ ਦੀ ਫੌਜ ਵੀ ਦੁਖੀ ਹੈ। ਮਾਤਾ ਜੀ ਬਖੇੜਾ ਬਹੁਤਾ ਵੱਧ ਚੁੱਕਾ ਹੈ, ਇਹਨੂੰ ਹੁਣ ਤੁਸੀਂ ਨਿਬੇੜੋ ਜਿਵੇਂ ਵੀ ਹੁੰਦਾ। ਦੇਸ਼ ਗਿਰਨ ਕੋ ਭਇਓ ਬਿਨਾਸ਼ੀ। ਪਹਾੜ ਦਾ ਸਾਡਾ ਸਾਰਾ ਇਲਾਕਾ ਬਰਬਾਦ ਹੋ ਗਿਆ। ਹਾਂਜੀ, ਉਜਰੀ ਪ੍ਰਜਾ ਕਹਾਂ ਕ੍ਰਿਖ ਰਾਖੀ। ਹਾਂ, ਪ੍ਰਜਾ ਸਾਡੀ ਉਜੜ ਗਈ ਹੈ, ਖੇਤੀਬਾੜੀ ਹੋ ਨਹੀਂ ਰਹੀ, ਅਸੀਂ ਆਪ ਬੜੇ ਤੰਗ ਆ ਮਾਤਾ ਜੀ। ਜਾਂ ਤ ਚਹੋ ਜੋ ਮਿਟੈ ਬਖੇਰਾ। ਮੈਂ ਚਾਹੁੰਦਾ ਲੜਾਈ ਟਲ ਜਾਵੇ ਮਾਤਾ ਜੀ। ਮਨ ਹੋ ਬਿਨਾ ਸਹਿਤ ਬਚ ਮੇਰਾ। ਇਹ ਬੇਨਤੀ ਮੰਨੋ ਮਾਤਾ ਜੀ। ਉਤ ਹਜਰਤ ਬਹੁ ਲਿਖੈ ਇਹ ਪਠਾਏ। ਦੇਖੋ ਬਾਦਸ਼ਾਹ ਨੇ ਵੀ ਲਿਖ ਕੇ ਭੇਜਿਆ, ਔਰੰਗਜ਼ੇਬ ਨੇ। ਹਿਤ ਕਰ ਮਿਲਬੈ ਹੇਤ ਬੁਲਾਏ। ਤਾਂ ਗੁਰੂ ਜੀ ਨੂੰ ਬੁਲਾ ਕੇ ਭੇਜਿਆ ਵੀ ਗੁਰੂ ਜੀ ਮੇਰੇ ਕੋਲ ਔਰੰਗਾਬਾਦ ਆ ਕੇ ਅਹਿਮਦਨਗਰ ਦੱਖਣ ਜਾ ਕੇ ਮਿਲਣ ਮੈਨੂੰ। ਬਾਦਸ਼ਾਹ ਕਲਗੀਧਰ ਜੀ ਦੇ ਦਰਸ਼ਨ ਕਰਨੇ ਚਾਹੁੰਦਾ ਹੈ। ਇਹਦੀ ਆਦਿਕ ਦੂਤਨ ਸਨ ਕਹਿ ਕੈ। ਇਸ ਤਰ੍ਹਾਂ ਦੂਤਾਂ ਨੂੰ ਮਿੱਠੀਆਂ ਮਿੱਠੀਆਂ ਗੱਲਾਂ ਸਿਖਾ ਕੇ ਭੀਮ ਚੰਦ ਨੇ ਤੋਰ ਦਿੱਤਾ। ਪਠੇ ਮਾਥ ਡਿਗ ਨਿਕਸੈ ਚੈ ਕੈ। ਹੁਣ ਇਹ ਸਾਰੇ ਵਕੀਲ ਕਲਗੀਧਰ ਜੀ ਕੋਲ ਨਹੀਂ ਗਏ, ਕਿਉਂਕਿ ਮਹਾਰਾਜ ਤਾਂ ਅੱਗੋਂ ਖਰੀਆਂ ਸੁਣਾ ਕੇ ਇਹਨਾਂ ਦੀ ਚੰਗੀ ਖੁੰਬ ਠੱਪ ਦਿੰਦੇ ਸਨ। ਇਹ ਹੁਣ ਮਾਤਾ ਜੀ ਕੋਲ ਚਲੇ ਗਏ। ਪ੍ਰਥਮ ਸਕਲ ਹੀ ਗੁਰ ਡਿਗ ਆਏ। ਮਾਤਾ ਪਹਿਲਾਂ ਤੇ ਮਹਾਰਾਜ 10ਵੇਂ ਪਾਤਸ਼ਾਹ ਜੀ ਕੋਲ ਆਏ, ਹਾਥ ਜੋੜ ਕਰ ਸੀਸ ਨਵਾਏ। ਹੱਥ ਜੋੜ ਕੇ ਮਹਾਰਾਜ ਨੂੰ ਮੱਥਾ ਟੇਕਿਆ। ਬੈਠ ਗਏ ਬਰਤਾਂਤ ਬਖਾਨਾ। ਮਹਾਰਾਜ ਨੂੰ ਆ ਕੇ ਮੱਥਾ ਟੇਕ ਕੇ ਕਹਿਣ ਲੱਗੇ, ਸ੍ਰੀ ਸਤਿਗੁਰੂ ਸੁਜਾਨ ਮਹਾਨਾ। ਹੇ ਮਹਾਰਾਜ ਜੀ, ਸੱਚੇ ਪਾਤਸ਼ਾਹ ਜੀ, ਤੁਸੀਂ ਸੁਜਾਨ ਹੋ। ਉਮਰਾਵਨ ਅਰ ਗਿਰਪਤ ਸਾਰੇ। ਸਾਨੂੰ ਫਿਰ ਭੇਜਿਆ ਰਾਜਿਆਂ ਨੇ, ਉਮਰਾਵਾਂ ਨੇ। ਸਭ ਇੱਕ ਥਲ ਮਿਲ ਇੱਕ ਮਤ ਧਾਰੇ। ਸਾਰਿਆਂ ਨੇ ਇੱਕ ਮਤੇ ਹੋ ਕੇ ਗੱਲ ਕੀਤੀ ਹੈ। ਹਜ਼ਰਤ ਲਿਖ ਤਾਕੀਦ ਪਠਾਈ। ਆਪ ਜੀ ਦੇ ਚਰਨਾਂ 'ਚ ਬਾਦਸ਼ਾਹ ਨੇ ਵੀ ਲਿਖ ਕੇ ਬੇਨਤੀ ਕੀਤੀ ਹੈ। ਬੋਲਨ ਆਪ ਸਾਥ ਲਲਚਾਈ। ਬਾਦਸ਼ਾਹ ਕਹਿੰਦਾ ਕਿ ਮੈਂ ਇੱਕ ਵਾਰੀ 10ਵੇਂ ਪਾਤਸ਼ਾਹ ਨੂੰ ਮਿਲਣਾ ਚਾਹੁੰਦਾ, ਉਹ ਕਿਰਪਾ ਕਰਕੇ ਇੱਥੇ ਆ ਜਾਣ ਦੱਖਣ ਵਿੱਚ। ਬਬਿਦ ਬਦਨ ਕੇ ਗੁਣ ਸੁਨ ਧਾਰੇ। ਮਹਾਰਾਜ ਤੁਹਾਡੇ ਬਹੁਤ ਸਾਰੇ ਗੁਣ ਸੁਣ ਕੇ ਬਾਦਸ਼ਾਹ ਪ੍ਰਭਾਵਿਤ ਹੋਇਆ ਪਿਆ। ਆਵਹਿ ਆਪ ਕੇ ਲਹਿ ਹਕਾਰੇ। ਜਾਂ ਤਾਂ ਬਾਦਸ਼ਾਹ
ਤੁਹਾਡੇ ਦਰਸ਼ਨ ਕਰਨ ਇੱਥੇ ਆਉਣਾ ਚਾਹੁੰਦਾ ਸੀ, ਪਰ ਉਹ ਦੱਖਣ 'ਚ ਹੈ, ਉੱਥੋਂ ਆਉਣਾ ਮੁਸ਼ਕਲ ਹੈ। ਤੁਹਾਨੂੰ ਬੁਲਾ ਰਿਹਾ ਕਿ ਤੁਸੀਂ ਕਿਰਪਾ ਕਰਕੇ ਤਸ਼ਰੀਫ ਲਿਆਓ। ਸ਼ਾਹੋ ਆਪ ਜੇ ਚਾਹਤ ਐਸੇ। ਜੇ ਬਾਦਸ਼ਾਹ ਇਸ ਤਰ੍ਹਾਂ ਚਾਹੁੰਦਾ ਵੀ ਤੁਹਾਨੂੰ ਮਿਲਣਾ ਚਾਹੁੰਦਾ, ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਹੈ, ਵਿਪਰੈ ਅਪਰ ਕਰੈ ਕੋ ਕੈਸੇ। ਫਿਰ ਹੋਰ ਕਿਸੇ ਦੀ ਕਿਆ ਮਜਾਲ ਹੈ ਤੁਹਾਡੇ ਉਲਟ ਕੋਈ ਕੁਸਕ ਵੀ ਜਾਵੇ। ਤਜੋ ਜੰਗ ਕੀ ਬਾਤ ਨ ਨੀਕੀ। ਮਹਾਰਾਜ ਜੰਗ ਦੀ ਗੱਲ ਛੱਡੋ, ਇਹ ਕੋਈ ਚੰਗੀ ਗੱਲ ਥੋੜਾ। ਲੜਾਈ ਪੜਾਈ ਦਾ ਨੁਕਸਾਨ ਹੀ ਹੁੰਦਾ, ਜਿਸ ਮੈਂ ਮ੍ਰਿਤੂ ਹੋਏ ਸਭ ਹੀ ਕਿਉਂਕਿ ਕੀ। ਲੜਾਈ 'ਚ ਤੇ ਮੌਤਾਂ ਹੁੰਦੀਆਂ ਨੇ। ਹਾਂਜੀ, ਏਕ ਬਾਰ ਤਜ ਦੁਰਜ ਸਿਧਾਰੋ। ਇੱਕ ਵਾਰੀ ਕਿਲਾ ਛੱਡ ਕੇ ਨਿਕਲ ਜਾਓ, ਕੁਨ ਜਹ ਇੱਛਾ ਤਹਾਂ ਬਹਾਰੋ। ਜਿੱਥੇ ਤੁਹਾਡੀ ਇੱਛਾ ਉੱਥੇ ਘੁੰਮੋ ਫਿਰੋ, ਸਾਰਾ ਮੁਲਕ ਤੁਹਾਡਾ ਹੈ। ਕਹੀ ਨਾ ਤਿਨ ਕੀ ਸਤਿਗੁਰ ਮਾਨੀ। ਮਹਾਰਾਜ ਸੱਚੇ ਪਾਤਸ਼ਾਹ ਕੋਲ ਤਾਂ ਐਵੇਂ ਹੀ ਜਿਵੇਂ ਗੁੰਗਲਾਂ ਤੋਂ ਮਿੱਟੀ ਝਾੜਨੀ ਹੁੰਦੀ ਨਾ, ਉਹ ਵੀ ਜੇ ਮਾਤਾ ਕੋਲ ਸਿੱਧੇ ਜਾਵਾਂਗੇ ਤੇ ਮਹਾਰਾਜ ਕਹਿਣਗੇ ਵੀ ਮੈਨੂੰ ਪੁੱਛ ਕੇ ਨਹੀਂ ਗਏ। ਉੱਥੇ ਤਾਂ ਉਹਨਾਂ ਨੇ ਉਹੀ ਗੱਲ ਦੋ ਚਾਰ ਕੀਤੀਆਂ ਤੇ ਮਹਾਰਾਜ ਨੇ ਨਹੀਂ ਮੰਨੀਆਂ। ਤੁਮ ਸਭ ਝੂਠ ਕਹਿਤ ਸੋ ਬਾਨੀ। ਮਹਾਰਾਜ ਕਹਿੰਦੇ ਤੁਸੀਂ ਸਭ ਝੂਠ ਬੋਲਦੇ ਹੋ। ਜੋ ਨਿਤ ਪੂਜਾ ਕਰੈ ਪਖਾਨ। ਜਿਹੜੇ ਖੁਦ ਪੱਥਰਾਂ ਨੂੰ ਪੂਜਦੇ ਹੋਣ, ਤਿਨ ਕੀ ਬੁੱਧ ਪਖਾਨ ਸਮਾਨ। ਉਹਨਾਂ ਦੀ ਬੁੱਧੀ ਵੀ ਪੱਥਰ ਵਰਗੀ ਹੋ ਜਾਂਦੀ, ਪੱਥਰ ਜਿਨ੍ਹਾਂ ਦੇ ਚਿੱਤ। ਹਾਂਜੀ, ਅਰ ਅਬ ਰੰਗ ਕੋ ਕਹਾਂ ਬਸਾਸੂ। ਬਾਕੀ ਉਹ ਰੰਗਜੇਬ ਦਾ ਕੀ ਭਰੋਸਾ ਕਰੀਏ। ਰਾਜ ਹੇਤ ਕਰ ਪਿਤਾ ਬਿਨਾਸੂ। ਉਹਨੇ ਆਪਣੇ ਰਾਜ ਪਿੱਛੇ ਪਿਓ ਮਾਰ ਦਿੱਤਾ ਸੀ ਆਪਣਾ। ਵੱਡਾ ਭਰਾਤ ਜੋ ਦਾਰਸ਼ ਕੋ। ਵੱਡਾ ਭਰਾ ਸੀ ਦਾਰਾ ਸ਼ਿਕੋ, ਸਤ ਸੰਗੀ ਤੈ ਸੋ ਕਰ ਧਰੋ। ਉਹ ਬੜਾ ਸਤਸੰਗੀ ਸੀ, ਧੋਖੇ ਨਾਲ ਉਹ ਵੀ ਮਰਵਾ ਦਿੱਤਾ ਸੀ। ਮਾਰ ਦਿਓ ਨਹਿ ਬਿਲਮ ਲਗਾਈ। ਦਾਰਾ ਸ਼ਿਕੋ ਨੂੰ ਮਾਰਿਆ, ਸ਼ਾਹਜਹਾਨ ਆਪਣੇ ਪਿਓ ਨੂੰ ਵੀ ਮਾਰਿਆ ਔਰੰਗਜ਼ੇਬ ਨੇ। ਤਿਮ ਹੀ ਅਪਰ ਹਤੇ ਜੁਗ ਭਾਈ। ਔਰ ਜਿਹੜੇ ਦੋ ਭਰਾ ਸਨ ਉਹ ਵੀ ਮਰਾ ਤੇ। ਸੋ ਅਬ ਕਹਾਂ ਅਹਦ ਕੋ ਜਾਨ ਹੈ। ਉਸ ਹਜ਼ਰਤ ਬਾਦਸ਼ਾਹ ਔਰੰਗਜ਼ੇਬ ਨੂੰ ਧਰਮ ਦਾ ਕੀ ਪਤਾ ਹੈ। ਦੌਲਤ ਹੀ ਖੁਦਾਏ ਕਰ ਮਾਨੈ। ਉਹ ਤਾਂ ਪੈਸੇ ਨੂੰ ਹੀ ਖੁਦਾ ਮੰਨਦਾ ਹੈ, ਪੈਸੇ ਦਾ ਪੁੱਤਰ ਬਣਿਆ ਹੋਇਆ। ਇਤਿਆਦਿਕ ਸਤ ਗੁਰੂ ਸੁਨਾਈ। ਏਦਾਂ ਮਹਾਰਾਜ ਨੇ ਕਰੜੇ ਕਰੜੇ ਬਚਨ ਸੁਣਾ ਦਿੱਤੇ। ਹੁਣ ਉੱਠ ਗਏ ਜਹਾਂ ਥਿਰ ਮਾਈ। ਹੁਣ ਉੱਠ ਕੇ ਉਹਨੂੰ ਪਤਾ ਸੀ ਵੀ ਇੱਥੋਂ ਦਾ ਇਹੀ ਜਵਾਬ ਮਿਲਣਾ। ਉਹ ਮਾਤਾ ਜੀ ਕੋਲ ਗਏ। ਫਿਰ ਭੇਦ ਦੰਡ ਸੋ ਬਾਕ ਮਿਲਾਵੈ। ਹੁਣ ਉਹਨਾਂ ਨੇ ਦੰਡ ਭੇਦ ਦੀਆਂ ਗੱਲਾਂ ਕੀਤੀਆਂ। ਬਹੁ ਬਿਦ ਤੇ ਮਾਤ ਹੈ ਸਮਝਾਵੈ। ਮਾਤਾ ਜੀ ਨੂੰ ਬਹੁਤ ਤਰੀਕੇ ਨਾਲ ਪਿਆਰ ਨਾਲ ਵੀ ਗੱਲਾਂ ਚ ਡਰ ਵੀ ਦੇ ਦਿੰਦੇ ਸਨ। ਮਾਤਾ ਜੀ ਪਿੱਛੇ ਬਚਣਾ ਹੀ ਕੁਛ ਨਹੀਂ, ਰਹਿਣਾ ਹੀ ਕੁਛ ਨਹੀਂ, ਇਦਾਂ ਦੀਆਂ ਗੱਲਾਂ ਵੀ ਕਰਦੇ। ਹਾਂਜੀ, ਸੁਨੋ ਮਾਤ ਬਾਤ ਹੈ ਵਿਖਿਆਤ। ਹੈ ਮਾਤਾ ਜੀ ਗੱਲ ਵਿਖਿਆਤ ਹੈ, ਪ੍ਰਗਟ ਹੈ, ਤੁਸੀਂ ਸਿਆਣੇ ਹੋ ਮਾਤਾ ਜੀ। ਨਿਰਪ ਉਪਰਾਵ ਸਪਤ ਸਭ ਖਾਤ। ਸਾਰੇ ਰਾਜੇ ਤੇ ਬਾਦਸ਼ਾਹ ਕਸਮਾਂ ਖਾ ਰਹੇ ਨੇ। ਜਿਮ ਮਨ ਮਾਨੈ ਧਰਮ ਕਰਾਵੋ। ਜਿਵੇਂ ਤੁਹਾਡਾ ਮਨ ਮੰਨਦਾ ਮਾਤਾ ਜੀ ਉਦਾਂ ਕਸਮ ਕਰਾ ਲਓ। ਤੁਸੀਂ ਦੱਸੋ ਵੀ ਕਿੱਦਾਂ ਦੀ ਕਸਮ ਖਾਈਏ, ਕਿਵੇਂ ਲਿਖ ਕੇ ਦਈਏ। ਤਿਨ ਪਰ ਨਿਜ ਵਿਸ਼ਵਾਸ ਟਿਕਾਵੋ। ਬਸ ਸਿਰਫ ਵਿਸ਼ਵਾਸ ਕਰੋ ਤੁਸੀਂ ਸਾਡੀਆਂ ਕਸਮਾਂ ਉੱਤੇ। ਨਿਕਸਿਓ ਵਹਿਰ ਨਾ ਕਰੋ ਅੰਦੇਸਾ। ਬਾਹਰ ਨਿਕਲੋ ਤੇ ਅੰਦੇਸ਼ਾ ਨਾ ਕਰੋ। ਲਿਓ ਬਚਾਏ ਪਰਿਵਾਰ ਅਸ਼ੇਸ਼ਾ। ਆਪਣੇ ਬੱਚੇ ਬਚਾ ਲਓ ਮਾਤਾ ਜੀ, ਪਰਿਵਾਰ ਬਚਾ ਲਓ ਆਪਣਾ। ਸਿਰੋ ਕੋਨ ਕਾਰਜ ਸਰ ਜਾਏ। ਇੱਥੇ ਰਹਿਣ ਨਾਲ ਕੀ ਸੁਧਰ ਚੱਲਿਆ ਮਾਤਾ ਜੀ, ਇੱਥੇ ਕੀ ਕਰੋਗੇ ਤੁਸੀਂ, ਭੁੱਖ ਨਾਲ ਮਰੋਗੇ। ਜੇ ਨਿਕਸਿਓ ਕਿਆ ਹੋਏ ਤੇ ਬਿਗਰਾਏ। ਜੇ ਬਾਹਰ ਨਿਕਲੋਗੇ ਕੀ ਵਿਗੜ ਜਾਏਗਾ। ਜਗ੍ਹਾ ਧਰਤੀ ਸਾਰੀ ਖੁੱਲੀ ਹੈ, ਫੇਰ ਆ ਜਾਣਾ ਤੁਸੀਂ ਇੱਥੇ। ਜੈ ਕੈ ਸੰਗਤ ਹੈ ਗੁਰ ਕੇਰੀ। ਨਾਲੇ ਗੁਰੂ ਦੀ ਸੰਗਤ ਸਾਰੇ ਪਾਸੇ, ਮਾਝੇ ਮਾਲਵੇ ਦੁਆਬੇ, ਜਿੱਥੇ ਗੁਰੂ ਸਾਹਿਬ ਜਾਣ ਸੰਗਤ ਉੱਥੇ ਹੀ ਗੁਰੂ ਦੀ ਹੈ। ਜੈ ਬੈਠੋ ਤਹ ਆਏ ਕਨੇਰੀ। ਜਿੱਥੇ ਬੈਠੋਗੇ ਉੱਥੇ ਸੰਗਤ ਆ ਜਾਏਗੀ। ਨਗਰ ਤੁਮਾਰਾ ਰਹੇ ਸਦਾਏ। ਹੇ ਮਾਤਾ ਜੀ, ਨਗਰ ਤੁਹਾਡਾ ਹੀ ਰਹਿਣਾ ਹੈ। ਅਬ ਨਿਕਸੋ ਦੇਹ ਰਾਰ ਮਿਟਾਏ। ਹੁਣ ਤੁਸੀਂ ਕਿਰਪਾ ਕਰਕੇ ਨਿਕਲੋ ਤੇ ਝਗੜਾ ਮਿਟਾਓ। ਲਾਖੋਂ ਲੋਕ ਵਹਿਰ ਹਰ ਖਾਵਹਿ। ਨਾਲੇ ਬਾਹਰ ਦੁਨੀਆ ਖੁਸ਼ ਹੋਵੇਗੀ ਮਾਤਾ ਜੀ ਹੋਰੀ ਆ ਗਏ ਹਨ। ਸਿੱਖ ਸੰਗਤ ਤੁਮਰੀ ਸੁਖ ਭਾਵ। ਸੰਗਤ ਦੂਰ ਦੂਰ ਬੈਠੀ ਚਿੰਤਤ ਹੋ ਰਹੀ ਹੈ, ਸੰਗਤ ਦੀ ਚਿੰਤਾ ਵੀ ਦੂਰ ਹੋ ਜਾਏਗੀ। ਨਾਹਿਕ ਇਨ ਕਰ ਰਖਿਓ ਬਖੇਰਾ। ਇਹ ਗੁਰੂ ਸਾਹਿਬ ਨੇ ਬਿਨਾਂ ਮਤਲਬ ਦੇ ਨਾ ਹੱਕ ਲੜਾਈ ਛੇੜੀ ਹੋਈ ਹੈ, ਤਾਂ ਕੋਈ ਮਤਲਬ ਹੀ ਨਹੀਂ, ਕੋਈ ਸਿਰ ਪੈਰ ਹੀ ਨਹੀਂ ਹੈ ਮਾਤਾ ਜੀ ਲੜਾਈ ਦਾ। ਮਾਤਾ ਤੁਮ ਮਿਟਾਏ ਇੱਕ ਬੇਰਾ। ਇਹ ਤੁਸੀਂ ਮਿਟਾਓ ਮਾਤਾ ਜੀ, ਇੱਕ ਵਾਰੀ ਲੜਾਈ ਟਾਲੋ। ਪ੍ਰਿਥਮੈ ਗੁਰ ਸੁਤ ਕੋ ਸਮਝਾਇਓ। ਪਹਿਲਾਂ ਤੇ ਗੁਰੂ ਸਾਹਿਬ ਨੂੰ ਸਮਝਾਓ, ਉਹਨਾਂ ਨੂੰ ਮਨਾਓ ਵੀ ਉਹ ਕਿਲਾ ਛੱਡ ਦੇਣ। ਜਿਮ ਮਨ ਹੈ ਤਿਮ ਹੀ ਮਨਵਾਇਓ। ਜਿਵੇਂ ਮੰਨਦੇ ਨੇ ਉਵੇਂ ਹੀ ਮਨਾ ਲਓ ਮਾਤਾ ਜੀ। ਨਹੀਂ ਸੁਭਾਵ ਫਿਰੈ ਜੇ ਫੀਰੇ। ਜੇ ਮਾਤਾ ਜੀ ਦਾ ਸੁਭਾਅ ਨਹੀਂ ਬਦਲਦਾ, ਮੰਨ ਲਓ ਕਿਸੇ ਤਰੀਕੇ ਨਾਲ ਵੀ ਹਾਂ ਨਹੀਂ ਕਰਦੇ, ਇਹ ਸੁਭਾਵ ਵਿਸਾਲ ਕਰੇਰੇ। ਕਿ ਸੁਭਾਅ ਕਰਾਰਾ ਬਹੁਤਾ ਹੈ, ਕਰੜਾ ਸੁਭਾਅ ਹੈ ਇਹਨਾਂ ਦਾ, ਕਿਸੇ ਦੀ ਗੱਲ ਨਹੀਂ ਮੰਨਦੇ, ਡਾਢੇ ਹਨ, ਜਰਾ ਜ਼ਿਆਦਾ ਹੀ ਡਾਢੇ ਹਨ।
ਕਉ ਆਪਣੀ ਤਿਆਰੀ ਤੁਮ ਕਰੋ। ਤਾਂ ਫਿਰ ਮਾਤਾ ਜੀ ਤੁਸੀਂ ਤਿਆਰੀ ਕਰ ਲਓ ਆਪਣੀ। ਪੰਥ ਦੇਸ਼ ਜੰਗਲ ਕੇ ਭਰੋ। ਤੁਸੀਂ ਦੰਗਲ ਦੇਸ਼ ਵੱਲ ਚਲੇ ਜਾਓ, ਮਾਲਵੇ ਵੱਲ, ਤੁਹਾਡੀ ਸਿੱਖੀ ਬਹੁਤ ਹੈ ਉਧਰ। ਪਿਛੇ ਆਪ ਨਿਕਸ ਕਰ ਐ ਜੇ ਹੈ। ਤੁਸੀਂ ਚਲੇ ਗਏ ਨਾ ਮਾਤਾ ਜੀ, ਇਹਨਾਂ ਨੇ ਆਪੇ ਪਿੱਛੇ ਆ ਜਾਣਾ, ਇਹ ਤੁਹਾਨੂੰ ਇਕੱਲੇ ਨੂੰ ਥੋੜਾ ਤੋਰਨਗੇ। ਦੇਖੋ ਨੀਤੀ ਬੜੀ ਉਹਨਾਂ ਦੀ। ਹਾਂਜੀ, ਕਹਿ ਤੁਮਰੇ ਹੀ ਸੰਗ ਮਿਲੈ ਹੈ। ਤੁਹਾਡੇ ਨਾਲ ਹੀ ਚਲੇ ਜਾਣਾ ਇਹਨਾਂ ਨੇ ਮਾਤਾ ਜੀ। ਤੁਸੀਂ ਇੱਕ ਵਾਰੀ ਤੁਰੋ ਤਾਂ ਸਹੀ। ਵਧਿਓ ਬਖੇਰਾ ਇਮ ਹੋਏ ਥੋਰਾ। ਇਹ ਬਖੇੜਾ ਟਲ ਜਾਏਗਾ, ਲੜਾਈ ਟਲ ਜਾਏਗੀ, ਜਾਨਾਂ ਬਚ ਜਾਣਗੀਆਂ ਮਾਤਾ ਜੀ। ਜੇ ਨਹਿ ਮਨ ਹੋ ਰਨ ਹੋਏ ਘੋਰਾ। ਜੇ ਨਹੀਂ ਮੰਨੋਗੇ ਤੇ ਲੜਾਈ ਤਾਂ ਫਿਰ ਚੱਲ ਹੀ ਰਹੀ ਹੈ, ਅੱਜ ਨਹੀਂ ਤੇ ਕੱਲ, ਬਾਕੀ ਸਾਰੇ ਮਾਰੇ ਜਾਣਗੇ। ਇਮ ਸ੍ਰੀ ਗੁਜਰੀ ਕੋ ਸਮਝਾਇਓ। ਇਹਦਾ ਮਾਤਾ ਗੁਜਰੀ ਜੀ ਨੂੰ ਸਮਝਾ ਰਹੇ ਨੇ ਤੁਰਕ ਤੇ ਵਕੀਲ। ਜਿਉ ਕਿਉ ਨਿਕਸਨ ਕੋ ਠਹਿਰਾਇਓ। ਜਿਵੇਂ ਕਿਵੇਂ ਮਾਤਾ ਨੂੰ ਮਨਾ ਲਿਆ। ਹਾਂਜੀ, ਕਹਿਓ ਮਾਤ ਤਬ ਤੁਮ ਅਬ ਜਾਵੋ। ਮਾਤਾ ਕਹਿਣ ਲੱਗੀ ਤੁਸੀਂ ਜਾਓ, ਹੁਣ ਫਿਕਰ ਨਾ ਕਰੋ, ਮੈਂ ਮਨਾਵਾਂਗੀ। ਧਰਮ ਇਮਾਨ ਦੋਹਿਨ ਤੇ ਲਿਆਵੋ। ਜਾਓ, ਇੰਜ ਕਰੋ, ਇੱਕ ਵਾਰੀ ਮੈਨੂੰ ਬਾਦਸ਼ਾਹ ਦੀ ਲਿਖਤ ਤੇ ਪਹਾੜੀ ਰਾਜਿਆਂ ਦੀ ਲਿਖਤ ਧਰਮ ਈਮਾਨ ਕਰਾ ਕੇ ਲਿਆ ਦਿਓ, ਫਿਰ ਮੈਂ ਆਪੇ ਲੈ ਚੱਲਾਂਗੀ ਗੁਰੂ ਜੀ ਨੂੰ। ਮੈਂ ਸੁਤ ਕੋ ਸਮਝਾਏ ਦਿਖਾਵੋ। ਮੈਂ ਸਮਝਾਨੀ ਆ ਆਪਣੇ ਲਾਲ ਨੂੰ। ਦੇਖਤ ਹਿਰਦੈ ਪਤੀਤ ਉਪਾਵੋ। ਔਰ ਜਦੋਂ ਕਸਮਾਂ ਤੁਹਾਡੀਆਂ ਵੇਖਾਂਗੀ ਨਾ ਮੈਂ, ਫਿਰ ਮੈਂ ਤੁਹਾਡੇ ਤੇ ਤਵਾਰ ਕਰਕੇ ਗੁਰੂ ਸਾਹਿਬ ਨੂੰ ਲੈ ਚੱਲਾਂਗੀ। ਠਾਕਰ ਧੇਨ ਬ੍ਰਿਪਰ ਲੈ ਆਵੈ। ਇਧਰੋਂ ਬਾਹਮਣ ਜਿਹੜਾ ਹੈ ਉਹ ਗਊ ਆਟੇ ਦੀ ਬਣਾ ਕੇ ਤੇ ਠਾਕਰ ਰੱਖ ਕੇ ਥਾਲੀ 'ਚ ਲੈ ਆਵੇ। ਕਰੇ ਸਪਤ ਗਿਰਪਤੀ ਪਠਾਵੈ। ਬ੍ਰਾਹਮਣ ਪਹਾੜੀ ਰਾਜਿਆਂ ਵੱਲੋਂ ਕਸਮ ਪਾਵੇ ਹਜਰਤ ਦਿਸ਼ ਤੇ ਸਦਤ ਆਵੇ। ਤੇ ਬਾਦਸ਼ਾਹ ਵੱਲੋਂ ਮੁਸਲਮਾਨ ਕਾਜੀ ਆਵੇ, ਆਨ ਸਮੇਤ ਕੁਰਾਨ ਉਠਾਵੈ। ਕੁਰਾਨ ਚੁੱਕ ਕੇ ਲਿਆਵੇ ਮੇਰੇ ਸਾਹਮਣੇ। ਮਾਤਾ ਵਿਚਾਰੀ ਭੋਲੀ, ਕੀ ਜਾਣੇ ਵੀ ਇਹਨਾਂ ਦੀਆਂ ਕੁਰਾਨਾਂ ਨੇ ਕੁਛ ਨਹੀਂ ਸਵਾਰਨਾ। ਕਹਿੰਦੇ ਕੁਰਾਨ ਲਿਖ ਕੇ ਲਿਆਓ, ਉਹਦੇ ਉੱਤੇ ਮੇਰੇ ਸਾਹਮਣੇ ਸਿਰ ਤੇ ਚੁੱਕ ਕੇ ਕਾਜੀ ਕਸਮ ਪਾਵੇ, ਮੁੱਲਾ ਕਸਮ ਪਾਵੇ। ਹਾਂਜੀ, ਆਛੀ ਬਾਤ ਮਾਤ ਹਮ ਜਾਏ। ਉਹ ਉਸੇ ਵੇਲੇ ਖੁਸ਼ ਹੋ ਗਏ, ਕਹਿੰਦੇ ਮਾਤਾ ਜੀ ਅੱਛੀ ਗੱਲ, ਹੁਣੇ ਜਾਂਦੇ ਹਾਂ ਅਸੀਂ। ਹਾਂਜੀ, ਜਿਮ ਤੁਮ ਉਚਰੋ ਤਿਮ ਲੈ ਆਏ। ਜਿਵੇਂ ਤੁਸੀਂ ਕਹਿੰਦੇ ਉਵੇਂ ਕਰਕੇ ਲਿਆਵਾਂਗੇ, ਤੁਸੀਂ ਫਿਕਰ ਨਾ ਕਰੋ, ਭਾਵੇਂ ਸਾਡੇ ਤੋਂ 1000 ਕਸਮ ਪਵਾ ਲਓ, ਤੁਸੀਂ ਇੱਕ ਵਾਰੀ ਗੁਰੂ ਜੀ ਨੂੰ ਮਨਾਓ ਤਾਂ ਸਹੀ। ਕਹਿ ਕਰ ਦੂਤ ਵਹਿਰ ਕੋ ਗਏ। ਸਾਧ ਸੰਗਤ ਜੀ ਦੂਤ ਇਸ ਤਰ੍ਹਾਂ ਬਾਹਰ ਨੂੰ ਚੱਲ ਪਏ। ਹਾਂਜੀ, ਨਿਰਪਨ ਪ੍ਰਸੰਗ ਸਨਾਵਤ ਭੈ। ਜਾ ਕੇ ਰਾਜਿਆਂ ਨੂੰ ਖਬਰ ਦਿੱਤੀ, ਰਾਜਿਆਂ ਨੂੰ ਵੀ ਖੁਸ਼ੀ ਚੜ ਗਈ। ਪਰ ਸਾਧ ਸੰਗਤ ਜੀ ਹੋਣਾ ਤਾਂ ਉਹੀ ਸੀ ਜੋ ਅਕਾਲ ਪੁਰਖ ਨੇ ਲਿਖਿਆ ਹੋਇਆ ਸੀ, ਤੇ ਮਹਾਰਾਜ ਜਾਣਦੇ ਵੀ ਸੀ ਵੀ ਇਦਾਂ ਪਾਣਾ ਵਰਤਣਾ। ਪਰ ਗੁਰੂ ਸਾਹਿਬ ਤਾਂ ਰੁਕ ਰਹੇ ਸਨ ਵੀ ਕੱਲ ਨੂੰ ਕੋਈ ਇਹ ਨਾ ਕਹਿ ਦੇਵੇ ਵੀ ਗੁਰੂ ਨੂੰ ਪਤਾ ਨਹੀਂ ਸੀ ਤੇ ਗੁਰੂ ਸਾਰਿਆਂ ਨੂੰ ਮਰਵਾ ਕੇ ਬਹਿ ਗਿਆ। ਅਗਲੇ ਪ੍ਰਕਰਣਾਂ 'ਚ ਕਥਾ ਸਰਵਣ ਕਰਾਂਗੇ। ਸਮਾਪਤੀ ਦਾ ਸਮਾਂ ਹੋ ਗਿਆ। ਸਾਧ ਸੰਗਤ ਜੀ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ। ਆਛੀ ਬਾਤ ਮਾਤ ਹਮ ਜਾਏ। ਜਿਮ ਤੁਮ ਉਚਰੋ ਤੁਮ ਤੇ ਆਏ। ਕਹਿ ਕਰ ਦੂਤ ਵਹਿਰ ਕੋ ਗਏ। ਨਿਰਪਨ ਪ੍ਰਸੰਗ ਸਨਾਵਤ ਭੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗੰਮ ਪੂਰਨ, ਮੋਹਿ ਮਇਆ ਤਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਨੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੇ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ